झूले लाल कलंदर बस्ती कलंदर झूले 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 लाल कलंदर बस्ती कलंदर झूले। बिस्मिल्लाहिर्रहमानिर्रहीम। डॉक्टर साहब मेरी आवाज़ आ रही ਤੁਹਾਨੂੰ? जी आ रही है, आ रही है। ਅੱਛਾ ਜੀ, ਸਭ ਤੋਂ ਪਹਿਲੇ ਤੇ ਅਸੀਂ ਤੁਹਾਨੂੰ ਹਸਤੋਨੀਸ ਦੀ ਪੰਜਾਬੀ ਅਦਬੀ ਨਸ਼ਿਸਤਾਂ ਦੇ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ ਔਰ ਇੱਕ ਇਜਾਜ਼ ਸਮਝਦੇ ਹਾਂ ਕਿ ਬੜੇ ਪੜ੍ਹੇ ਲਿਖੇ ਇੱਕ ਬੰਦੇ ਨਾਲ ਸਾਡੀ ਮੁਲਾਕਾਤ ਹੋਈ ਔਰ ਤੁਹਾਡਾ ਜਿਹੜਾ ਸਿਲਸਿਲਾ ਚਿਸ਼ਤੀਆ ਉੱਤੇ ਕੰਮ ਹੈ ਉਹਨੂੰ ਅਸੀਂ ਥੋੜਾ ਜਿਹਾ ਕਿਤਾਬ ਦਾ ਟਾਈਟਲ ਔਰ ਥੋੜਾ ਜਿਹਾ ਤਾਰਫ ਇਹਨਾਂ ਨੇ ਸਾਨੂੰ ਸ਼ੇਅਰ ਕੀਤਾ ਸੀ ਕੌਸਰ ਸਾਹਿਬ ਨੇ ਤੇ ਉਹ ਬੜੇ ਹੀ ਮੁਤਾਸਰ ਹੋਏ ਆ ਕਿ ਸਿਲਸਿਲਾ ਚਿਸ਼ਤੀਆ ਉੱਤੇ ਤੁਸੀਂ ਬਹੁਤ ਜ਼ਿਆਦਾ ਤਹਿਕੀਕੀ ਕੰਮ ਕੀਤਾ ਹੈ ਤੇ ਜਿਹੜਾ ਸਾਡਾ ਪੰਜਾਬੀ ਅਦਬੀ ਨਸ਼ਿਸਤਾਂ ਦਾ ਮਾਮਲਾ ਹੈ ਇਹ ਜਿਸ ਵਕਤ ਹਸਤੋਨੀਸ ਨੇ ਦੀ ਤਰਫੋਂ ਸਾਨੂੰ ਹਦਾਇਤ ਹੋਈ ਕਿ ਜੀ ਪੰਜਾਬੀ ਉੱਤੇ ਕੋਈ ਨਸ਼ਿਸਤਾਂ ਕਰਨੀਆਂ ਚਾਹੀਦੀਆਂ ਨੇ ਕੌਸਰ ਸਾਹਿਬ ਦੀ ਰਹਿਨੁਮਾਈ ਵਿੱਚ ਔਰ ਹਸਤੋਨੀਸ ਦੀ ਸਰਪ੍ਰਸਤੀ ਦੇ ਵਿੱਚ ਅਸੀਂ ਜਿਸ ਵੇਲੇ ਇਬਤਦਾ ਕੀਤੀ ਤੇ ਸਭ ਤੋਂ ਪਹਿਲੀ ਜਿਹੜੀ ਨਸ਼ਿਸਤ ਕੀਤੀ ਨਾ ਉਹ ਪੰਜਾਬੀ ਅਦਬ ਦੀ ਤਾਰੀਖ ਸੂਬਾ ਪੰਜਾਬ ਦੀ ਤਾਰੀਖ ਜ਼ੁਬਾਨ ਦੀ ਤਾਰੀਖ ਜ਼ੁਬਾਨ ਦੇ ਜਿਹੜੇ ਲਹਿਜੇ ਨੇ ਪੰਜਾਬ ਦੇ ਮੁਖਤਲਿਫ ਰਹਿਤਲ ਦੇ ਬਾਰੇ ਨਾਲ ਉਹਨਾਂ ਨੂੰ ਅਸੀਂ ਡਿਸਕਸ ਕੀਤਾ ਕੋਈ ਤਾਰਫ ਬਿਆਨ ਕੀਤਾ ਕੁਝ ਪੰਜਾਬ ਦੇ ਜਿਹੜੇ ਬੋਲੀਆਂ ਨੇ ਉਹਨਾਂ ਦੇ ਲਹਿਜੇ ਦਰਿਆਵਾਂ ਦਾ ਔਰ ਕੁਝ ਇਲਾਕਿਆਂ ਦਾ ਵੀ ਜ਼ਿਕਰ ਕੀਤਾ ਤੇ ਜਿਹੜਾ ਭਾਰਤ ਦਾ ਪੰਜਾਬ ਹੈ ਉਹਦਾ ਵੀ ਥੋੜਾ ਜਿਹਾ ਤਜ਼ਕਰਾ ਕੀਤਾ ਕਿਉਂਕਿ ਉਹ ਵੀ ਪਹਿਲੇ ਪੰਜਾਬ ਦਾ ਇਸੇ ਪੰਜਾਬ ਦਾ ਹਿੱਸਾ ਸੀ ਤੇ ਉਹ ਫਿਰ ਤਕਸੀਮ ਦੇ ਵਕਤ ਫਿਰ ਉਹ ਭਾਰਤੀ ਪੰਜਾਬ ਬਣ ਗਿਆ ਤੇ ਇਹ ਸਾਡੇ ਪਾਕਿਸਤਾਨ ਦਾ ਪੰਜਾਬ ਹੈ ਤੇ ਪਹਿਲੀ ਨਸ਼ਿਸਤ ਦੇ ਵਿੱਚ ਤਾਰਫ ਦੇ ਬਾਅਦ ਅਸੀਂ ਥੋੜਾ ਜਿਹਾ ਜਿਹੜਾ ਤਾਰਫ ਪੇਸ਼ ਕੀਤਾ ਉਹ ਬਾਬਾ ਫਰੀਦ ਉੱਤੇ ਸੀ ਕਿਉਂਕਿ ਹਜ਼ਰਤ ਬਾਬਾ ਫਰੀਦ ਜਿਹੜੇ ਨੇ ਉਹ ਸਭ ਤੋਂ ਪਹਿਲੇ ਪੰਜਾਬੀ ਅਦਬ ਦੇ ਸ਼ਾਇਰ ਵੀ ਨੇ ਔਰ ਸੂਫੀ ਸ਼ਾਇਰ ਵੀ ਉਹ ਪਹਿਲੇ ਨੇ ਔਰ ਉਹਨਾਂ ਦੇ ਕੁਝ ਜਿਹੜੇ ਵਰਕ ਨੇ ਉਹਨਾਂ ਦੇ ਦੋੜੇ ਉਹਨਾਂ ਦੇ ਜਿਹੜਾ ਹੋਰ ਦੀਨ ਦੀ ਖਿਦਮਤ ਵਾਸਤੇ ਕਿਤਾਬਾਂ ਉਹਨਾਂ ਨੇ ਕੁਝ ਲਿਖੀਆਂ ਔਰ ਕੁਝ ਤਰਜਮੇ ਵਗੈਰਾ ਕੀਤੇ ਹੋਰ ਜ਼ਬਾਨਾਂ ਦੇ ਵੀ ਉਹ ਵੀ ਅਸੀਂ ਇੱਥੇ ਡਿਸਕਸ ਕੀਤਾ ਪਹਿਲੀ ਨਸ਼ਿਸਤ ਫਿਰ ਦੂਸਰੀ ਨਸ਼ਿਸਤ ਮੁਕੰਮਲ ਤੇ ਅਸੀਂ ਬਾਬਾ ਫਰੀਦ ਦਾ ਜਿਹੜਾ ਕਲਾਮ ਸੀ ਨਾ ਉਹਨੂੰ ਅਸੀਂ ਪੇਸ਼ ਕੀਤਾ ਸ਼ਾਇਰੀ ਦੇ ਬਾਰੇ ਨਾਲ ਜੋ ਉਹਨਾਂ ਦੀਆਂ ਖਿਦਮਤ ਨੇ ਦੂਸਰੀ ਨਸ਼ਿਸਤ ਮੁਕੰਮਲ ਤੌਰ ਤੇ ਬਾਬਾ ਫਰੀਦ ਦੇ ਕਲਾਮ ਉੱਤੇ ਸੀ ਔਰ ਉਹਨਾਂ ਦੀ ਖਿਦਮਤ ਉੱਤੇ ਔਰ ਉਹਦੇ ਦਾ ਜਿਹੜੀ ਖਾਸ ਗੱਲ ਸੀ ਉਹ ਇਹ ਸੀ ਕਿ ਉਹਨਾਂ ਦਾ ਜਿਹੜਾ ਸ਼ਾਇਰੀ ਦਾ ਕਲਾਮ ਹੈ ਉਹ ਇੰਨਾ ਪਪੂਲਰ ਹੈ ਕਿ ਉਹਨਾਂ ਦਾ ਜਿਹੜਾ ਦੂਜਾ ਵਰਕ ਹੈ ਕਿਤਾਬਾਂ ਦਾ ਜੋ ਉਹਨਾਂ ਨੇ ਦੀਨੀ ਖਿਦਮਤ ਅੰਜਾਮ ਦਿੱਤੀਆਂ ਨੇ ਉਹਨਾਂ ਤੋਂ ਜ਼ਿਆਦਾ ਪਪੂਲਰ ਉਹਨਾਂ ਦੇ ਸ਼ਾਇਰੀ ਦੇ ਜਿਹੜੇ ਨੇ ਦੋੜੇ ਨੇ ਔਰ ਬਾਕੀ ਜਿਹੜੇ ਮਾਮਲਾ ਸੀ ਕਲਾਮ ਜਿਹੜਾ ਸੀ ਜਿਹਦਾ ਇੱਕ ਸ਼ੇਰ ਇਜਾਜ਼ਤ ਹੋਵੇ ਤੇ ਕੋਈ ਸ਼ੇਰ ਕਰ ਲਈਏ ਜੀ। ਬਾਬਾ ਫਰੀਦ ਕਹਿੰਦੇ ਨੇ ਕਿ ਕਾਲਾ ਬੇਟਾ काले मेरे कपड़े थे काला मेरा भेस। ਵੈਰੀ ਥੈਂਕਫੁਲ। ਕਾਲੇ ਮੇਰੇ ਕੱਪੜੇ ਤੇ ਕਾਲਾ ਮੇਰਾ ਵੇਸ ਮੈਂ ਗੁਨਾਹ ਭਰਿਆ ਤੇ ਲੋਕੀ ਕਹਿਣ ਦਰਵੇਸ਼। ਹਾਂਜੀ ਇਹ ਉਹਨਾਂ ਦਾ ਯਾਨੀ ਇੱਕ ਯਾਨੀ ਅਸੀਂ ਪੇਸ਼ ਕਰਕੇ ਤੇ ਯਾਨੀ ਵੈਸੇ ਤਾਂ ਉਹਨਾਂ ਦਾ ਬਹੁਤ ਮਸ਼ਹੂਰ ਕਲਾਮ ਹੈ ਔਰ ਉਹਨੂੰ ਸਾਰੇ ਨੂੰ ਕਰੀਏ ਤੇ 12 ਨਸ਼ਿਸਤਾਂ ਵੀ ਸ਼ਾਇਦ ਥੋੜੀਆਂ ਪੈਣ। ਫਿਰ ਅਸੀਂ ਤੀਸਰੀ ਨਸ਼ਿਸਤ ਕੀਤੀ ਤੇ ਅਗਲੇ ਜਿਹੜੇ ਸ਼ਾਇਰ ਸਨ ਕਲਾਸਿਕ ਪੋਇਟ ਦੇ ਵਿੱਚੋਂ ਪਹਿਲੇ ਕਲਾਸਿਕ ਪੋਇਟ ਬਾਬਾ ਫਰੀਦ ਨੇ ਦੂਸਰੇ ਜਿਹੜੇ ਕਲਾਸਿਕ ਪੋਇਟ ਨੇ ਉਹ ਸ਼ਾਹ ਹੁਸੈਨ ਜਿਹੜੇ ਨੇ ਉਹਨਾਂ ਨੂੰ ਅਸੀਂ ਸਰਚ ਕੀਤਾ ਕੁਝ ਲਿਟਰੇਚਰ ਇਕੱਠਾ ਕੀਤਾ ਇੱਕ ਪ੍ਰੋਗਰਾਮ ਕੀਤਾ ਤੇ ਸਾਡੀ ਤਸ਼ਨਗੀ ਰਹਿ ਗਈ ਕਿ ਅਸੀਂ ਸਹੀ ਅਦਾਇਗੀ ਨਹੀਂ ਕਰ ਸਕੇ ਜਾਂ ਕੋਈ ਉਹਨਾਂ ਦਾ ਰਿਸਰਚ ਵਰਕ ਸਾਰਾ ਨਹੀਂ ਪੇਸ਼ ਕਰ ਸਕੇ ਤੇ ਫਿਰ ਦੂਸਰੀ ਨਸ਼ਿਸਤ ਅਸੀਂ ਜਿਹੜੀ ਹੈ ਨਾ ਉਹ ਇਰਾਦਾ ਕੀਤਾ ਕਿ ਦੁਬਾਰਾ ਪੇਸ਼ ਕਰੀਏ ਤੇ ਦੁਬਾਰਾ ਇਹ ਪੇਸ਼ ਕਰਨੀ ਸੀ ਤੇ ਮੁਹਰਮ ਦੇ ਅਯਾਮ ਆ ਗਏ ਤੇ ਉਹ ਅਸੀਂ ਮੁਹਰਮ ਦੀ ਨਸ਼ਿਸਤ ਪਹਿਲੇ ਕੀਤੀ ਜਿਹਦੇ ਵਿੱਚ ਹਜ਼ਰਤ ਇਮਾਮ ਅਲੀ ਮੁਕਾਮ ਦੇ ਉੱਤੇ ਇੱਕ ਪ੍ਰੋਗਰਾਮ ਕੀਤਾ ਇੱਥੇ ਇਹਨਾਂ ਹਸਤੋਨੀਸ ਨੇ ਮੁਖਤਲਿਫ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਬੁਲਾਇਆ ਔਰ ਉਹਨੇ ਕੁਝ इमाम साहब ਦੇ ਮੁਤਲਕ ਤਕਰੀਰਾਂ ਵਗੈਰਾ ਔਰ ਸ਼ਾਇਰੀ ਔਰ ਕੁਝ ਬਿਆਨ ਵਗੈਰਾ ਹੋਏ ਤੇ ਉਹ ਜਿਹੜੀ ਉਹ ਖਸੂਸੀ ਨਸ਼ਿਸਤ ਜਿਹੜੀ ਇਮਾਮ ਸਾਹਿਬ ਉੱਤੇ ਅਸੀਂ ਕੀਤੀ। ਤੀਸਰੀ ਔਰ ਚੌਥੀ ਨਸ਼ਿਸਤ ਜਿਹੜੀ ਸੀ ਨਾ ਜੀ ਉਹ ਦੋ ਨਸ਼ਿਸਤਾਂ ਸੀ ਹਾਜਾ ਸ਼ਾਹ ਹੁਸੈਨ ਤੇ ਕੀਤੀਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਅੰਦਰ ਤੂੰ ਹੈ ਬਾਹਰ ਤੂੰ ਰੋਮ ਰੋਮ ਵਿੱਚ ਤੂੰ। ਉਹ ਕਹਿੰਦੇ ਨੇ ਕਿ ਅੱਲਾਹ ਤਾਲਾ ਨੂੰ ਹੀ ਸਭ ਕੁਝ ਸਮਝਣਾ ਚਾਹੀਦਾ ਤੇ ਉਹਦੇ ਤੋਂ ਫਿਰ ਮੁਰਸ਼ਿਦ ਦਾ ਕਨਸੈਪਟ ਵੀ ਉਹਨਾਂ ਨੇ ਪੇਸ਼ ਕੀਤਾ। ਅੱਛਾ ਉਹਦੇ ਵਿੱਚ ਕੁਝ ਥੋੜੀ ਜਿਹੀ ਫਾਲੋਇੰਗ ਉਹਨਾਂ ਦੀ ਸਾਨੂੰ ਬਾਬਾ ਫਰੀਦ ਦੀ ਵੀ ਨਜ਼ਰ ਆਉਂਦੀ ਹੈ ਕਿ ਬਾਬਾ ਫਰੀਦ ਦਾ ਕੁਝ ਰੰਗ ਨਜ਼ਰ ਆਉਂਦਾ ਉਹਨਾਂ ਦੇ ਕਲਾਮ 'ਚ। ਪੰਜਵੀਂ ਨਸ਼ਿਸਤ ਜਨਾਬ ਅਸੀਂ ਜਿਹੜੀ ਕੀਤੀ ਨਾ ਉਹ ਅਗਲੇ ਜਿਹੜੇ ਸ਼ਾਇਰ ਨੇ ਜੀ ਹਜ਼ਰਤ ਸੁਲਤਾਨ ਬਾਹੂ ਹਜ਼ਰਤ ਬਾਬਾ ਫਰੀਦ ਪਹਿਲੇ ਨੇ ਸੂਫੀ ਸ਼ਾਇਰ ਦੂਸਰੇ ਜਿਹੜੇ ਨੇ ਹਜ਼ਰਤ ਸ਼ਾਹ ਹੁਸੈਨ ਨੇ ਔਰ ਤੀਸਰੇ ਹਜ਼ਰਤ ਸੁਲਤਾਨ ਬਾਹੂ ਨੇ। ਵੈਸੇ ਤਰਤੀਬ ਦੇ ਲਿਹਾਜ਼ ਨਾਲ ਜਿਹੜੀ ਅਸੀਂ ਆਪਣੀ ਕਿ ਬਾਬਾ ਫਰੀਦ ਤੋਂ ਬਾਅਦ ਵੈਸੇ
और भगत कबीर और गुरु नानक का भी कुछ हिस्सा है। लेकिन इस्लामी शोरा का जिक्र करिए ना जी, तो बाबा फरीद पहले नंबर ते ने, ते शाह हुसैन दूसरे ते तीसरे ते हज़रत सुल्तान बाहू ने। हज़रत सुल्तान बाहू ते भी असी 2 प्रोग्राम कर चुके हैं। हज़रत सुल्तान बाहू का भी कलाम बड़ा उच्चा कलाम है, और 5वीं और 6वीं नशिस्त साडी जिहड़ी सी ਉਹ हज़रत सुल्तान बाहू ਦੇ ਉੱਤੇ ਕਲਾਸਿਕ ਪੋਇਟ ਜਿਹੜੇ ਨੇ ਨਾ ਪਹਿਲੇ 3 ਉਹਨਾਂ ਉੱਤੇ ਅਸੀਂ ਔਰ ਪਹਿਲਾ ਤਾਰਫੀ ਨਸ਼ਿਸਤ ਨੂੰ ਮਿਲਾ ਕੇ ਤੇ ਅਸੀਂ ਇਹ ਪ੍ਰੋਗਰਾਮ ਕੀਤੇ। ਤੇ ਅੱਜ ਦੀ ਜਿਹੜੀ ਨਸ਼ਿਸਤ ਹੈ ਉਹ ਫਿਰ ਮੈਨੂੰ ਇਹਨਾਂ ਨੇ ਦੱਸਿਆ ਕਿ ਜੀ ਡਾਕਟਰ ਸਾਹਿਬਾਂ ਨੇ ਅੱਜ ਚਿਸ਼ਤੀ ਸਿਲਸਿਲੇ ਦੇ ਹਵਾਲੇ ਨਾਲ ਵੀ ਕੁਝ ਵਰਕੇ ਤੇ ਕੁਝ ਪੰਜਾਬੀ ਦੇ ਹਵਾਲੇ ਨਾਲ ਵੀ ਸਾਡੀ ਰਹਿਨਮਾਈ ਕਰਨ ਦੇ ਔਰ ਸਾਨੂੰ ਕੁਝ ਦੱਸਣ ਦੇ। ਤੇ ਉਹ ਤਾਰਫ ਜਿਹੜਾ ਸੀ ਜੋ ਨਸ਼ਿਸਤਾਂ ਕੀਤੀਆਂ ਨਾ ਜੀ, ਇਹ ਜੋ ਮੈਂ 4-5 ਮਿੰਟ ਅਰਜ਼ ਕੀਤੀ ਇਹ ਤੇ ਸੀ ਤਾਰਫ ਦੇ ਬਾਰੇ ਨਾਲ, ਤੇ ਉਹ ਅੱਗੋਂ ਤੁਸੀਂ ਸਾਨੂੰ ਕੁਝ ਰਹਿਨਮਾਈ ਕਰਵਾਓ। ਤੇ ਮਹਿਫਿਲ ਤੇ ਕੌਸਰ ਸਾਹਿਬ ਦੀ ਜੇ ਤੇ ਇਹੋ ਹੀ ਇਹਨੂੰ ਕੰਡਕਟ ਕਰਨ ਦੀ। ਮੈਂ ਤੇ ਅਸਲੀ ਦਾ ਸ਼ੁਕਰ ਕਰਾਂਗਾ। ਮੈਂ ਬਸ ਡਾਕਟਰ ਸਾਹਿਬ 2-3 ਇੱਕ ਅੱਧਾ ਮਿੰਟ ਤੁਹਾਡੇ ਕੋਲ ਲਾਂਗਾ, ਫਿਰ ਮਾਈਕ ਤੁਹਾਡੇ ਵਾਲੇ ਵੇ ਕਿ ਅਸੀਂ ਤੁਹਾਡੇ ਕੋਲ ਇਹ ਗੁਜ਼ਾਰਿਸ਼ ਕਰਾਂਗੇ ਕਿ ਸਾਡੀ ਜਿਹੜੀ ਲੋਕ ਕਹਾਣੀਆਂ ਨੇ, ਫੋਕ ਟੇਲਸ ਨੇ, ਔਰ ਸਾਡੇ ਕਲਾਸੀਕਲ ਪੰਜਾਬੀ ਜਿਹੜੇ ਆਰਿਫ ਸ਼ਾਇਰ ਨੇ, ਉਹ ਲੋਕ ਕਹਾਣੀਆਂ ਨੂੰ ਕਿਸ ਤਰ੍ਹਾਂ ਆਪਣਾ ਪੈਗਾਮ ਪਹੁੰਚਾਉਣ ਵਾਸਤੇ ਉਹ ਸਮਝਾਉਂਦੇ ਨੇ ਸਾਨੂੰ। ਫਿਰ ਇਸਤਿਆਰੇ ਨੇ, ਸਿੰਬਲਸ ਨੇ, ਔਰ ਫਿਰ ਉਹ ਕਿਸ ਤਰ੍ਹਾਂ ਆਪਣੇ ਮੁਰਸ਼ਦ ਨੂੰ ਬਿਆਨ ਕਰਦੇ ਨੇ, ਔਰ ਫਿਰ ਉਹ ਦੱਸਦੇ ਨੇ ਕਿ ਉਹਨਾਂ ਦੀ ਜਿਹੜਾ ਸਫ਼ਰ ਹੈ ਉਹਨਾਂ ਦਾ, ਉਹ ਕਿਵੇਂ ਉਹਨਾਂ ਦਾ ਮੁਰਸ਼ਦ ਉਹਨਾਂ ਨੂੰ ਪਹੁੰਚਾਉਂਦਾ ਹੈ। ਤੇ ਬਸ ਮੈਂ ਹੁਣ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਸਾਨੂੰ ਇਹਦੇ ਬਾਰੇ ਦੱਸੋ ਕਿ ਸਾਡੇ ਕਲਾਸੀਕਲ ਪੋਇਟਸ ਜਿਹੜੇ ਨੇ ਜਾਂ ਕਲਾਸੀਕਲ ਸ਼ਾਇਰੀ ਜਿਹੜੀ ਹੈ ਉਹ ਕਿਵੇਂ ਫੋਕ ਟੇਲਸ ਨੂੰ ਆਪਣੇ ਅੰਦਰ ਸਮੋ ਲੈਂਦੀ ਹੈ। ਮਿਹਰਬਾਨੀ, ਤੁਸੀਂ ਬਿਸਮਿਲ੍ਲਾ ਕਰੋ। ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਹਸਤੋਨੀਸ ਤੇ ਪਲੇਟਫਾਰਮ ਤੋਂ ਗੱਲ ਕਰਨ ਦਾ। ਤੇ ਮੈਂ ਡਾਕਟਰ ਸਾਹਿਬ ਚਾਹਾਂਗਾ ਆਪਾਂ ਦਰਮਿਆਨ ਅਗਰ ਥੋੜਾ ਤੁਸੀਂ ਆਪਣਾ ਤਾਰਫ ਬਿਆਨ ਕਰਦੇ ਹੋ ਨਾ ਕਿ ਤੁਸੀਂ ਪੜ੍ਹਾ ਰਹੇ ਹੋ ਕਾਇਦ ਆਜ਼ਮ ਯੂਨੀਵਰਸਿਟੀ, ਤੇ ਫਿਰ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਅੰਦਾਜ਼ਾ ਰਹੇਗਾ ਕਿ ਡਾਕਟਰ ਸਾਹਿਬ ਕਿੱਥੇ ਪੜ੍ਹਾ ਰਹੇ ਨੇ, ਕੀ ਪੜ੍ਹਾ ਰਹੇ ਨੇ। ਮਿਹਰਬਾਨੀ ਜੀ। ਜੀ ਮੇਰਾ ਆਪਣਾ ਤਾਲੁਕ ਲਾਹੌਰ ਦੇ ਨਾਲ ਹੀ ਹੈ, ਤੇ ਮੈਂ ਲਾਹੌਰ ਦੇ ਵਿੱਚ ਮੇਰੀ ਸਕੂਲਿੰਗ ਹੋਈ, ਤੇ ਮੈਂ ਕੈਨੇਡ ਕਾਲਜ ਤੋਂ ਹੀ BA ਕੀਤਾ, ਤੇ ਉਹਦੇ ਬਾਅਦ ਫਿਰ ਮੈਂ ਕਾਇਦ ਆਜ਼ਮ ਯੂਨੀਵਰਸਿਟੀ ਡਿਪਾਰਟਮੈਂਟ ਆਫ ਹਿਸਟਰੀ ਆਈ, ਇੱਥੇ ਪੜ੍ਹਿਆ, ਤੇ ਇੱਥੇ ਹੀ ਫਿਰ ਮੇਰੀ ਨੌਕਰੀ ਹੋਈ। ਤੇ ਮੈਂ 99 ਤੋਂ ਕਾਇਦ ਆਜ਼ਮ ਯੂਨੀਵਰਸਿਟੀ ਡਿਪਾਰਟਮੈਂਟ ਆਫ ਹਿਸਟਰੀ ਵਿੱਚ ਹੀ ਪੜ੍ਹਾ ਰਹੀ ਹਾਂ। ਇਸ ਵੇਲੇ ਮੈਂ ਇੱਥੇ ਪ੍ਰੋਫੈਸਰ ਹਾਂ, ਤੇ ਹਿਸਟਰੀ ਵਿੱਚ ਜਿਹੜਾ ਮੇਰਾ ਆਪਣਾ ਏਰੀਆ ਹੈ ਉਹ ਤੇ ਦਿੱਲੀ ਸਲਤਨਤ ਦਾ ਹੈ। ਇਹਦੇ ਇਲਾਵਾ ਮੈਂ ਇੰਟੈਲੈਕਚੁਅਲ ਹਿਸਟਰੀ ਆਫ ਦ ਮੁਸਲਿਮਸ ਤੇ ਵੀ ਕੋਰਸ ਪੜ੍ਹਾਨੀ ਆ, ਤੇ ਕੋਸ਼ਿਸ਼ ਕਰਨੀ ਆ ਕਿ ਮੈਨੂੰ ਸੂਫੀਜ਼ਮ ਤੇ ਕੋਰਸ ਪੜ੍ਹਾਉਣ ਦਾ ਕਦੀ ਮੌਕਾ ਮਿਲ ਜਾਏ, ਜਿਹੜਾ ਮੈਨੂੰ ਮੌਕਾ ਇੰਨੀ ਆਸਾਨੀ ਨਾਲ ਨਹੀਂ ਮਿਲਦਾ, ਕਿਉਂਕਿ ਕੰਪਲਸਰੀ ਕੋਰਸ ਨਹੀਂ ਹੈ, ਇਹ ਆਪਸ਼ਨਲ ਕੋਰਸ ਹੈ, ਤੇ ਬੜੀ ਮੁਸ਼ਕਿਲ ਨਾਲ ਹੀ ਇਹਦੀ ਗੁੰਜਾਇਸ਼ ਬਣਦੀ ਹੈ ਆਫਰ ਕਰਨ ਦੀ। ਪਰ ਉਹਦੇ ਬਾਵਜੂਦ ਮੈਂ ਕੋਸ਼ਿਸ਼ ਕਰਨੀ ਆ ਕਿ ਮੈਂ ਇਹ ਜਿਹੜਾ ਕੋਰਸ ਆਫਰ ਕਰਦੀ ਰਵਾਂ ਸੂਫੀਜ਼ਮ ਤੇ। ਤੁਸੀਂ ਦੱਸਿਆ ਸੀ ਕਿ ਮੇਰਾ ਜਿਹੜਾ ਆਪਣਾ ਕੰਮ ਸੀ ਉਹ ਚਿਸ਼ਤੀ ਸਿਲਸਿਲੇ ਦੇ ਸੂਫੀਆਂ ਦੀ 14ਵੀਂ ਸਦੀ 13ਵੀਂ ਸਦੀ ਦੇ ਵਿੱਚ ਦਿੱਲੀ ਸਲਤਨਤ ਦੇ ਬਾਦਸ਼ਾਹਾਂ ਨਾਲ ਉਹਨਾਂ ਦੇ ਤਾਲੁਕਾਤ ਕੀ ਸੀ, ਤੇ ਉਹਦੇ ਬਾਰੇ 'ਚ ਮੈਂ ਕੰਮ ਕੀਤਾ। ਤੇ ਮੈਂ ਉਹੀ ਸਟੇਟ ਤੇ ਜਿਹੜਾ ਸੂਫੀ ਤੇ ਜਿਹੜਾ ਡਾਇਮੈਂਸ਼ਨ ਹੈ, ਪੋਲੀਟੀਕਲ ਡਾਇਮੈਂਸ਼ਨ ਆਫ ਸੂਫੀਜ਼ਮ, ਉਹਦੇ ਬਾਰੇ 'ਚ ਹੀ ਕੰਮ ਕਰ ਰਹੀ ਸੀ। ਪਰ ਕੁਝ ਸਾਲ ਤੋਂ ਮੇਰਾ ਧਿਆਨ ਜਿਹੜਾ ਹੈ ਉਹ ਸੂਫੀ ਸ਼ਾਇਰੀ ਤੇ ਪਿਆ, ਤੇ ਸੂਫੀ ਸ਼ਾਇਰੀ ਦੇ ਵਿੱਚ ਖਾਸ ਤੌਰ ਤੇ ਜਿਹੜੀ ਪੰਜਾਬੀ ਸੂਫੀਆਂ ਦੀ ਜਿਹੜੀ ਰਿਵਾਇਤ ਹੈ, ਸੂਫੀਆਨਾ ਰਿਵਾਇਤ ਸ਼ਾਇਰੀ ਦੀ, ਉਹਦੇ ਵੱਲ ਮੇਰਾ ਧਿਆਨ ਪਿਆ, ਤੇ ਮੈਂ ਉਹ ਪੜ੍ਹਿਆ ਤੇ ਮੈਨੂੰ ਚੰਗਾ ਲੱਗਾ। ਤੇ ਫਿਰ ਮੈਂ ਆਪਣਾ ਥੋੜਾ ਜਿਹਾ ਏਰੀਆ ਚੇਂਜ ਕਰਕੇ ਤੇ ਹੁਣ ਮੈਂ ਪਿਛਲੇ ਕੁਝ ਸਾਲਾਂ ਤੋਂ ਇਹਦੇ ਬਾਰੇ 'ਚ ਲਿਖ ਰਹੀ ਹਾਂ ਤੇ ਇਹਦੇ ਬਾਰੇ 'ਚ ਕੰਮ ਕਰ ਰਹੀ ਹਾਂ। ਤੇ ਮੇਰੇ ਵਾਲਿਦ ਸਾਹਿਬ ਪੰਜਾਬੀ ਨੇ, ਮੇਰੀ ਵਾਲਦਾ ਜਿਹੜੀ ਨੇ ਉਹ ਉਰਦੂ ਸਪੀਕਿੰਗ ਨੇ, ਤੇ ਇਸ ਵਜ੍ਹਾ ਤੋਂ ਘਰ ਵਿੱਚ ਕੋਈ ਬਹੁਤ ਜ਼ਿਆਦਾ ਪੰਜਾਬੀ ਬੋਲੀ ਨਹੀਂ ਜਾਂਦੀ ਸੀ, ਕਿਉਂਕਿ ਮੇਰੀ ਵਾਲਦਾ ਨਹੀਂ ਸਿੱਖ ਸਕੇ। ਸ਼ਾਦੀ ਦੇ ਇੰਨੇ ਸਾਲ ਬਾਅਦ ਵੀ ਉਹ ਕਦੀ ਪੰਜਾਬੀ ਦਾ ਜੁਮਲਾ ਨਹੀਂ ਉਹ ਬੋਲ ਸਕੇ। ਤੇ ਮੈਂ ਵੀ ਅੱਜ ਕੋਸ਼ਿਸ਼ ਕਰਾਂਗੀ ਕਿ ਮੈਂ ਬਸ ਥੋੜੀ ਹਿੰਮਤ ਕਰਾਂ, ਤੇ ਕਿਤੇ ਮੇਰੀ ਪੰਜਾਬੀ ਅੜਦੀ ਵੀ ਹੈ, ਪਰ ਮੈਂ ਇਨਸ਼ਾਅੱਲਾ ਅੱਜ ਕੋਸ਼ਿਸ਼ ਕਰਾਂਗੀ ਕਿ ਮੈਂ ਬਸ ਬੋਲਦੀ ਜਾਵਾਂ, ਤੇ ਤੁਸੀਂ ਸੁਣਦੇ ਰਹੋ, ਤੇ ਤੁਸੀਂ ਬਰਦਾਸ਼ਤ ਕਰੋ ਮੇਰੀ ਜਿਹੜੀ ਉਤਾਰ ਚੜਾਓ ਜਿਹੜੇ ਆਣਗੇ ਉਹ। ਅੱਛਾ,
ਮੈਨੂੰ ਤੁਸੀਂ ਆਖਿਆ ਸੀ ਕਿ ਮੈਂ ਮਨਜ਼ੂਮ ਦਾਸਤਾਨਾ ਤੇ ਲੋਕ ਕਹਾਣੀਆਂ ਦੇ ਬਾਰੇ ਚ ਗੱਲ ਕਰਾਂ ਤੇ ਖਾਸ ਤੌਰ ਤੇ ਜਿਹੜਾ ਹੀਰ ਰਾਂਝੇ ਦਾ ਕਿੱਸਾ ਹੈ ਉਹਦੇ ਬਾਰੇ ਚ ਮੈਂ ਥੋੜੀ ਗੁਫ਼ਤਗੂ ਕਰਾਂ। ਤੇ ਮੈਂ ਮਨਜ਼ੂਮ ਦਾਸਤਾਨਾ ਤੋਂ ਹੀ ਆਪਣੀ ਗੱਲ ਸ਼ੁਰੂ ਕਰਾਂਗੀ ਕਿ ਇਹ ਫਾਰਸੀ ਸ਼ਾਇਰੀ ਦੀ ਜਿਹੜੀ ਇੱਕ ਅਦਬੀ ਸਿਨਫ ਹੈ ਜਾਂ ਜੌਨਰਾ ਹੈ, ਇਹ ਪੰਜਾਬ ਵਿੱਚ ਆਈ ਹੈ ਤੇ ਇਹ ਬੜੀ ਪੁਰਾਣੀ ਰਿਵਾਇਤ ਹੈ ਮਨਜ਼ੂਮ ਦਾਸਤਾਨਾ ਦੀ, ਲੋਕ ਕਹਾਣੀਆਂ ਨੂੰ ਮਨਜ਼ੂਮ ਸ਼ਕਲ ਚ ਪੇਸ਼ ਕਰਨ ਦੀ। ਤੇ ਇਹ ਬੇਸਿਕਲੀ ਪੰਜਾਬ ਦੀ ਜ਼ਬਾਨੀ ਜਾਂ ਓਰਲ ਟ੍ਰੈਡੀਸ਼ਨ ਦਾ ਹਿੱਸਾ ਰਿਹਾ ਹੈ ਬੜੇ ਪੁਰਾਣੇ ਵਕਤਾਂ ਤੋਂ। ਅਸੀਂ ਜੇ ਹਿਸਟੋਰਿਸਿਟੀ ਦੇ ਪੁਆਇੰਟ ਆਫ ਵਿਊ ਨਾਲ ਉਹਨੂੰ ਬੁਨਿਆਦ ਬਣਾ ਕੇ ਕੈਟੇਗਰਾਈਜ਼ ਕਰੀਏ ਇਹਨਾਂ ਮਨਜ਼ੂਮ ਦਾਸਤਾਨਾ ਨੂੰ, ਲੋਕ ਕਹਾਣੀਆਂ ਨੂੰ, ਤੇ ਇਹ ਤਾਰੀਖੀ ਵੀ ਨੇ, ਨੀਮ ਤਾਰੀਖੀ ਵੀ ਨੇ ਤੇ ਗੈਰ ਤਾਰੀਖੀ ਵੀ ਨੇ। ਤਾਰੀਖੀ ਉਹ ਕਿੱਸੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਦੁੱਲਾ ਭੱਟੀ ਦਾ ਕਿੱਸਾ ਸ਼ਾਮਿਲ ਕਰਨੇ ਆ, ਜਿਹਦੀ ਤਾਰੀਖੀ ਕਿਰਦਾਰ ਹੈ ਕਿ ਕਿਸ ਤਰ੍ਹਾਂ ਮੁਗਲਾਂ ਦੇ ਖਿਲਾਫ ਉਹਨਾਂ ਨੇ ਬਗਾਵਤ ਕੀਤੀ ਤੇ ਫਿਰ ਉਹਨਾਂ ਦਾ ਕੀ ਜਿਹੜਾ ਅੰਜਾਮ ਹੋਇਆ। ਨੀਮ ਤਾਰੀਖੀ ਕਿੱਸੇ ਉਹ ਕਿੱਸੇ ਨੇ ਜਿਨ੍ਹਾਂ ਨੂੰ ਅਸੀਂ ਹਿਸਟੋਰੀਕਲ ਫਿਕਸ਼ਨ ਕਹਿੰਦੇ ਆ, ਕਿ ਤਾਰੀਖ ਤੋਂ ਕਿਰਦਾਰ ਲਿਆ ਤੇ ਫਿਰ ਪੂਰਾ ਤਾਨਾ ਬਾਨਾ ਇੱਕ ਜੋ ਹੈ ਫਿਕਸ਼ਨਲ ਉਹਦੇ ਗਿਰਦ ਇੱਕ ਕਹਾਣੀ ਜਿਹੜੀ ਬੁਣ ਲਈ। ਇਹਦੇ ਚ ਅਸੀਂ ਕਿੱਸਾ ਸੁਲਤਾਨ ਮਹਿਮੂਦ ਮਿਸਾਲ ਦੇ ਤੌਰ ਤੇ ਪਾ ਸਕਦੇ ਹਾਂ। ਤੇ ਗੈਰ ਤਾਰੀਖੀ ਜਿਹੜੇ ਕਿੱਸੇ ਨੇ ਉਹ ਦਿਓ ਮਾਲਾਈ ਕਿੱਸੇ ਨੇ, ਤਸਵੁਰਾਤੀ ਕਿੱਸੇ ਨੇ, ਜਿਹਦੇ ਵਿੱਚ ਦਿਓ ਤੇ ਪਰੀਆਂ ਦੇ ਕਿੱਸੇ ਤੁਹਾਨੂੰ ਲੱਭਦੇ ਨੇ। ਇਹਦੇ ਇਲਾਵਾ ਸਬਜੈਕਟ ਦੇ ਇਤਬਾਰ ਨਾਲ ਅਸੀਂ ਇਹਨਾਂ ਲੋਕ ਕਹਾਣੀਆਂ ਨੂੰ ਜੇ ਕੈਟੇਗਰਾਈਜ਼ ਕਰੀਏ ਤੇ ਉਹਨਾਂ ਦੀ 3 ਕਿਸਮਾਂ ਨੇ, ਮਜ਼ਹਬੀ ਕਿੱਸੇ ਨੇ, ਰਿਜ਼ਮੀਆ ਕਿੱਸੇ ਨੇ ਤੇ ਰੋਮਾਨਵੀ ਕਿੱਸੇ ਨੇ। ਜਿਹੜੇ ਮਜ਼ਹਬੀ ਕਿੱਸੇ ਨੇ ਉਹਨਾਂ ਚ ਦਾਸਤਾਨ ਅਮੀਰ ਹਮਜ਼ਾ ਬਹੁਤ ਮਸ਼ਹੂਰ ਹੈ, ਜਿਹੜੀ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਚਾਚਾ ਹਜ਼ਰਤ ਅਮੀਰ ਹਮਜ਼ਾ ਬਿਨ ਅਬਦੁਲ ਮੁਤਲਿਬ ਦਾ ਕਿੱਸਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਇਸਲਾਮ ਲਈ ਆਪਣੀ ਖਿਦਮਤ ਕੀਤੀ। ਇਹਦੇ ਇਲਾਵਾ ਮਲਕਾ ਸੁਲੇਮਾਨ ਤੇ ਮਲਕਾ ਬਿਲਕੀਸ ਤੇ ਹਜ਼ਰਤ ਸੁਲੇਮਾਨ ਦਾ ਕਿੱਸਾ ਹੈ। ਪੁਰਾਣੇ ਵਕਤਾਂ ਦੇ ਸੂਫੀ ਇਬਰਾਹੀਮ ਅਦਮ ਬਲਖੀ ਦਾ ਕਿੱਸਾ ਹੈ। ਇਹ ਸਾਰੇ ਜਿਹੜੇ ਨੇ ਮਜ਼ਹਬੀ ਕਿੱਸੇ ਦੀ ਕੈਟੇਗਰੀ ਵਿੱਚ ਆਉਂਦੇ ਨੇ। ਰਿਜ਼ਮੀਆ ਕਿੱਸੇ ਨੇ ਜਿਨ੍ਹਾਂ ਵਿੱਚ ਜੰਗੋ ਜਦਲ ਦਾ ਜ਼ਿਕਰ ਹੈ, ਉਹਦੇ ਵਿੱਚ ਵਾਰਾਂ ਆਉਂਦੀਆਂ ਨੇ, ਨਾਦਰ ਸ਼ਾਹ ਦੀ ਵਾਰ ਹੈ, ਗੁਰੂ ਗੋਬਿੰਦ ਸਿੰਘ ਦੀ ਵਾਰ ਹੈ ਕਿ ਕਿਸ ਤਰ੍ਹਾਂ ਐਂਗਲੋ ਸਿੱਖ ਵਾਰ ਵੀ ਜਿਹੜੀਆਂ ਹੋਈਆਂ ਨੇ ਉਹਨਾਂ ਦਾ ਵੀ ਜ਼ਿਕਰ ਇਹਨਾਂ ਕਿੱਸਿਆਂ 'ਚ ਸਾਨੂੰ ਮਿਲਦਾ ਹੈ। ਅਸੀਂ ਜਿਹੜੀ ਅੱਜ ਗੱਲ ਕਰਾਂਗੇ ਉਹ ਪ੍ਰਾਇਮਰੀਲੀ ਤੀਸਰੀ ਕੈਟੇਗਰੀ ਜਿਹੜੀ ਕਿੱਸਿਆਂ ਦੀ ਹੈ, ਜਿਹਨੂੰ ਰੋਮਾਨਵੀ ਕਿੱਸੇ ਕਹਿੰਦੇ ਨੇ, ਰੋਮਾਂਟਿਕ ਕਿੱਸੇ ਕਹਿੰਦੇ ਨੇ, ਅਸੀਂ ਅੱਜ ਉਹਦੇ ਬਾਰੇ 'ਚ ਗੱਲ ਕਰਾਂਗੇ। ਸਭ ਤੋਂ ਪਹਿਲਾ ਹਵਾਲਾ ਜਿਹੜਾ ਸਾਨੂੰ ਇਹਨਾਂ ਕਿੱਸਿਆਂ ਦਾ ਮਿਲਦਾ ਹੈ, ਤੁਸੀਂ ਸਿੱਖਾਂ ਦੀ ਜਿਹੜੀ ਪਹਿਲੀ ਗ੍ਰੰਥ ਹੈ ਅਧੀ ਗ੍ਰੰਥ, ਉਹਦੇ ਨਾਲ ਤਾਂ ਤੁਸੀਂ ਫੈਮੀਲੀਅਰ ਹੋ। ਜਿਹੜੀ ਉਹਦੀ ਦੂਜੀ ਗ੍ਰੰਥ ਹੈ ਸਿੱਖਾਂ ਦੀ, ਜਿਹਨੂੰ ਦਸਮ ਗ੍ਰੰਥ ਕਹਿੰਦੇ ਨੇ, ਉਹਦੇ ਵਿੱਚ ਯੂਸੁਫ ਜ਼ੁਲੈਖਾ ਤੇ ਕੁਰਾਨੀ ਕਿੱਸੇ ਦਾ ਵੀ ਹਵਾਲਾ ਹੈ, ਸੱਸੀ ਪੰਨੂ ਦਾ ਵੀ ਹੈ, ਹੀਰ ਰਾਂਝੇ ਦਾ ਵੀ ਹੈ ਤੇ ਮਿਰਜ਼ਾ ਸਾਹਿਬਾਂ। ਇਹ 4 ਕਿੱਸਿਆਂ ਦਾ ਉਹਦੇ ਵਿੱਚ ਸਾਨੂੰ ਜ਼ਿਕਰ ਮਿਲਦਾ ਹੈ ਤੇ ਇਹ 15ਵੀਂ ਸਦੀ ਦੇ ਅਖੀਰ ਵਿੱਚ ਇਹ ਦਸਮ ਗ੍ਰੰਥ ਜਿਹੜੀ ਹੈ ਇਹ ਕੰਪੋਜ਼ ਕੀਤੀ ਗਈ ਸੀ। ਅਸੀਂ ਹੋਰ ਅੱਗੇ ਚੱਲੀਏ ਤੇ ਜਿਹੜਾ ਇੱਕ ਪੁਰਾਣਾ ਕਿੱਸਾ ਹਰੀਦਾਸ ਹਰਿਆ ਨੇ ਬਾਬਰ ਦੇ ਜ਼ਮਾਨੇ ਵਿੱਚ ਹੀਰ ਲਿਖਿਆ, ਹੀਰ ਰਾਂਝੇ ਦਾ ਕਿੱਸਾ ਫਿਰ ਦਮੋਦਰ ਦਾਸ ਗੁਲਾਟੀ ਨੇ ਜਾਂ ਦਮੋਦਰ ਦਾਸ ਅਰੋੜਾ ਨੇ ਲਿਖਿਆ ਅਕਬਰ ਦੇ ਜ਼ਮਾਨੇ ਵਿੱਚ ਹੀਰ ਰਾਂਝੇ ਦਾ ਕਿੱਸਾ। ਪੀਲੂ ਨੇ 16ਵੀਂ ਸਦੀ ਵਿੱਚ ਮਿਰਜ਼ਾ ਸਾਹਿਬਾਂ, ਹਾਫਿਜ਼ ਬਰਖੁਰਦਾਰ ਨੇ 17ਵੀਂ ਸਦੀ ਵਿੱਚ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ ਤੇ ਫਿਰ ਕਈ ਹੋਰ ਕਿੱਸੇ ਵੀ ਜਿਹੜੇ ਲਿਖੇ ਗਏ। ਮੈਂ ਚੰਦ ਕਿੱਸਿਆਂ ਦੇ ਬਾਰੇ ਚ ਤੁਹਾਨੂੰ ਹੁਣੇ ਬਰੀਫਲੀ ਦੱਸਾਂਗੀ ਕਿ ਇਹਨਾਂ ਕਿੱਸਿਆਂ ਵਿੱਚ ਕੁਝ ਕਿੱਸੇ ਇੰਝ ਦੇ ਨੇ ਜਿਹੜੇ ਖਾਸ ਪੰਜਾਬ ਦੇ ਖਿੱਤੇ ਦੇ ਨੇ। ਇਹਦੇ ਵਿੱਚ ਜਿਹੜਾ ਮਿਸਾਲ ਦੇ ਤੌਰ ਤੇ ਸੱਸੀ ਪੰਨੂ ਦਾ ਜਿਹੜਾ ਕਿੱਸਾ ਹੈ, ਉਹ ਸੱਸੀ ਤੁਹਾਨੂੰ ਪਤਾ ਹੈ ਬੰਭੋਰ ਦੀ ਸੀ ਤੇ ਪੰਨੂ ਜਿਹੜਾ ਹੈ ਉਹ ਬਲੋਚ ਹੈ ਤੇ ਉਹ ਸਿੰਧ ਦਾ ਕਿੱਸਾ ਹੈ। ਪਰ ਸਿੰਧ ਤੋਂ ਜ਼ਿਆਦਾ ਉਹ ਪੰਜਾਬ ਵਿੱਚ ਜ਼ਿਆਦਾ ਪਪੂਲਰ ਹੋਇਆ, ਜ਼ਿਆਦਾ ਮਕਬੂਲ ਹੋਇਆ, ਜ਼ਿਆਦਾ ਸ਼ਾਇਰਾਂ ਨੇ ਸੱਸੀ ਪੰਨੂ ਦਾ ਕਿੱਸਾ ਪੰਜਾਬ 'ਚ ਲਿਖਿਆ ਹੈ। ਅੱਛਾ, ਜਿਹੜੇ ਇਹਦੇ ਇਲਾਵਾ ਜਿਹੜੇ ਅਰੈਬੋ ਪਰਸ਼ੀਅਨ ਕਿੱਸੇ ਨੇ ਉਹਨਾਂ ਵਿੱਚ ਯੂਸੁਫ ਜ਼ੁਲੈਖਾ ਦਾ ਕਿੱਸਾ ਹੈ, ਸ਼ੀਰੀ ਫਰਹਾਦ ਦਾ ਕਿੱਸਾ ਹੈ, ਲੈਲਾ ਮਜਨੂ ਦਾ ਕਿੱਸਾ ਹੈ, ਕਾਮਰੂਪ ਦਾ ਕਿੱਸਾ ਹੈ। ਇਹਦੇ ਇਲਾਵਾ ਸੈਫੁਲ ਮਲੂਕ ਦਾ ਬੜਾ ਮਸ਼ਹੂਰ ਕਿੱਸਾ ਹੈ ਜਿਹੜਾ ਮੀਆਂ ਮੁਹੰਮਦ ਬਖਸ਼ ਨੇ ਲਿਖਿਆ। ਸੈਫੁਲ ਮਲੂਕ ਵੀ ਮਿਸਰ ਦਾ ਸ਼ਹਿਜ਼ਾਦਾ ਸੀ। ਇਸ ਤਰ੍ਹਾਂ ਜ਼ੋਹਰਾ ਮੁਸ਼ਤਰੀ ਦਾ ਵੀ ਕਿੱਸਾ ਹੈ, ਜਿਹੜੀਆਂ 2 ਔਰਤਾਂ ਸੀ ਜਿਨ੍ਹਾਂ ਦੀ ਲਵ ਸਟੋਰੀ ਦਾ ਪੂਰਾ ਕਿੱਸਾ ਹੈ। ਇਹ ਉਹ ਕਿੱਸੇ ਨੇ ਜਿਹੜੇ
ਸਾਡੇ ਖਿੱਤੇ ਦੇ ਨਾਲ ਨਹੀਂ ਬਲਕਿ ਅਰਬ ਤੇ ਫਾਰਸੀ ਦੁਨੀਆ ਤੇ ਅਦਬ ਵਿੱਚ ਜਿਹੜੇ ਕਿਸੇ ਇੱਥੇ ਉੱਥੋਂ ਚੱਲ ਕੇ ਇੱਥੇ ਆ ਗਏ ਤੇ ਰਾਈਜ ਹੋ ਗਏ ਤੇ ਉਹਦੇ ਬਾਰੇ ਚ ਪੰਜਾਬੀ ਸ਼ਾਇਰਾਂ ਨੇ ਵੀ ਲਿਖਿਆ। ਇਹਨਾਂ ਕਿੱਸਿਆਂ ਵਿੱਚ ਕਾਫੀ ਸਾਰੇ ਕਿੱਸੇ ਨੇ ਜਿਹੜੇ ਪੰਜਾਬੀ ਮੁਸਲਮਾਨ ਸ਼ਾਇਰਾਂ ਨੇ ਜਿਹੜੇ ਲਿਖੇ ਨੇ, ਉਹ ਮੁਸਲਮਾਨ ਸੈਟਿੰਗ ਦੇ ਕਿੱਸੇ ਨੇ, ਮੁਸਲਮਾਨਾਂ ਦੇ ਬਾਰੇ ਚ ਕਿੱਸੇ ਨੇ। ਪਰ ਇਹਨਾਂ ਵਿੱਚ ਕੁਝ ਇੰਝ ਦੇ ਕਿੱਸੇ ਵੀ ਨੇ, ਜਿਵੇਂ ਕਾਦਰ ਯਾਰ ਜਾਂ ਕਾਦਰ ਬਖਸ਼ ਨੇ ਪੂਰਾ ਭਗਤ ਦਾ ਕਿੱਸਾ ਲਿਖਿਆ ਹੈ, ਜਿਹੜਾ ਇੱਕ ਹਿੰਦੂ ਕੈਰੈਕਟਰ ਤੇ ਇੱਕ ਹਿੰਦੂ ਸੈਟਿੰਗ ਦਾ ਕਿੱਸਾ ਹੈ, ਤੇ ਇਹ ਇਸ ਤਰ੍ਹਾਂ ਦੀ ਐਗਜ਼ਾਮਪਲਸ ਵੀ ਤੁਹਾਨੂੰ ਲੱਭ ਜਾਂਦੀਆਂ ਨੇ। ਅੱਛਾ, ਅਗਲੀ ਗੱਲ ਇਹ ਹੈਗੀ ਹੈ ਕਿ ਇਹਨਾਂ ਚ ਕੁਝ ਕਿੱਸੇ ਇੰਝ ਦੇ ਨੇ ਜਿਹੜੇ, ਜੈਸੇ ਹੀਰ ਰਾਂਝੇ ਦਾ ਇੱਕ ਵੱਡਾ ਕਿੱਸਾ ਹੈ ਤੇ ਸਹਿਤੀ ਮੁਰਾਦ ਦਾ ਛੋਟਾ ਕਿੱਸਾ ਉਹਦਾ ਹਿੱਸਾ ਹੀ ਹੈ। ਪੂਰਾ ਭਗਤ ਦਾ ਕਿੱਸਾ ਹੈ ਤੇ ਰਾਜਾ ਰਿਸਾਲੋ ਦਾ ਕਿੱਸਾ ਵੀ ਉਸ ਕਿੱਸੇ ਦਾ ਹਿੱਸਾ ਹੀ ਹੈ, ਕਿਉਂਕਿ ਪੂਰਾ ਭਗਤ ਦਾ ਛੋਟਾ ਭਾਈ ਜਿਹੜਾ ਹੈ ਉਹ ਰਾਜਾ ਰਿਸਾਲੂ ਹੈ। ਤੇ ਇਹ ਵੱਡਿਆਂ ਕਿੱਸਿਆਂ ਵਿੱਚ ਕਈ ਛੋਟੇ ਛੋਟੇ ਕਿੱਸੇ ਵੀ ਵਿੱਚ ਤੁਹਾਨੂੰ ਲੱਭਦੇ ਨੇ। ਜਿਹੜੀ ਅਦਬੀ ਸਿਨਫਾਂ ਇਸਤੇਮਾਲ ਕੀਤੀਆਂ ਗਈਆਂ ਨੇ ਉਹ ਵੀ ਬਥੇਰੀਆਂ ਨੇ, ਉਹਦੇ ਬਾਰੇ ਚ ਗੱਲ ਕਰਾਂਗੇ। ਕਈ ਕਿੱਸੇ ਇੰਨੇ ਲੰਮੇ ਨੇ ਕਿ ਹਜ਼ਾਰ ਸ਼ੇਰ ਤੋਂ ਵੱਧ ਜਾਂਦੇ ਨੇ, ਤੇ ਕਈ ਜਿਹੜੇ ਕਿੱਸੇ ਨੇ ਬੜੇ ਮੁਖਤਸਰ ਤੌਰ ਤੇ ਲੋਕਾਂ ਨੇ ਲਿਖੇ ਗਏ ਨੇ। ਤੇ ਉਹਦੇ ਵਿੱਚ ਵੀ ਲੋਕਾਂ ਨੇ, ਕਈ ਸ਼ਾਇਰਾਂ ਨੇ ਇਹ ਕੀਤਾ ਕਿ ਚੋਣਵਾਂ ਕਲਾਮ ਜਿਹੜਾ ਸਿਲੈਕਟ ਕਿੱਸੇ ਦੇ ਵਿੱਚ ਵਾਕਿਆਤ ਨੇ, ਸਿਰਫ ਉਹਨਾਂ ਦੇ ਬਾਰੇ ਚ ਵੀ ਉਹਨਾਂ ਨੂੰ ਮੰਜ਼ੂਮ ਸ਼ਕਲ ਵਿੱਚ ਲਿਆਏ ਨੇ, ਪੂਰਾ ਕਿੱਸਾ ਉਹਨਾਂ ਨੇ ਮੰਜ਼ੂਮ ਜਿਹੜਾ ਨਹੀਂ ਕੀਤਾ। ਤੇ ਸਹਿ ਹਰਫੀ ਦੇ ਬਾਰੇ ਚ ਗੱਲ ਕਰਾਂਗੇ, ਜਿਹੜਾ ਇੱਕ ਬੜਾ ਮਸ਼ਹੂਰ ਅਦਬੀ ਸਿਨਫ ਹੈ ਜਿਹੜੀ ਪੰਜਾਬ ਦੇ ਕਿੱਸਿਆਂ ਚ ਸਾਨੂੰ ਲੱਭਦੀ ਹੈ। ਸਹਿ ਹਰਫੀ ਬੇਸਿਕਲੀ ਹਰੂਫੇ ਤਹੱਜੀ ਦੀ ਤਰਤੀਬ ਦੇ ਨਾਲ, ਅਲਿਫ ਦੇ ਨਾਲ ਇੱਕ 4 ਮਿਸਰੇ ਦਾ ਕਿੱਤਾ ਕਹਿ ਲਓ, ਕਪਲੇਟ ਕਹਿ ਲਓ, ਦੋੜਾ ਕਹਿ ਲਓ ਸ਼ੁਰੂ ਹੁੰਦਾ ਹੈ, ਫਿਰ ਬੇ ਨਾਲ, ਫਿਰ ਪੇ ਨਾਲ, ਤੇ ਉਹ ਪੂਰੀ ਹਰੂਫੇ ਤਹੱਜੀ ਦੀ ਤਰਤੀਬ ਦੇ ਨਾਲ ਉਹ ਸਾਰੇ ਜਿਹੜੇ ਨੇ ਚਲਦੇ ਨੇ। ਇਹਨੂੰ ਫਿਰ ਸੇ ਹਰਫੀ ਕਹਿੰਦੇ ਨੇ। ਅੱਛਾ, ਇਸ ਤੋਂ ਜਿਹੜੀ ਅਗਲੀ ਗੱਲ ਹੈ ਉਹ ਮੈਂ ਹੁਣ ਹੀਰ ਰਾਂਝੇ ਦੇ ਕਿੱਸੇ ਤੇ ਜਿਹੜਾ ਆਨੀ ਆ। ਅੱਛਾ, ਇਹਨਾਂ ਕਿੱਸਿਆਂ ਚ ਬਾਰੇ ਅਸੀਂ ਹੋਰ ਥੋੜੀ ਜਿਹੀ ਗੱਲ ਕਰਾਂਗੇ ਕਿ ਇਹਨਾਂ ਕਿੱਸਿਆਂ ਚ ਕੋਈ ਇੱਕ ਸਟੈਂਡਰਡ ਕਿੱਸਾ ਨਹੀਂ ਹੈ, ਬੜੀ ਵੇਰੀਏਸ਼ਨ ਵੀ ਤੁਹਾਨੂੰ ਮਿਲਦੀ ਹੈ। ਮਿਸਾਲ ਦੇ ਤੌਰ ਤੇ ਜਦ ਹੀਰ ਰਾਂਝੇ ਦਾ ਕਿੱਸਾ ਲਿਖਿਆ, ਇਹ ਜ਼ਿਆਦਾਤਰ ਜਿਹੜੇ ਨੇ ਇਹ ਟ੍ਰੈਜਿਕ ਰੋਮਾਂਸਿਸ ਨੇ, ਜਿਨ੍ਹਾਂ ਦੀ ਕੋਈ ਹੈਪੀ ਐਂਡਿੰਗ ਜਿਹੜੀ ਹੈ ਤੁਹਾਨੂੰ ਨਹੀਂ ਨਜ਼ਰ ਆਉਂਦੀ, ਯਾਨੀ ਕਿ ਹੀਰੋ ਤੇ ਹੀਰੋਇਨ ਆਖਿਰ ਚ ਮਰ ਜਾਂਦੇ ਨੇ ਜ਼ਿਆਦਾਤਰ ਕਿੱਸਿਆਂ ਚ। ਜਿਹੜਾ ਇੱਕ ਦੋ ਐਕਸੈਪਸ਼ਨ ਤੁਹਾਨੂੰ ਨਜ਼ਰ ਆਉਂਦੇ ਨੇ, ਉਹ ਕਿੱਸਾ ਸੈਫੁਲ ਮਲੂਕ ਤੇ ਬਦੀਉਲ ਜਮਾਲ ਦਾ ਕਿੱਸਾ ਹੈ, ਜਿਹਦੇ ਚ ਮਿਲਾਪ ਹੁੰਦਾ ਹੈ ਤੇ ਫਿਰ ਉਹ ਹਸੀ ਖੁਸ਼ੀ ਐਂਡ ਦੇ ਲਿਵਡ ਹੈਪੀਲੀ ਐਵਰ ਆਫਟਰ ਵਾਲਾ ਕੰਮ ਤੁਹਾਨੂੰ ਨਜ਼ਰ ਆਉਂਦਾ ਹੈ। ਇਹਦੇ ਇਲਾਵਾ ਜਿਹੜਾ ਕਿੱਸਾ ਸ਼ਾਹ ਮਕਬਲ ਨੇ ਲਿਖਿਆ ਹੈ ਹੀਰ ਰਾਂਝੇ ਦਾ, ਉਹਦੇ ਵੀ ਵਿੱਚ ਤੁਹਾਨੂੰ ਹੈਪੀ ਐਂਡਿੰਗ ਜਿਹੜੀ ਉਹ ਮਿਲਦੀ ਹੈ ਕਿ ਦੋਵਾਂ ਹੀਰ ਤੇ ਰਾਂਝੇ ਦਾ ਮਿਲਾਪ ਹੁੰਦਾ ਹੈ ਤੇ ਉਹ ਫਿਰ ਹਜ ਕਰਨ ਮੱਕਾ ਟੁਰ ਜਾਂਦੇ ਨੇ ਤੇ ਉਹਨਾਂ ਦੀ ਵੀ ਜ਼ਿੰਦਗੀ ਆਪਣੀ ਠੀਕ ਠਾਕ ਗੁਜ਼ਰ ਜਾਂਦੀ ਹੈ। ਅੱਛਾ, ਇਹਦੇ ਬਾਰੇ ਚ ਨਾ ਇੱਕ ਆਰਗੂਮੈਂਟ ਮੈਂ ਸੁਣਿਆ ਸੀ ਕਿਤੇ ਕਿ ਜਿਹੜੇ ਸਾਡੇ ਸ਼ਾਇਰ ਨੇ, ਸੂਫੀ ਸ਼ਾਇਰ, ਉਹ ਕਈ ਜਿਹੜੇ ਸੀ ਉਹ ਵਹਦਤੁਲ ਵਜੂਦ ਤੇ ਕਾਇਲ ਸੀ, ਤੇ ਵਹਦਤੁਲ ਵਜੂਦ ਵਿੱਚ ਵਸਲ ਦਾ ਕਨਸੈਪਟ ਜਾਂ ਫਨਾ ਦਾ ਕਨਸੈਪਟ ਮੌਜੂਦ ਹੈ। ਤੇ ਕੁਝ ਲੋਕੀ ਨੇ ਜਿਹੜੇ ਸ਼ਹੂਦ ਦੇ ਕਾਇਲ ਨੇ, ਤੇ ਸ਼ਹੂਦ ਵਿੱਚ ਜਿਹੜਾ ਹੈ ਵਸਲ ਦਾ ਤਸਵੁਰ ਨਹੀਂ ਹੈ। ਜਿਹੜੇ ਸ਼ਹੂਦੀ ਸੂਫੀਆ ਕਰਾਮ ਨੇ ਉਹ ਬਿਲੀਵ ਕਰਦੇ ਨੇ ਕਿ ਸ਼ਹੂਦੀ ਫਿਲਾਸਫੀ ਵਿੱਚ ਵਸਲ ਮੁਮਕਿਨ ਨਹੀਂ ਹੈ, ਉਹ ਮਰਨ ਦੇ ਬਾਅਦ ਹੀ ਇਨਸਾਨ ਤੇ ਖੁਦਾ ਦਾ ਇੱਕ ਜਿਹੜਾ ਹੈ ਮਿਲਾਪ ਹੋ ਸਕਦਾ ਹੈ, ਯੂਨਿਟੀ ਉਹਨਾਂ ਦੀ ਹੋ ਸਕਦੀ ਹੈ। ਪਰ ਇਹ ਆਰਗੂਮੈਂਟ ਮੈਂ ਇਸ ਲਈ ਨਹੀਂ ਅਸੀਂ ਮੰਨ ਸਕਦੇ ਕਿ ਪੰਜਾਬ ਦੇ ਜ਼ਿਆਦਾਤਰ ਜਿਹੜੇ ਸ਼ਾਇਰ ਨੇ, ਸੂਫੀ ਸ਼ਾਇਰ, ਉਹ ਚਿਸ਼ਤੀ ਤੇ ਕਾਦਰੀ ਸਿਲਸਿਲੇ ਦੇ ਨੇ, ਤੇ ਚਿਸ਼ਤੀ ਤੇ ਕਾਦਰੀ ਸਿਲਸਿਲੇ ਦੇ ਜਿਹੜੇ ਬਜ਼ੁਰਗ ਨੇ ਉਹ ਵਹਦਤੁਲ ਵਜੂਦ ਦੇ ਕਾਇਲ ਸਨ। ਤੇ ਇੱਕ ਜਿਹੜੀ ਐਕਸੈਪਸ਼ਨ ਤੁਹਾਨੂੰ ਦਿਸਦੀ ਹੈ ਉਹ ਬੇਸਿਕਲੀ ਬਾਬਾ ਬੁੱਲੇ ਸ਼ਾਹ ਦੇ ਜਿਹੜੇ ਕਾਦਰੀ ਸ਼ਤਾਰੀ ਸੂਫੀ ਨੇ, ਤੇ ਸ਼ਤਾਰੀਆ ਸਿਲਸਿਲਾ ਜਿਹੜਾ ਸੂਫੀਆਂ ਦਾ ਹੈ ਉਹ ਬੇਸਿਕਲੀ ਕਈ ਸੂਫੀ ਸ਼ਤਾਰੀ ਸਨ ਜਿਹੜੇ ਵਜੂਦ ਦੀ ਬਜਾਏ ਸ਼ਹੂਦ ਦੇ ਕਾਇਲ ਸਨ, ਤੇ ਉਹ ਫਨਾ ਦੀ ਗੱਲ ਨਹੀਂ ਕਰਦੇ ਸੀ, ਬਕਾ ਦੀ ਗੱਲ ਕਰਦੇ ਸੀ। ਤੇ ਪਰ ਜਦ ਅਸੀਂ ਬੁੱਲੇ ਸ਼ਾਹ ਦਾ ਕਲਾਮ ਵੇਖੀਏ ਤੇ ਬੁੱਲੇ ਸ਼ਾਹ ਦੇ ਕਲਾਮ ਵਿੱਚ ਤੁਹਾਨੂੰ ਵਸਲ ਦਾ ਕਨਸੈਪਟ ਲੱਭਦਾ ਹੈ।
ਇਸ ਲਈ ਇਹ ਆਰਗੂਮੈਂਟ ਮੰਨਿਆ ਨਹੀਂ ਜਾ ਸਕਦਾ ਕਿ ਜਿਹੜੀ ਹੈਪੀ ਐਂਡਿੰਗ ਹੈ ਉਹ ਇਹਨਾਂ ਕਿੱਸਿਆਂ 'ਚ ਇਸ ਲਈ ਨਹੀਂ ਹੈ ਕਿ ਇਹ ਕਾਇਲ ਨਹੀਂ ਸੀ ਕਿ ਜੀ ਵਸਲ ਨਹੀਂ ਹੋ ਸਕਦਾ। ਇਹ ਬਿਲਕੁਲ ਇੱਕ ਅਲੱਗ ਡਿਬੇਟ ਹੈ ਕਿ ਇਹਨਾਂ ਜ਼ਿਆਦਾਤਰ ਇਹ ਜਿਹੜੇ ਕਿੱਸੇ ਨੇ ਇਹ ਟ੍ਰੈਜਿਕ ਕਿੱਸੇ ਨੇ, ਇਹਨਾਂ ਦੀ ਹੈਪੀ ਐਂਡਿੰਗ ਨਹੀਂ ਹੈ। ਅੱਛਾ, ਅਸੀਂ ਹੀਰ ਰਾਂਝੇ ਦਾ ਜਿਹੜਾ ਕਿੱਸਾ ਉਠਾ ਕੇ ਵੇਖੀਏ ਤੇ ਪਹਿਲੀ ਵੇਰੀ ਜਿਹੜਾ ਕਿੱਸਾ ਹੈ ਇਹ ਬਾਬਰ ਦੇ ਜ਼ਮਾਨੇ ਵਿੱਚ ਹਰੀਦਾਸ ਹਰਿਆ ਨੇ ਇਹਨੂੰ ਕੰਪੋਜ਼ ਕੀਤਾ। ਪਾਣੀਪਤ ਦੀ ਲੜਾਈ ਜਿਹੜੀ 1526 ਹੋਈ ਹੈ, 1526 ਚ ਉਹਦੇ ਅੱਗੇ ਪਿੱਛੇ ਦਾ ਇਹ ਲਿਖਿਆ ਗਿਆ ਹੈ, ਪਰ ਇਹ ਜ਼ਿਆਦਾ ਮਸ਼ਹੂਰ ਨਹੀਂ ਹੋਇਆ। ਉਹਦੇ ਬਾਅਦ ਉਹਦਾ ਹਮਅਸਰ ਹੀ ਹੈ ਦਮੋਦਰ ਗੁਲਾਟੀ ਜਾਂ ਦਮੋਦਰ ਦਾਸ ਅਰੋੜਾ ਜਿਹਨੇ ਇਹ ਕਿੱਸਾ ਦੁਬਾਰਾ ਲਿਖਿਆ ਤੇ ਉਹਦਾ ਕਲੇਮ ਹੈ ਕਿ ਮੈਂ ਆਈ ਵਿਟਨੈਸ ਹਾਂ ਇਸ ਕਿੱਸੇ ਦਾ। ਜਿਹੜੇ ਪੰਜਾਬੀ ਅਦਬ ਦੇ ਨਾਕਦੀਨ ਨੇ ਉਹਨਾਂ ਨੇ ਇਸ ਦਾਅਵੇ ਨੂੰ ਰਿਜੈਕਟ ਵੀ ਕੀਤਾ ਹੈ, ਇਸ ਨੂੰ ਮੰਨਿਆ ਨਹੀਂ, ਕਿਉਂਕਿ ਦਮੋਦਰ ਦਾਸ ਜਿਹੜਾ ਹੈ ਗੁਲਾਟੀ ਉਹ ਬੇਸਿਕਲੀ ਅਕਬਰ ਤੇ ਹੁਮਾਯੂੰ ਤੇ ਬਾਬਰ ਦੇ ਦੌਰ ਦਾ ਹੈ ਤੇ ਇਹ ਕਿੱਸਾ ਜ਼ਿਆਦਾ ਪੁਰਾਣਾ ਜਾਂ ਲੋਧੀ ਖਾਨਦਾਨ ਦੇ ਜ਼ਮਾਨੇ ਦਾ ਸਮਝਿਆ ਜਾਂਦਾ ਹੈ। ਅੱਛਾ, ਫਿਰ ਉਹਦੇ ਬਾਅਦ 17ਵੀਂ ਸਦੀ ਵਿੱਚ ਅਹਿਮਦ ਗੁੱਜਰ ਨੇ ਵੀ ਇਹ ਹੀਰ ਰਾਂਝੇ ਦਾ ਕਿੱਸਾ ਲਿਖਿਆ। ਫਿਰ ਚਿਰਾਗ ਅਵਾਨ ਨੇ 18ਵੀਂ ਸਦੀ ਦੇ ਸ਼ੁਰੂ ਚ ਲਿਖਿਆ। ਫਿਰ ਮਨਸਾ ਰਾਮ ਖੁਸ਼ਾਬੀ ਨੇ ਵੀ 18ਵੀਂ ਸਦੀ ਚ ਲਿਖਿਆ। ਸ਼ਾਹ ਜਹਾਂ ਮਕਬਲ ਦਾ ਕਿੱਸਾ 18ਵੀਂ ਸਦੀ ਦੇ ਮਿਡ ਵਿੱਚ ਜ਼ਿਆਦਾ ਮਕਬੂਲ ਹੋਇਆ, ਪਰ ਉਹਦੇ 20 ਸਾਲ ਦੇ ਬਾਅਦ ਜਦ ਵਾਰਿਸ ਸ਼ਾਹ ਨੇ 1766 ਵਿੱਚ ਆਪਣੀ ਹੀਰ ਲਿਖੀ ਹੈ ਤਾਂ ਉਹ ਕਿੱਸਾ ਜਿਹੜਾ ਹੈ ਇਹ ਪਿਛਲੇ तमाम ਹੀਰ ਰਾਂਝੇ ਦੇ ਕਿੱਸਿਆਂ ਤੋਂ ਸਰਪਾਸ ਕਰ ਗਿਆ ਹੈ। ਤੁਸੀਂ ਜਾਣਦੇ ਹੋ ਕਿ ਇਹ ਜਿਹੜੇ ਜਿੰਨੇ ਵੀ ਕਿੱਸੇ ਨੇ ਉਹਨਾਂ 'ਚ ਹੀਰੋ ਤੇ ਹੀਰੋਇਨ ਦਾ ਨਾਂ ਆਉਂਦਾ ਹੈ ਕਿ ਜੀ ਸੱਸੀ ਪੰਨੂ ਦਾ ਕਿੱਸਾ ਹੈ, ਮਿਰਜ਼ਾ ਸਾਹਿਬਾਂ ਦਾ ਕਿੱਸਾ ਹੈ। ਜਿਹੜਾ ਹੀਰ ਰਾਂਝੇ ਦਾ ਕਿੱਸਾ ਹੈ ਉਹਦੇ ਨਾਲ ਹੀਰ ਦੇ ਨਾਲ ਵਾਰਿਸ ਸ਼ਾਹ ਦਾ ਨਾਂ ਜੁੜ ਗਿਆ ਹੈ, ਹੀਰ ਵਾਰਿਸ ਸ਼ਾਹ। ਯਾਨੀ ਕਿ ਇਹ ਕਿੱਸਾ ਵਾਰਿਸ ਸ਼ਾਹ ਦੀ ਵਜ੍ਹਾ ਤੋਂ ਇੰਨਾ ਮਸ਼ਹੂਰ ਹੋਇਆ ਹੈ ਕਿ ਇਸ ਕਿੱਸੇ ਦਾ ਨਾਂ ਹੀ ਹੀਰ ਵਾਰਿਸ ਸ਼ਾਹ ਪੈ ਗਿਆ, ਕਿਸੇ ਹੋਰ ਕਿੱਸੇ ਦੇ ਨਾਲ ਸ਼ਾਇਰ ਦਾ ਨਾਂ ਨਹੀਂ ਲਾਇਆ ਜਾਂਦਾ। ਅੱਛਾ, ਵਾਰਿਸ ਸ਼ਾਹ ਬਾਰੇ ਤੁਸੀਂ ਸਾਰੇ ਲੋਕ ਜਾਣਦੇ ਹੋ ਕਿ ਪੰਜਾਬ ਦਾ ਸ਼ੇਕਸਪੀਅਰ ਵੀ ਕਿਹਾ ਜਾਂਦਾ ਹੈ। ਸ਼ੇਕਸਪੀਅਰ ਨੇ ਰੋਮੀਓ ਜੂਲੀਅਟ ਲਿਖ ਕੇ ਬੜਾ ਇੱਕ ਮਾਸਟਰਪੀਸ ਉਹਨੂੰ ਕਲਾਸਿਕ ਸਮਝਿਆ ਜਾਂਦਾ ਹੈ ਅੰਗਰੇਜ਼ੀ ਅਦਬ ਦਾ। ਤੇ ਬਿਲਕੁਲ ਇਸੇ ਤਰ੍ਹਾਂ ਹੀਰ ਰਾਂਝੇ ਦਾ ਕਿੱਸਾ ਜਿਹੜਾ ਵਾਰਿਸ ਸ਼ਾਹ ਨੇ ਲਿਖਿਆ ਹੈ ਉਹ ਵੀ ਇੱਕ ਜਿਹੜਾ ਕਲਾਸਿਕ ਜਿਹੜਾ ਪੰਜਾਬੀ ਅਦਬ ਦਾ ਸਮਝਿਆ ਜਾਂਦਾ ਹੈ। ਇੱਕ ਹੋਰ ਗੱਲ ਬੜੀ ਅਹਿਮ ਹੈ ਹੀਰ ਦੇ ਬਾਰੇ ਚ ਕਿ ਪੰਜਾਬ ਵਿੱਚ ਹੀਰ ਦੇ ਹਾਫਿਜ਼ ਮੌਜੂਦ ਨੇ। ਕੋਈ ਹੋਰ ਕਿੱਸਾ ਨਹੀਂ ਜਿਹਨੂੰ ਇਸ ਤਰ੍ਹਾਂ ਪੂਰਾ ਅਲਿਫ ਤੋਂ ਯੇ ਤੱਕ ਜ਼ਬਾਨੀ ਯਾਦ ਕੀਤਾ ਜਾਏ। ਜਿਵੇਂ ਕੁਰਾਨ ਦੇ ਹਾਫਿਜ਼ ਨੇ ਉਸ ਤਰ੍ਹਾਂ ਤੁਸੀਂ ਹੀਰ ਦੇ ਹਾਫਿਜ਼ ਤੁਹਾਨੂੰ ਮਿਲਣਗੇ। ਨਗਦ ਸਾਈਂ ਨਗਦ ਇੱਕ ਨਾਂ ਦਾ ਬੰਦਾ ਬੜਾ ਮਸ਼ਹੂਰ ਗੁਜ਼ਰਿਆ ਹੈ ਜਿਹੜਾ ਬੜਾ ਹਾਫਿਜ਼ ਸੀ ਹੀਰ ਦਾ ਤੇ ਹੀਰ ਪੜ੍ਹਦਾ ਸੀ। ਇਸੇ ਹਵਾਲੇ ਨਾਲ ਫਿਰ ਹੀਰ ਖਾਨੀ ਦਾ ਵਰਡ ਵੀ ਤੁਹਾਨੂੰ ਲੱਭਦਾ ਹੈ। ਜਿਵੇਂ ਕੁਰਾਨ ਖਾਨੀ ਹੁੰਦੀ ਹੈ ਤੇ ਪੰਜਾਬ ਵਿੱਚ ਹੀਰ ਖਾਨੀ ਦੀ ਵੀ ਰਿਵਾਇਤ ਜਿਹੜੀ ਹੈ ਮੌਜੂਦ ਹੈ। ਅੱਛਾ, ਇਸ ਟੈਕਸਟ ਦੇ ਨਾਲ ਜਿਹੜੀ ਸੈਕਰੈਲਿਟੀ ਸੇਕਰੇਡਨੈਸ ਜਿਹੜੀ ਅਟੈਚ ਹੋ ਗਈ ਹੈ ਨਾ, ਅਸੀਂ ਉਹਦਾ ਇੱਕ ਹੋਰ ਇਹ ਛੋਟਾ ਜਿਹਾ ਜਿਹੜਾ ਸਬੂਤ ਹੈ ਕਿ ਪੰਜਾਬ ਦੀ ਜਿਹੜੀ ਤਾਰੀਖ ਦਾ ਅੰਗਰੇਜ਼ਾਂ ਦੇ ਖਿਲਾਫ ਮਜ਼ਾਹਮਤ ਦੀ ਜਿਹੜੀ ਤਾਰੀਖ ਹੈ ਉਹਦਾ ਇੱਕ ਬੜਾ ਮਸ਼ਹੂਰ ਕਿਰਦਾਰ ਊਧਮ ਸਿੰਘ ਹੈ, ਜਿਹਨੇ ਜਲਿਆਂਵਾਲਾ ਬਾਗ ਜਿਹੜਾ ਅੰਮ੍ਰਿਤਸਰ 'ਚ 1919 'ਚ ਜਿਹੜਾ ਕਤਲੇ ਆਮ ਹੋਇਆ ਸੀ ਤੇ ਉਸ ਵੇਲੇ ਦਾ ਜਿਹੜਾ ਪੰਜਾਬ ਦਾ ਗਵਰਨਰ ਸੀ ਮਾਈਕਲ ਓਡਾਇਰ ਉਹਨੂੰ ਕਤਲ ਕੀਤਾ ਸੀ ਊਧਮ ਸਿੰਘ ਨੇ। ਊਧਮ ਸਿੰਘ ਤੇ ਫਿਰ ਮੁਕੱਦਮਾ ਚੱਲਿਆ ਉੱਥੇ ਲੰਡਨ ਦੀ ਅਦਾਲਤ ਵਿੱਚ ਤੇ ਫਿਰ ਉਹਨੂੰ ਕਿਹਾ ਗਿਆ ਕਿ ਬਈ ਤੂੰ ਦੱਸ ਹਲਫੀ ਬਿਆਨ ਹਲਫੀ ਦੇਣ ਤੋਂ ਪਹਿਲਾਂ ਕਿਸ ਕਿਤਾਬ ਤੇ ਹੱਥ ਰੱਖ ਕੇ ਤੂੰ ਕਸਮ ਖਾਏਗਾ, ਓਥ ਲਏਗਾ। ਤੇ ਉਹਨੇ ਕਿਹਾ ਕਿ ਹੀਰ ਲਿਆਓ, ਮੈਂ ਹੀਰ ਤੇ ਹੱਥ ਰੱਖ ਕੇ, ਮੈਂ ਪੰਜਾਬ ਦਾ ਸਪੂਤ ਹਾਂ, ਹੀਰ ਤੇ ਹੱਥ ਰੱਖ ਕੇ ਮੈਂ ਜੋ ਕਵਾਂਗਾ ਮੈਂ ਸੱਚ ਕਵਾਂਗਾ। ਨਾ ਉਹਨੇ ਗ੍ਰੰਥ ਮੰਗਾਈ ਤੇ ਨਾ ਉਹਨੇ ਕੋਈ ਹੋਰ ਕਿਤਾਬ ਮੰਗਾਈ। ਤੇ ਇਹ ਸੈਕਰੈਲਿਟੀ ਵੀ ਵਿਦ ਦ ਪੈਸੇਜ ਆਫ ਟਾਈਮ ਇਹਦੇ ਨਾਲ ਐਸੋਸੀਏਟ ਹੋ ਗਈ ਹੈ। ਅੱਛਾ, ਸੈਕਰੈਲਿਟੀ ਤੇ ਐਸੋਸੀਏਟ ਹੋ ਗਈ, ਪਰ ਇਹਦੇ ਨਾਲ ਮੈਂ ਜਿਹੜੀ ਚੀਜ਼ ਹੁਣ ਲਿੰਕ ਕਰਾਂਗੀ ਕਿ ਸੈਕਰੈਲਿਟੀ ਦੇ ਨਾਲ ਨਾਲ ਇਹਦੇ ਵਿੱਚ ਇੱਕ ਇਲਹਾਕੀ ਰਿਵਾਇਤ ਸ਼ਾਮਿਲ ਕਰਨ ਦਾ ਵੀ ਨਾਲ ਕੰਮ ਜਿਹੜਾ ਅੰਗਰੇਜ਼ ਦੌਰ 'ਚ ਸ਼ੁਰੂ ਹੋ ਗਿਆ।
ਅੱਛਾ, ਸ਼ਾਇਦ ਤੁਸੀਂ ਲੋਕੀ ਵਾਕਿਫ ਹੋਣ ਕਿ ਬੈਨੇਡਿਕਟ ਐਂਡਰਸਨ ਨੇ ਇਮੈਜਿਨਡ ਕਮਿਊਨਿਟੀਜ਼ ਨਾਂ ਦੀ ਕਿਤਾਬ ਲਿਖੀ ਸੀ ਤੇ ਉਹਦੇ ਵਿੱਚ ਉਹਨੇ ਪ੍ਰਿੰਟ ਕੈਪੀਟਲਿਜ਼ਮ ਦੇ ਰੋਲ ਨੂੰ ਬੜਾ ਹਾਈਲਾਈਟ ਕੀਤਾ ਕਿ ਕਿਸ ਤਰ੍ਹਾਂ ਪ੍ਰਿੰਟਿੰਗ ਪ੍ਰੈਸ ਆਈ ਸਾਊਥ ਏਸ਼ੀਆ ਵਿੱਚ ਤੇ ਉਹਦਾ ਕੈਪੀਟਲਿਜ਼ਮ ਨਾਲ ਜੋ ਲਿੰਕ ਸੀ ਤੇ ਫਿਰ ਉਹਦਾ ਅੱਗੇ ਸਾਡੀ ਅਦਬੀ ਤਾਰੀਖ ਤੇ ਕੀ ਇੰਪੈਕਟ ਹੋਇਆ। ਅੱਛਾ, ਤੁਹਾਨੂੰ ਇਲਮ ਹੈ ਕਿ ਇਹ ਜਿਹੜਾ ਪੂਰਾ ਕਿੱਸਾ ਹੈ ਇਹਦੇ ਬਾਰੇ ਚ ਕਹਿੰਦੇ ਆ ਕਿ ਕੋਈ 650 ਸ਼ੇਰ ਹੈਗਾ ਹੈ ਜਿਹੜਾ ਵਾਰਿਸ ਸ਼ਾਹ ਨੇ ਜਿਹੜਾ ਹੀਰ ਚ ਲਿਖਿਆ ਹੈ। ਅੱਛਾ, ਮੁਖਤਲਿਫ ਲੋਕਾਂ ਨੇ ਜਦ ਕਿੱਸੇ ਪ੍ਰਿੰਟ ਕਰਨ ਲੱਗ ਪਏ, ਪ੍ਰਿੰਟਿੰਗ ਪ੍ਰੈਸ ਆ ਗਈ 19ਵੀਂ ਸਦੀ ਦੇ ਆਖਿਰ ਤੇ 20ਵੀਂ ਸਦੀ ਦੇ ਬਿਲਕੁਲ ਸ਼ੁਰੂ ਵਿੱਚ, ਤੇ ਉਸ ਵੇਲੇ ਦੌੜ ਲੱਗ ਪਈ ਕਿ ਕੌਣ ਕਿੱਸਾ ਛਾਪੇ ਤੇ ਫਿਰ ਉਹ ਜ਼ਿਆਦਾ ਤੋਂ ਜ਼ਿਆਦਾ ਵਿਕੇ ਤੇ ਉਹਦੇ ਨਾਲ ਮਾਰਕੀਟੇਬਿਲਿਟੀ ਦਾ ਇੱਕ ਕਨਸੈਪਟ ਆ ਗਿਆ ਤੇ ਇਹ ਦੌੜ ਲੱਗ ਗਈ ਤੇ ਅਸਲੀ ਤੇ ਵੱਡੀ ਹੀਰ ਕੌਣ ਛਾਪੇਗਾ ਤੇ ਅਸਲੀ ਤੇ ਸੋ ਕਾਲਡ ਵੱਡੀ ਹੀਰ ਛਾਪਣ ਦੀ ਜਿਹੜੀ ਰੇਸ ਲੱਗੀ ਉਹਦੇ ਵਿੱਚ ਲੋਕਾਂ ਨੇ ਇਲਹਾਕੀ ਰਿਵਾਇਤ ਸ਼ਾਮਿਲ ਕਰ ਕਰਕੇ 700 750 1000 1100 ਸ਼ੇਰਾਂ ਦੀ ਸੋ ਕਾਲਡ ਅਸਲੀ ਤੇ ਵੱਡੀ ਹੀਰ ਜਿਹੜੀ ਹੈ ਉਹ ਛਾਪਣੀ ਸ਼ੁਰੂ ਕਰ ਦਿੱਤੀ। ਅੱਛਾ, ਇੱਥੇ ਮੈਂ ਇੱਕ ਮਿਸਾਲ ਦਿਆਂਗੀ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਕਿ ਪੀਰਾਂ ਦਿੱਤਾ ਨੇ ਜਿਹੜਾ 1910 ਵਿੱਚ ਲਾਹੌਰ ਤੋਂ ਇਹ ਐਡਿਟ ਕਰਕੇ ਹੀਰ ਦਾ ਨੁਸਖਾ ਜਿਹੜਾ ਛਪਵਾਇਆ ਉਹਦੇ ਵਿੱਚ 1100 ਅਸ਼ਾਰ ਸੀ ਤੇ ਪੀਰਾਂ ਦਿੱਤਾ ਨੇ ਵਿੱਚ ਆਪ ਇਹ ਗੱਲ ਤਸਲੀਮ ਕੀਤੀ ਹੈ ਕਿ ਮੈਂ ਵਿੱਚ ਕਾਫੀ ਕੁਝ ਆਪਣੀ ਜਿਹੜੀ ਹੈ ਉਹ ਸ਼ਾਮਿਲ ਕੀਤਾ ਹੈ ਤੇ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਜਿਹੜਾ ਪਬਲਿਸ਼ਰ ਸੀ ਉਹਨੇ ₹1 ਫੀ ਇਜ਼ਾਫੀ ਮਿਸਰੇ ਦਾ ਉਹਨੂੰ ਦਿੱਤਾ ਕਿ ਤੂੰ ਇਹਨੂੰ ਵੱਡੀ ਤੋਂ ਵੱਡੀ ਹੀਰ ਬਣਾ ਤਾਂ ਕਿ ਮਾਰਕੀਟ ਵਿੱਚ ਬਾਕੀ ਜਿਹੜੀ ਕੰਪੀਟਿੰਗ ਹੀਰਸ ਨੇ ਉਹਦੇ ਨਾਲ ਇਹਦਾ ਮੁਕਾਬਲਾ ਹੋਏ ਤੇ ਸਾਡੀ ਕਿਤਾਬ ਜ਼ਿਆਦਾ ਤੋਂ ਜ਼ਿਆਦਾ ਵਿਕੇ। ਤੇ ਇਹ ਵੀ ਇੱਕ ਬੜਾ ਇੰਪੋਰਟੈਂਟ ਇੱਕ ਐਸਪੈਕਟ ਹੈ ਕਿ ਇੱਕ ਤਰਫ ਤੇ ਹੀਰ ਦੇ ਨਾਲ ਇੱਕ ਸੈਕਰੈਲਿਟੀ ਅਟੈਚ ਹੋ ਗਈ ਸੀ ਤੇ ਨਾਲ ਉਹਦੇ ਇੱਕ ਇਸ ਤਰ੍ਹਾਂ ਦਾ ਵੀ ਇੱਕ ਰਿਵਾਜ ਚੱਲ ਪਿਆ ਕਿ ਇਲਹਾਕੀ ਰਿਵਾਇਤ ਸ਼ਾਮਿਲ ਕਰਕੇ ਲੋਕ ਅਸਲੀ ਤੇ ਸੋ ਕਾਲਡ ਵੱਡੀ ਹੀਰ ਜਿਹੜੀ ਹੈ ਛਾਪਣ ਦੇ ਵਿੱਚ ਇੱਕ ਰੇਸ 'ਚ ਸ਼ਾਮਿਲ ਹੋ ਗਈ। ਬਹਰਹਾਲ ਜੋ 1960 ਵਿੱਚ ਸ਼ੇਖ ਅਬਦੁਲ ਅਜ਼ੀਜ਼ ਐਡਵੋਕੇਟ ਸਾਹਿਬ ਨੇ ਜਿਹੜਾ ਐਡੀਸ਼ਨ ਸ਼ਾਇਆ ਕੀਤਾ ਬੜੀ ਤਨਕੀਦੀ ਨਜ਼ਰ ਉਹਨਾਂ ਨੇ ਵਿੱਚ ਪਾ ਕੇ 30 ਸਾਲ ਦੀ ਮਿਹਨਤ ਲਾ ਕੇ ਕੀਤਾ ਤੇ ਉਹਨੂੰ ਪਹਿਲਾ ਸਟੈਂਡਰਡ ਐਡੀਸ਼ਨ ਜਿਹੜਾ ਹੈ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਤਕਰੀਬਨ 650 ਸ਼ੇਰ ਨੇ ਤੇ ਜਿਨ੍ਹਾਂ ਨੂੰ ਕਹਾ ਗਿਆ ਹੈ ਕਿ ਵੀ ਇਹਦੇ 'ਚ ਜ਼ਿਆਦਾ ਇਲਹਾਕੀ ਰਿਵਾਇਤ ਸ਼ਾਮਿਲ ਨਹੀਂ ਹੈ। ਅੱਛਾ, ਹੁਣ ਮੈਂ ਇੱਕ ਇਸ ਕਿਸੇ ਵੱਲ ਆਨੀ ਆ। ਹੀਰ ਵਾਰਿਸ ਸ਼ਾਹ ਦੇ ਨਾਲ ਤੁਸੀਂ ਸਾਰੇ ਵਾਕਿਫ ਹੋ ਕਿ ਵਾਰਿਸ ਸ਼ਾਹ ਨਾਲ ਕਿ 1722 ਚ ਪੈਦਾ ਹੋਏ। ਜੰਡਿਆਲਾ ਸ਼ੇਰ ਖਾਨ ਸ਼ੇਖੂਪੁਰਾ ਦੇ ਨਾਲ ਹੀ ਇੱਕ ਗਾਉਂ ਹੈ, ਉੱਥੇ ਉਹਨਾਂ ਦੀ ਪੈਦਾਇਸ਼ ਹੋਈ ਤੇ 1798 ਉਹਨਾਂ ਦੀ ਵਫਾਤ ਵੀ ਇਸੇ ਗਾਉਂ 'ਚ ਹੋਈ ਤੇ ਉੱਥੇ ਹੀ ਉਹ ਦਫਨ ਹੈ, ਉੱਥੇ ਹੀ ਉਹਨਾਂ ਦਾ ਮਜ਼ਾਰ ਹੈ। ਜੰਡਿਆਲਾ ਸ਼ੇਰ ਖਾਨ ਚ ਪੈਦਾ ਹੋਏ, ਇਬਤਦਾਈ ਤਾਲੀਮ ਉੱਥੇ ਲਈ ਤੇ ਫਿਰ ਉੱਥੋਂ ਕਸੂਰ ਚਲੇ ਗਏ। ਮਖਦੂਮ ਹਾਫਿਜ਼ ਗੁਲਾਮ ਮੁਰਤਜ਼ਾ ਤੋਂ ਉੱਥੇ ਜਾ ਕੇ ਉਹਨਾਂ ਨੇ ਕਸਬੇ ਫੈਜ਼ ਕੀਤਾ, ਉੱਥੇ ਇਲਮ ਹਾਸਿਲ ਕੀਤਾ। ਕੁਛ ਲੋਕਾਂ ਨੇ ਉਹਨਾਂ ਦਾ ਨਾਂ ਹਾਫਿਜ਼ ਮੁਹੀਉਦੀਨ ਵੀ ਲਿਖਿਆ ਹੈ ਮਖਦੂਮ ਗੁਲਾਮ ਮੁਰਤਜ਼ਾ ਦੀ ਜਗ੍ਹਾ। ਕੁਛ ਲੋਕ ਕਹਿੰਦੇ ਨੇ ਕਿ ਇਹ ਉਹੀ ਬਜ਼ੁਰਗ ਨੇ ਜਿੱਥੇ ਇਹਨਾਂ ਦੇ ਹਮ ਅਸਰ, ਇਹਨਾਂ ਦੇ ਕੰਟੈਂਪਰਰੀ ਬਾਬਾ ਬੁੱਲੇ ਸ਼ਾਹ ਵੀ ਪੜ੍ਹਨ ਆਉਂਦੇ ਸੀ ਤੇ ਉਹਨਾਂ ਨੇ ਵੀ ਇੱਥੇ ਹੀ ਪੜ੍ਹਿਆ, ਇਹਨਾਂ ਬਜ਼ੁਰਗਾਂ ਨਾਲ ਹੀ ਪੜ੍ਹਿਆ। ਅੱਛਾ, ਕਸੂਰ ਤੋਂ ਵਾਰਿਸ ਸ਼ਾਹ ਜਿਹੜੇ ਨੇ ਉਹ ਦਰਬਾਰ ਪਾਕਪਤਨ ਤੇ ਆਏ, ਬਾਬਾ ਫਰੀਦ ਦੇ ਦਰਬਾਰ ਤੇ ਕੁਛ ਅਰਸਾ ਕਿਆਮ ਕੀਤਾ। ਬਾਬਾ ਫਰੀਦ ਦੇ ਖਾਨਦਾਨ ਦੇ ਜਿਹੜੇ ਅਫਰਾਦ ਸੀ ਉਹਨਾਂ ਦੇ ਹੱਥ ਤੇ ਬੈਤ ਕੀਤੀ। ਉਹਨਾਂ ਦੀ ਚਿਸ਼ਤੀ ਨਿਸਬਤ ਜਿਹੜੀ ਹੈ ਇਸ ਹਵਾਲੇ ਨਾਲ ਦੱਸੀ ਜਾਂਦੀ ਹੈ। ਉੱਥੋਂ ਵਾਰਿਸ ਸ਼ਾਹ ਪਾਕਪਤਨ ਤੋਂ ਮਲਕਾ ਹਾਂਸ ਕਰੀਬ ਇੱਕ ਗਾਉਂ ਸੀ ਮਲਕਾ ਹਾਂਸ ਸਾਹੀਵਾਲ ਚ, ਉੱਥੇ ਮਲਕਾ ਹਾਂਸ ਆ ਗਏ ਤੇ ਉੱਥੇ ਗਾਉਂ ਦੇ ਨਾਲ ਇੱਕ ਟੀਲੇ ਦੇ ਉੱਤੇ ਇੱਕ ਮਸਜਿਦ ਸੀ ਤੇ ਨਾਲ ਇੱਕ ਹੁਜਰਾ ਸੀ। ਉਸ ਮਸਜਿਦ ਵਿੱਚ ਉਹ ਇਮਾਮਤ ਵੀ ਕਰਾਉਂਦੇ ਸੀ ਤੇ ਉਸੇ ਹੁਜਰੇ ਚ ਬਹਿ ਕੇ ਉਹਨਾਂ ਨੇ ਫੇਰ ਆਪਣੀ ਪੂਰੀ ਦੀ ਪੂਰੀ
ਹੀਰ ਲਿਖੀ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਮਲਕਾ ਹਾਂਸ ਵਿੱਚ ਹੀ ਉਹਨਾਂ ਨੇ ਬਹਿ ਕੇ ਪੂਰਾ ਕੰਮ ਮੁਕੰਮਲ ਕੀਤਾ। ਕੁਝ ਲੋਕਾਂ ਦਾ ਖਿਆਲ ਹੈ ਕਿ ਨਹੀਂ, ਵਾਪਸ ਜੰਡਿਆਲਾ ਆ ਗਏ ਤੇ ਜੰਡਿਆਲਾ ਸ਼ੇਰ ਖਾਨ ਆ ਕੇ ਉਹਨਾਂ ਨੇ ਇਹਨੂੰ ਸੰਵਾਰਿਆ ਤੇ ਇਹਨੂੰ ਫਾਈਨਲਾਈਜ਼ ਕੀਤਾ ਤੇ ਫਿਰ ਉਹਨਾਂ ਦੀ ਹੀਰ ਇੱਥੇ ਆ ਕੇ ਮੁਕੰਮਲ ਹੋਈ। ਅੱਛਾ, ਇਸ ਤੋਂ ਪਹਿਲਾਂ ਕਿ ਹੀਰ ਦੇ ਬਾਰੇ ਚ ਗੱਲ ਕਰੀਏ, ਉਹਨਾਂ ਦੀਆਂ ਜਿਹੜੀਆਂ ਦੂਜੀਆਂ ਕਿਤਾਬਾਂ ਨੇ ਉਹਨਾਂ ਬਾਰੇ ਮੈਂ ਬਸ ਜ਼ਿਕਰ ਕਰਦੇ ਹਾਂ ਬਿਲਕੁਲ ਬਰੀਫਲੀ ਕਿ ਹੀਰ ਰਾਂਝੇ ਦੇ ਇਲਾਵਾ ਇਬਰਤਨਾਮਾ ਵੀ ਇਹਨਾਂ ਦੀ ਇੱਕ ਮਸ਼ਹੂਰ ਕਿਤਾਬ ਹੈ। ਮੇਰਾਜਨਾਮਾ ਵੀ ਹੈ ਜਿਹਦੇ ਚ ਮੇਰਾਜ ਦਾ ਪੂਰਾ ਸਫ਼ਰ ਤੁਸੀਂ ਬਿਆਨ ਕੀਤਾ ਹੈ। ਉਸ਼ਤਰਨਾਮਾ ਵੀ ਹੈ, ਕੁਝ ਗਜ਼ਲਾਂ ਵੀ ਲਿਖੀਆਂ ਨੇ, ਸੱਸੀ ਪੰਨੂ ਦਾ ਕਿੱਸਾ ਵੀ ਲਿਖਿਆ ਜਿਹੜਾ ਇੰਨਾ ਮਸ਼ਹੂਰ ਨਹੀਂ ਹੋਇਆ ਜਿੰਨਾ ਹੀਰ ਰਾਂਝਾ ਮਸ਼ਹੂਰ ਹੋਇਆ ਹੈ। ਇਸ ਤੋਂ ਇਲਾਵਾ ਆਪਨੇ 13ਵੀਂ ਸਦੀ ਦੇ ਜਿਹੜੇ ਸ਼ਾਜ਼ਲੀ ਬਜ਼ੁਰਗ ਨੇ ਇਮਾਮ ਬੁਸੈਰੀ, ਉਹਨਾਂ ਦਾ ਕਸੀਦਾ ਬੁਰਦਾ ਸ਼ਰੀਫ ਵੀ ਪੰਜਾਬੀ ਚ ਮਨਜ਼ੂਮ ਉਹਦਾ ਤਰਜੁਮਾ ਕੀਤਾ ਹੈ। ਤੇ ਇੱਕ ਮੈਂ ਖਾਸ ਤੌਰ ਤੇ ਉਹਨਾਂ ਦੇ 2 ਸਫ਼ਿਆਂ ਦੀ ਇੱਕ ਨਜ਼ਮ ਹੈ ਜਿਹਨੂੰ ਚੁਹੇਟੜੀ ਨਾਮਾ ਕਹਿੰਦੇ ਨੇ, ਉਹਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗੀ। ਨਜ਼ਮ ਤੇ ਛੋਟੀ ਜਿਹੀ ਹੈ 2 ਸਫ਼ਿਆਂ ਦੀ, ਪਰ ਚੁਹੇਟੜੀ ਜਿਹੜੀ ਹੈ ਉਹ ਬੇਸਿਕਲੀ ਸਾਡੇ ਸਾਊਥ ਏਸ਼ੀਆ ਵਿੱਚ ਜਿਹੜੀ ਨਿਚਲੀ ਜ਼ਾਤ ਦੇ ਲੋਕ ਨੇ ਜਿਹਨੂੰ ਅਸੀਂ ਚੂੜੇ ਵੀ ਕਹਿੰਦੇ ਹਾਂ, ਤੇ ਉਹ ਬੇਸਿਕਲੀ ਇੱਕ ਚੂੜੀ ਖਾਤੂਨ ਯਾਨੀ ਕਿ ਚੁਹੇਟੜੀ ਬਾਰੇ ਚ ਹੈਗੀ ਹੈ। ਚੁਹੇਟੜੀ ਨਾਮਾ ਚ ਇੱਕ ਤੇ ਫੈਮਿਨਿਨ ਵੌਇਸ ਹੈ, ਉਹ ਆਪਣੇ ਆਪ ਨੂੰ ਉਹ ਚੂੜੀ ਔਰਤ ਜਿਹੜੀ ਚੁਹੇਟੜੀ ਹੈ ਉਹਦੀ ਜਗ੍ਹਾ ਤੇ ਰੱਖ ਕੇ ਉਹਦੀ ਮਿਜ਼ਰੀ, ਉਹਦੀ ਮਸਾਇਲ, ਉਹਦੀ ਜ਼ਿੰਦਗੀ ਦੇ ਬਾਰੇ ਚ ਸਾਨੂੰ ਉਹਦੇ ਜਜ਼ਬਾਤ, ਅਹਿਸਾਸਾਤ ਦੇ ਬਾਰੇ ਚ ਦੱਸਦੇ ਨੇ ਕਿ ਕਿਸ ਤਰ੍ਹਾਂ ਉਹਦੀ ਰੋਜ਼ ਬਿਸਤੀ ਹੁੰਦੀ ਏ, ਕਿਸ ਤਰ੍ਹਾਂ ਸਾਰਾ ਜੱਗ ਉਹਨੂੰ ਇੱਕ ਕਮਤਰ ਸਮਝਦਾ ਏ ਤੇ ਉਹ ਕਿਸ ਤਰ੍ਹਾਂ ਕੋਪ ਕਰਦੀ ਏ ਆਪਣੀ ਸਪਿਰਿਚੁਅਲ ਐਫਿਨਿਟੀ ਨਾਲ। ਇੱਕ ਵਾਹਿਦ ਉਹਦਾ ਜਿਹੜਾ ਉਹਨੂੰ escape ਏ ਆਪਣੀ ਇਸ ਆਈਡੈਂਟੀਟੀ ਤੋਂ, ਉਹ ਉਹਦੀ ਸਪਿਰਿਚੁਅਲ ਆਈਡੈਂਟੀਟੀ ਏ। ਇਹ ਤੇ ਬਰਥ ascribed rank ਹੈ ਨਾ ਕਿ ਉਹ ਚੂੜੀ ਪੈਦਾ ਹੋਈ ਹੈ ਤੇ ਚੂੜੀ ਮਰ ਜਾਏਗੀ, ਉਹਨੂੰ ਬਦਲ ਨਹੀਂ ਸਕਦੀ। ਪਰ ਜਿਹੜੀ ਸਪਿਰਿਚੁਅਲ ਉਹਦੀ ਆਈਡੈਂਟੀਟੀ ਹੈ ਉਹ ascriptive ਹੈ, ਜਿਹੜੀ ਉਹ ਖੁਦ ਅਡਾਪਟ ਕਰਕੇ ਆਪਣਾ ਤਲਕ ਜਿਹੜਾ ਹੈ ਉਹ ਸ਼ੇਖ ਅਬਦੁਲ ਕਾਦਰ ਜਿਲਾਨੀ ਨਾਲ ਉਹ ਜੋੜ ਰਹੀ ਹੈ। ਤੇ ਤੁਹਾਡੇ ਵਿੱਚੋਂ ਜਿਹੜੇ ਹਿਸਟਰੀ ਦੇ ਸ਼ੌਕੀਨ ਨੇ ਉਹ ਜਾਣਦੇ ਨੇ ਕਿ ਸਬੋਲਟਨ ਸਟੱਡੀਜ਼ ਦਾ ਵੀ ਪਰਸਪੈਕਟਿਵ ਇੱਕ ਹਿਸਟੋਰੀਅਨਸ ਬੜਾ ਉਹਦੇ ਬਾਰੇ ਚ ਗੱਲ ਕਰਦੇ ਨੇ ਕਿ ਸਬੋਲਟਨ ਬੇਸਿਕਲੀ ਉਹ ਤਬਕਾ ਹੈ, ਨਿਚਲਾ ਤਬਕਾ, ਜਿਹਦੇ ਬਾਰੇ ਚ ਬੜਾ ਮਸ਼ਹੂਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੀ। ਸਬੋਲਟਨ ਕਾਂਟ ਸਪੀਕ, ਬੜੀ ਮਸ਼ਹੂਰ ਗਿਆਤਰੀ ਸਪਿਵਕ ਦਾ ਇੱਕ ਆਰਟੀਕਲ ਵੀ ਇਹਦੇ ਬਾਰੇ ਚ। ਤੇ ਇਹਨੂੰ ਚੁਹੇਟੜੀ ਨਾਵਾਂ ਨੂੰ ਸਬੋਲਟਨ ਪਰਸਪੈਕਟਿਵ ਨਾਲ ਵੀ ਵੇਖਿਆ ਜਾ ਸਕਦਾ ਹੈ, ਫੈਮਿਨਿਨ ਪਰਸਪੈਕਟਿਵ ਨਾਲ ਵੀ ਵੇਖਿਆ ਜਾ ਸਕਦਾ ਹੈ, ਫੈਮਿਨਿਸਟ ਪਰਸਪੈਕਟਿਵ ਨਾਲ, ਕਿਉਂਕਿ ਇਹਦੇ ਵਿੱਚ ਸਬੋਲਟਨ ਪਰਸਪੈਕਟਿਵ ਦੇ ਹਵਾਲੇ ਨਾਲ ਚੁਹੇਟੜੀ ਦੀ ਇੱਕ ਡਬਲ ਜਾਂ ਟ੍ਰਿਪਲ ਮਾਰਜਨਲਾਈਜੇਸ਼ਨ ਦਾ ਬੇਸਿਕਲੀ ਜ਼ਿਕਰ ਹੈ ਕਿ ਇੱਕ ਤੇ ਉਹ ਚੂੜੀ ਹੈ ਤੇ ਉੱਤੋਂ ਇੱਕ ਔਰਤ ਹੈ, ਤੇ ਕਿਸ ਤਰ੍ਹਾਂ ਉਹ ਇੱਕ ਸੁਸਾਇਟੀ ਵਿੱਚ ਮਾਰਜਨਲਾਈਜੇਸ਼ਨ ਫੇਸ ਕਰ ਰਹੀ ਹੈ। ਤੇ ਇਹ ਬੜਾ ਅੱਛਾ ਟੈਕਸਟ ਹੈ ਸਬੋਲਟਨ ਸਟੱਡੀਜ਼ ਦੇ ਪਰਸਪੈਕਟਿਵ ਤੋਂ ਪੜ੍ਹਨ ਲਈ। ਅੱਛਾ, ਜਿਹੜੀ ਹੀਰ ਰਾਂਝੇ ਦੀ ਜਿਹੜੀ ਕਿਤਾਬ ਹੈ, ਸ਼ੁਰੂ ਇਸ ਕਿੱਸੇ ਦਾ ਜਿਹੜਾ ਹੈ ਉਹ ਹਮਦੀਆ ਅਸ਼ਾਰ ਨਾਲ ਹੁੰਦਾ ਹੈ ਤੇ ਬੜਾ ਮਸ਼ਹੂਰ ਸ਼ੇਰ ਹੈ ਕਿ ਅਵਲ ਹਮਦ ਖੁਦਾ ਦਾ ਜ਼ਿਦ ਕੀਜੇ, ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ, ਪਹਿਲੇ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ। ਬੜਾ ਮਸ਼ਹੂਰ ਸ਼ੇਰ ਹੈ, ਓਪਨਿੰਗ ਸ਼ੇਰ ਹੈ ਹੀਰ ਵਾਰਿਸ ਸ਼ਾਹ ਦਾ, ਜਿਹਦੇ ਚ ਬੇਸਿਕਲੀ ਜਿਹੜੀ ਲੌਲਾਕ ਦੀ ਰਿਵਾਇਤ ਹੈ ਕਿ ਜੀ ਅਸੀਂ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਮੈਂ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਪੈਦਾ ਹੀ ਇਸ ਲਈ ਕੀਤਾ ਕਿ ਜੱਗ ਇਸ ਲਈ ਬਣਾਇਆ ਕਿ ਰਸੂਲ ਨੂੰ ਪੈਦਾ ਕੀਤਾ ਸੀ। ਉਹ ਇਸ਼ਕ ਸੀ ਜਿਹੜਾ ਅੱਲਾਹ ਪਾਕ ਨੇ ਪਹਿਲਾਂ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨਾਲ ਕੀਤਾ ਤੇ ਫਿਰ ਉਹੀ ਪੂਰੀ ਕਾਇਨਾਤ ਤੇ ਪੂਰੀ ਦੁਨੀਆ ਦੀ ਤਖਲੀਕ ਦੀ ਇੱਕ ਵਜ੍ਹਾ ਬਣ ਗਿਆ। ਤੇ ਇਹਦਾ ਹਵਾਲਾ ਬਿਲਕੁਲ ਓਪਨਿੰਗ ਸ਼ੇਰ ਚ ਆਉਂਦਾ ਹੈ। ਉਹਦੇ ਹਮ ਦੇ ਬਾਅਦ ਫਿਰ ਨਾਤੀਆ ਸ਼ਾਰ ਨੇ, ਫਿਰ ਸ਼ੇਖ ਅਬਦੁਲ ਕਾਦਰ ਜਿਲਾਨੀ ਦੇ ਬਾਰੇ ਚ ਉਹ ਅਸ਼ਾਰ ਲਿਖਦੇ ਨੇ, ਤਾਰੀਫੀ ਕਲਮਾਤ ਨੇ, ਫਿਰ ਬਾਬਾ ਫਰੀਦ ਦੇ ਬਾਰੇ ਚ ਵੀ ਉਹ ਲਿਖਦੇ ਨੇ, ਆਪਣੀ ਜ਼ਾਹਿਰ ਹੈ ਉਹਨਾਂ ਦੀ ਚਿਸ਼ਤੀ ਨਿਸਬਤ ਹੈ ਤੇ ਬਾਬਾ ਫਰੀਦ ਦਾ ਮਕਾਮ ਬੜਾ ਉਹਨਾਂ ਨੇ ਦੱਸਿਆ ਹੈ। ਤੇ ਉਹਦੇ ਬਾਅਦ ਫਿਰ ਕਿੱਸਾ ਲਿਖਣ ਦੀ ਵਜ੍ਹਾ ਤੇ ਫਿਰ ਅੱਗੇ ਜਾ ਕੇ ਉਹ ਪੂਰਾ ਇਹ ਕਿੱਸਾ
ਬਿਆਨ ਕਰਦੇ ਨੇ। ਅੱਛਾ, ਇਹ ਜਿਹੜਾ ਕਿੱਸਾ ਹੈ ਤੁਸੀਂ ਸਾਰੇ ਫੈਮਿਲੀਅਰ ਹੋ ਕਿ ਹੀਰ ਰਾਂਝਾ ਇੱਕ ਲਵ ਸਟੋਰੀ ਹੈ ਤੇ ਉਹਦੇ ਵਿੱਚ ਕਾਫੀ ਸਾਰੇ ਕਿਰਦਾਰ ਨੇ। ਹੀਰ ਦੀ ਮਾਂ ਮਲਕੀ, ਉਹਦਾ ਪਿਓ ਚੂਚਕ ਹੈ, ਉਹਦਾ ਚਾਚਾ ਜਿਹੜਾ ਕੈਦੂ ਉਹ ਵਿਲਨ ਦਾ ਕਿਰਦਾਰ ਹੈ, ਉਹਦੀ ਨਨਾਣ ਜਿਹੜੀ ਹੈ ਉਹ ਸਹਿਤੀ ਹੈ, ਜਿਹੜੀ ਸੈਦਾ ਜਿਹੜਾ ਉਹਦਾ ਖਾਵੰਦ ਹੈ, ਉਹਦੀ ਭੈਣ ਵੀ ਹੈ ਜਿਹਦਾ ਮੁਰਾਦ ਬਲੋਚ ਨਾਲ ਜਿਹਦਾ ਅਫੇਅਰ ਵੀ ਹੈ। ਫਿਰ ਦੀਦੂ ਰਾਂਝਾ ਤੇ ਹੈ ਹੀ ਹੈ ਜਿਹੜਾ ਹੀਰੋ ਹੈ, ਤਖਤ ਹਜ਼ਾਰੇ ਦਾ ਰਹਿਣ ਵਾਲਾ ਜਨਾਬ ਦੇ ਕੋਲ ਜਾਟ ਹੈ ਤੇ ਕਿਸ ਤਰ੍ਹਾਂ ਉਹ ਇਸ਼ਕ ਗ੍ਰਿਫਤਾਰ ਹੁੰਦਾ ਹੈ ਤੇ ਫਿਰ ਉਹ ਹੀਰ ਜਦ ਉਹਨੂੰ ਨਹੀਂ ਮਿਲਦੀ ਤੇ ਉਹ ਫਿਰ ਜੋਗ ਲੈਂਦਾ ਹੈ ਤੇ ਬਾਲਨਾਥ ਜੋਗੀ ਤੇ ਕੋਲ ਜਾਂਦਾ ਹੈ ਤੇ ਉਹ ਪੂਰਾ ਦਾ ਪੂਰਾ ਪਲਾਟ ਜਿਹੜਾ ਹੈ ਆਮ ਸ਼ੋਰ ਤੁਸੀਂ ਉਹਦੇ ਨਾਲ ਜਿਹੜਾ ਫੈਮਿਲੀਅਰ ਹੋ। ਅੱਛਾ, ਇੱਥੇ ਮੈਂ ਜਿਹੜੀ ਇਹਦੀ ਕੁਝ ਖਾਸੀਅਤਾਂ ਨੇ ਇਸ ਕਿੱਸੇ ਦੀ ਉਹ ਮੈਂ ਥੋੜੀ ਬਿਆਨ ਕਰਾਂ ਕਿਉਂਕਿ ਮੇਰਾ ਖਿਆਲ ਹੈ ਕਿ ਸਾਡੇ ਕੋਲ ਟਾਈਮ ਕਮ ਹੈ। ਕਿੱਸੇ ਦਾ ਜਿਹੜਾ ਪਲਾਟ ਹੈ, ਕਹਾਣੀ, ਉਹ ਮੇਰਾ ਖਿਆਲ ਹੈ ਕਿ ਤੁਸੀਂ ਕਾਫੀ ਫੈਮਿਲੀਅਰ ਹੋ ਉਹਦੇ ਨਾਲ ਸਾਰੇ। ਇਹਦੇ ਚ ਜਿਹੜੇ ਡਾਇਲੌਗਸ ਨੇ ਸਾਰਾ ਡਾਇਲੌਗ ਦੀ ਸ਼ਕਲ ਚ ਲਿਖਿਆ ਗਿਆ ਹੈ ਕਿ ਹੀਰ ਦਾ ਡਾਇਲੌਗ ਰਾਂਝੇ ਨਾਲੇ, ਜੋਗੀ ਨਾਲੇ, ਮਾਂ ਨਾਲੇ, ਆਪਣੇ ਪਿਓ ਨਾਲੇ, ਕਾਜ਼ੀ ਨਾਲੇ ਤੇ ਫਿਰ ਡਾਇਲੌਗ ਦੇ ਅਖੀਰ ਚ ਜਿਹੜੇ ਵਾਰਿਸ ਸ਼ਾਹ ਨੇ ਉਹ ਫਿਰ ਇੱਕ ਹਿਕਮਤ ਦੀ ਗੱਲ ਕਰਦੇ ਨੇ, ਪਤੇ ਦੀ ਗੱਲ ਕਰਦੇ ਨੇ ਤੇ ਸਾਰੀ ਗੱਲ ਨੂੰ ਸਮੋ ਕੇ ਫਿਰ ਕੋਈ ਉਹਦੇ ਵਿੱਚੋਂ ਕੋਈ ਅਖਲਾਕੀ ਨਤੀਜਾ ਕੱਢਦੇ ਨੇ ਜਾਂ ਕੋਈ ਇੰਜ ਦੀ ਗੱਲ ਕਰਦੇ ਨੇ ਜਿਹੜਾ ਤਸਵੁਫ ਦੇ ਨਾਲ ਕੋਈ ਜਿਹਦਾ ਰਬਤ ਬੰਦਾ ਹੈ। ਅੱਛਾ, ਇਹ ਜਿਹੜਾ ਕਿੱਸਾ ਹੈ ਬੜਾ ਇੰਟਰਸਟਿੰਗ ਹੈ ਕਈ ਹਵਾਲਿਆਂ ਨਾਲ, ਮਿਸਟਿਕ ਸਿੰਬਲਿਜ਼ਮ ਵੀ ਹੈ ਤੇ ਜਿਹੜਾ ਮੈਂ ਇੱਕ ਚੀਜ਼ ਖਾਸ ਤੌਰ ਤੇ ਮੈਂ ਹਾਈਲਾਈਟ ਕਰਨਾ ਚਾਹਾਂਗੀ ਕਿ ਇਹ ਜ਼ਿਕਰ ਤੇ ਬੜਾ ਮਿਲਦਾ ਹੈ ਕਿ ਮੁਸਲਮਾਨ ਸੂਫੀਆਂ ਕੋਲ ਜਿਹੜੇ ਹਿੰਦੂ ਵੀ ਆਂਦੇ ਸੀ, ਉਹ ਮੁਰੀਦ ਵੀ ਹੁੰਦੇ ਸੀ ਤੇ ਆਪਣਾ ਮਜ਼ਹਬ ਤਬਦੀਲ ਕੀਤੇ ਬਗੈਰ ਉਹਨਾਂ ਦੇ ਮੁਰੀਦ ਹੋ ਕੇ ਉਹਨਾਂ ਆਪਣੀ ਰੂਹਾਨੀ ਤਰੱਕੀ ਦਾ ਸਫ਼ਰ ਕਰਦੇ ਸੀ। ਇਹ ਜ਼ਿਕਰ ਨਿਸਬਤਨ ਘੱਟ ਮਿਲਦਾ ਹੈ ਕਿ ਕਿਸ ਤਰ੍ਹਾਂ ਮੁਸਲਮਾਨ ਜਿਹੜੇ ਨੇ ਉਹ ਹਿੰਦੂ ਜੋਗੀਆਂ ਕੋਲ ਜਾ ਕੇ ਉਹਨਾਂ ਤੋਂ ਵੀ ਰੂਹਾਨੀਅਤ ਤੇ ਫੈਜ਼ ਪਾਉਂਦੇ ਸੀ। ਤੇ ਇਹ ਜਿਹੜਾ ਕਿੱਸਾ ਹੈ ਇਹਦੇ ਵਿੱਚ ਇਹ ਜਿਹੜਾ ਹਿੰਦੂ ਮੁਸਲਿਮ ਸਿਨਕ੍ਰੈਟਿਕ ਟ੍ਰੈਡੀਸ਼ਨ ਹੈ ਜਿਹੜੀ ਤੁਹਾਨੂੰ ਪੰਜਾਬ 'ਚ ਦਿਸਦੀ ਹੈ ਤੇ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ 16ਵੀਂ ਸਦੀ ਤੇ ਔਨਵਰਡਸ ਜਿਹੜਾ ਪੰਜਾਬ ਹੈ ਸਦੀਆਂ ਦਾ ਪੂਰਾ 16ਵੀਂ ਦੇ ਬਾਅਦ 17ਵੀਂ 18ਵੀਂ 19ਵੀਂ ਇਹ ਉਹ ਜ਼ਮਾਨਾ ਹੈ ਜਦ ਸਿਨਕ੍ਰੈਟਿਕ ਟ੍ਰੈਡੀਸ਼ਨ ਤੁਹਾਨੂੰ ਜ਼ਿਆਦਾ ਇੱਥੇ ਨਜ਼ਰ ਆਉਂਦੀ ਹੈ, ਜਦ ਕ੍ਰਿਸ਼ਨਾ ਦੇ ਮਾਨਣ ਵਾਲੇ, ਨਾਥ ਯੋਗ ਦੇ ਮਾਨਣ ਵਾਲੇ ਯੋਗੀ ਭਗਤੀ ਐਲੀਮੈਂਟ ਇੱਥੇ ਜ਼ਿਆਦਾ ਇਨਫਿਊਜ਼ ਕਰਦਾ ਹੈ, ਇਹ ਐਲੀਮੈਂਟ ਇਨਕੋਰਪੋਰੇਟ ਹੁੰਦੇ ਨੇ ਤੇ ਫਿਰ ਜਿਹੜਾ ਅਦਬ ਇੱਥੇ ਤਖਲੀਕ ਹੋਇਆ ਹੈ ਉਹਦੇ ਵਿੱਚ ਇਹਦਾ ਬੜਾ ਅੱਛਾ ਮੈਨੀਫੈਸਟੇਸ਼ਨ ਵੀ ਤੁਹਾਨੂੰ ਲੱਭਦਾ ਹੈ। ਜਦ ਰਾਂਝੇ ਦਾ ਦਿਲ ਟੁੱਟਦਾ ਹੈ, ਉਹਨੂੰ ਨਈ ਹੀਰ ਦਾ ਰਿਸ਼ਤਾ ਮਿਲਦਾ ਤੇ ਉਹ ਦੁਨੀਆ ਛੱਡ ਕੇ ਆਪਣਾ ਤਖਤ ਹਜ਼ਾਰਾ ਛੱਡ ਕੇ ਤੇ ਟਿੱਲਾ ਜੋਗੀਆਂ ਜਾਂਦਾ ਹੈ। ਟਿੱਲਾ ਜੋਗੀਆਂ ਜਿਹੜਾ ਹੈ ਸਾਲਟ ਰੇਂਜ ਵਿੱਚ ਇੱਕ ਐਂਸ਼ੀਐਂਟ ਹਿੰਦੂ ਸਾਈਟ ਹੈ। ਉੱਥੇ ਜਾ ਕੇ ਉਹ ਬਾਲਨਾਥ ਜੋਗੀ ਜਿਹੜਾ ਹੈ ਗੋਰਖਨਾਥ ਜੋਗੀ ਦਾ ਪੂਰਾ ਇੱਕ ਸਿਲਸਿਲਾ ਹੈ ਜਿਹਨੂੰ ਕੰਨ ਫਟੇ ਜੋਗੀ ਕਹਿੰਦੇ ਨੇ। ਕੰਨ ਫਟੇ ਇਸ ਲਈ ਕਿ ਉਹ ਕੰਨ ਛਿਦਵਾ ਕੇ ਵਿੱਚ ਮੁੰਦਰਾ ਪਾਉਂਦੇ ਸੀ। ਇਹ ਉਹਨਾਂ ਦਾ ਇੱਕ ਸਿੰਬਲ ਸੀ, ਇੱਕ ਉਹਨਾਂ ਦੇ ਕਿ ਜੋ ਉਹਨਾਂ ਦਾ ਮੁਰੀਦ ਬੰਦਾ ਹੈ, ਜੋਗ ਲੈਂਦਾ ਹੈ ਤੇ ਉਹ ਉਹਨਾਂ ਦੇ ਕੰਨ ਛਿਦਵਾ ਕੇ ਵਿੱਚ ਮੁੰਦਰਾ ਪਾਉਂਦੇ ਸੀ ਤੇ ਉਹ ਉੱਥੇ ਜਾਂਦਾ ਹੈ, ਬਾਲਨਾਥ ਜੋਗੀ ਤੋਂ ਜੋਗ ਲੈਂਦਾ ਹੈ, ਉਹ ਸਬਕ ਸਿੱਖਦਾ ਹੈ ਤੇ ਜਿਹੜੇ ਡਾਇਲੌਗ ਬਾਲਨਾਥ ਜੋਗੀ ਦੇ ਨਾਲ ਰਾਂਝੇ ਦੇ ਨੇ ਉਹਦੇ ਵਿੱਚ ਬੜੀ ਸਾਰੀ ਤਸਵੁਫ ਦੀ ਜਿਹੜੀ ਬਹਿਸ ਹੈ ਨਾ ਉਹ ਤੁਹਾਨੂੰ ਇਸ ਕਿੱਸੇ ਵਿੱਚ ਜਿਹੜੀ ਮਿਲਦੀ ਹੈ। ਮਿਸਾਲ ਦੇ ਤੌਰ ਤੇ ਬੜਾ ਮਸ਼ਹੂਰ ਮਿਸਰਾ ਹੈ ਕਿ ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁੱਧ ਬਾਜ ਨਾ ਰਹਿੰਦੀ ਖੀਰ ਮੀਆਂ। ਇਹ ਰਾਂਝੇ ਤੇ ਬਾਲਨਾਥ ਦੇ ਸਵਾਲ ਜਵਾਬ ਦੇ ਡਾਇਲੌਗ ਹੋ ਰਹੇ ਨੇ ਜਿਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਇਹ ਰਸਤਾ ਜਿਹੜਾ ਹੈ ਇਹਦੇ ਤੇ ਮੁਰਸ਼ਦ ਫਕਰ ਦੀ ਰਾਹ ਤੇ ਮੁਰਸ਼ਦ ਹੱਥ ਆਣਾ ਜ਼ਰੂਰੀ ਹੈ, ਉਹਦੀ ਅਹਿਮੀਅਤ ਹੈ ਤੇ ਬਿਨਾ ਮੁਰਸ਼ਦ ਰਾਹ ਹੱਥ ਨਹੀਂ ਆਉਂਦਾ। ਇੰਜ ਹੀ ਹੈ ਕਿ ਦੁੱਧ ਦੇ ਬਗੈਰ ਖੀਰ ਨਹੀਂ ਜੰਮ ਸਕਦੀ।
ਖੀਰ ਨਹੀਂ ਬਣ ਸਕਦੀ। ਤੇ ਇਹ ਉਹੀ ਗੱਲ ਏ। ਤੇ ਇਹ ਜਿਹੜੇ ਡਾਇਲੌਗ ਨੇ ਇਹਦੇ ਵਿੱਚ ਤੁਸੀਂ ਵੇਖੋ ਕਿ ਉਹ ਕਿਸ ਤਰ੍ਹਾਂ ਤਸਵੁਫ ਦੇ ਉਹਨੂੰ ਅਖਲਾਕੀ ਦਰਸ ਵੀ ਦੇ ਰਿਹਾ ਹੈ, ਸਬਰ ਦਾ, ਸਿਦਕ ਦਾ, ਤੌਬਾ ਦਾ, ਮੁਰਸ਼ਦ ਦੀ ਅਹਿਮੀਅਤ ਤੇ ਜ਼ਰੂਰਤ ਵੀ ਦੱਸ ਰਿਹਾ ਹੈ। ਤੇ ਦੁਨੀਆ ਕਿੰਨੀ ਫਾਨੀ ਹੈ, ਕਿੰਨੀ ਬੇਸਬਾਤੀ ਹੈ, ਉਹਦਾ ਵੀ ਸਾਰਾ ਦਰਸ ਸਾਨੂੰ ਇਹਦੇ ਵਿੱਚ ਜਿਹੜਾ ਇਹਨਾਂ ਡਾਇਲੌਗਸ ਵਿੱਚ ਮਿਲ ਰਿਹਾ ਹੈ। ਅੱਛਾ, ਇਹਦੇ ਇਲਾਵਾ ਜਿਹੜੀ ਬੜੀ ਇੱਕ ਅਹਿਮ ਡਾਇਮੈਂਸ਼ਨ ਹੈ ਇਸ ਕਿੱਸੇ ਦੀ, ਉਹ ਇਹਦੇ ਵਿੱਚ ਔਰਤ ਦਾ ਕਿਰਦਾਰ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕਿੱਸਾ ਹੀਰ ਵਾਰਿਸ ਸ਼ਾਹ ਜਿਹੜਾ ਹੈ ਉਹਦੀ ਇੱਕ ਫੈਮਿਨਿਸਟ ਰੀਡਿੰਗ ਵੀ ਬੜੀ ਅੱਛੀ ਹੋ ਸਕਦੀ ਹੈ ਕਿ ਕਿਸ ਤਰ੍ਹਾਂ ਇਸ ਕਿੱਸੇ ਵਿੱਚ ਹੀਰ ਦਾ ਕਿਰਦਾਰ ਪੋਰਟਰੇ ਕੀਤਾ ਗਿਆ ਹੈ। ਅਜ਼ੰਪਸ਼ਨ ਤੇ ਇਹ ਹੈਗੀ ਹੈ ਕਿ ਪੰਜਾਬ ਵਿੱਚ ਐਬਸੋਲੂਟ ਪੈਟਰੀਆਰਕੀ ਸੀ, ਪਰ ਜਿਹੜਾ ਕਿਰਦਾਰ ਹੀਰ ਦਾ ਸਾਨੂੰ ਨਜ਼ਰ ਆਉਂਦਾ ਹੈ ਉਹ ਬੜੀ ਐਨਲਾਈਟਨਡ ਤੇ ਬੜੀ ਬੋਲਡ ਖਾਤੂਨ ਹੈ, ਜਿਹੜੀ ਆਪਣੀ ਮਾਂ ਨਾਲ ਵੀ ਬਹਿਸ ਕਰਦੀ ਹੈ ਤੇ ਨਿਕਾਹ ਦੇ ਵੇਲੇ ਜਿਹੜਾ ਕਾਜ਼ੀ ਹੈ ਉਹਦੇ ਨਾਲ ਵੀ ਸ਼ਰਅ ਦੀ ਬਹਿਸ ਕਰਦੀ ਹੈ। ਅੱਛਾ, ਜਿਹੜਾ ਡਾਇਲੌਗ ਨਿਕਾਹ ਦੇ ਵੇਲੇ ਕਾਜ਼ੀ ਨਾਲ ਹੁੰਦਾ ਹੈ ਹੀਰ ਦਾ, ਉਹ ਬਿਲਕੁਲ ਉਹੀ ਡਾਇਲੌਗ ਹੈ, ਉਹ ਬਹਿਸ ਹੈ ਜਿਹੜੀ ਅਸੀਂ ਤਰੀਕਤ ਵਰਸਸ ਸ਼ਰੀਅਤ ਦੀ ਜਿਹੜੀ ਡਿਬੇਟ ਹੈ। ਦੋ ਕੈਰੈਕਟਰਸ ਨੇ ਤੇ ਉਹਨਾਂ ਦਾ ਬਿਲਕੁਲ ਡਾਇਆਮੈਟ੍ਰਿਕਲੀ ਆਪੋਜ਼ਿਟ ਵਰਲਡ ਵਿਊ ਹੈ। ਇੱਕ ਇਸ਼ਕ ਦੀ ਗੱਲ ਕਰ ਰਿਹਾ ਹੈ ਤੇ ਇੱਕ ਸ਼ਰਅ ਦੀ ਗੱਲ ਕਰ ਰਿਹਾ ਹੈ, ਤੇ ਉਹ ਜਿਹੜੀ ਸਾਰੀ ਉਹਨਾਂ ਡਾਇਲੌਗ ਵਿੱਚ ਡਿਬੇਟ ਹੈ ਉਹ ਬੇਸਿਕਲੀ ਇਹ ਸ਼ਰਅ ਤੇ ਇਸ਼ਕ ਜਾਂ ਤਰੀਕਤ ਵਰਸਸ ਸ਼ਰੀਅਤ ਦੀ ਸਾਰੀ ਡਿਬੇਟ ਜਿਹੜੀ ਹੈ ਤੁਹਾਨੂੰ ਉਹਦੇ ਵਿੱਚ ਲੱਭਦੀ ਹੈ। ਅੱਛਾ, ਇਹਦੇ ਵਿੱਚ ਜਿਹੜਾ ਇੱਕ ਦੂਜਾ ਜਿਹੜਾ ਡਾਇਲੌਗ ਹੈ ਉਹ ਜਿਹੜਾ ਰਾਂਝੇ ਦਾ ਡਾਇਲੌਗ ਹੈ, ਜਿਹੜੇ ਕਾਜ਼ੀ ਦੇ ਨਾਲ ਹੁੰਦਾ ਹੈ, ਜਿਹੜਾ ਮੁਕੱਦਮਾ ਜਦ ਰਾਂਝੇ ਦੇ ਖਿਲਾਫ ਚੱਲਦਾ ਹੈ ਤੇ ਉੱਥੇ ਵੀ ਬੜਾ ਸਟਰੋਂਗ ਜਿਹੜੇ ਨੇ ਉਹ ਕਾਜ਼ੀ ਦੇ ਨਾਲ ਉਹਦੇ ਡਾਇਲੌਗ ਮਿਲਦੇ ਨੇ। ਇੱਕ ਰਾਂਝੇ ਦਾ ਜਿਹੜਾ ਮਸਜਿਦ ਦੇ ਮੁੱਲਾ ਨਾਲ ਜਿਹੜਾ ਡਾਇਲੌਗ ਹੈ ਉਹ ਬੇਸਿਕਲੀ ਬੜਾ ਇੰਟਰਸਟਿੰਗ ਹੈ ਕਿ ਜਦ ਰਾਂਝਾ ਆਪਣੇ ਘਰੋਂ ਤਖਤ ਹਜ਼ਾਰੇ ਤੋਂ ਨਿਕਲਦਾ ਹੈ, ਉਹਦੇ ਭਰਾ ਭਾਬੀਆਂ ਦਾ ਸਲੂਕ ਠੀਕ ਨਹੀਂ, ਵਾਲਿਦ ਦੇ ਪਿਓ ਦੇ ਮਰਨ ਦੇ ਬਾਅਦ ਉਹ ਜ਼ਮੀਨ ਵੀ ਖੋ ਲੈਂਦੇ ਨੇ, ਉਹਨੂੰ ਹਿੱਸਾ ਨਹੀਂ ਦਿੰਦੇ, ਤੇ ਉਹ ਛੱਡ ਕੇ ਤਖਤ ਹਜ਼ਾਰਾ ਉਹ ਜਦ ਨਿਕਲਦਾ ਹੈ ਤੇ ਰਾਤ ਪੈਂਦੀ ਹੈ ਤੇ ਇੱਕ ਮਸੀਤ ਜਾ ਕੇ ਉਹ ਸੌ ਜਾਂਦਾ ਹੈ। ਮਸੀਤ ਤੇ ਜਦ ਪਹੁੰਚਦਾ ਤੇ ਉੱਥੇ ਉਹਦੇ ਕੋਲ ਵੰਜਲੀ ਹੈ, ਬਾਂਸਰੀ ਹੈ, ਉਹ ਵਜਾਣਾ ਸ਼ੁਰੂ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਵਾਰਿਸ ਸ਼ਾਹ ਕਹਿੰਦੇ ਨੇ ਕਿ ਉਹ ਵਜਾ ਰਿਹਾ ਸੀ ਤੇ ਲੋਕੀ ਇਕੱਠੇ ਹੋ ਗਏ ਕਿ ਮਸੀਤ ਵਿੱਚੋਂ ਬਾਂਸਰੀ ਦੀ ਆਵਾਜ਼ ਕਿੱਥੋਂ ਆ ਰਹੀ ਹੈ। ਜਦ ਲੋਕ ਆਉਂਦੇ ਨੇ, ਸ਼ੋਰ ਪੈਂਦਾ ਏ ਤੇ ਵਾਰਿਸ ਸ਼ਾਹ ਕਹਿੰਦੇ ਨੇ ਕਿ ਜਦ ਸ਼ੋਰ ਪੈ ਗਿਆ ਤੇ ਥੋੜੀ ਦੇਰ ਬਾਅਦ ਫਿਸਾਦ ਦੀ ਜੜ ਤੇ ਝਗੜਿਆਂ ਦੀ ਪੰਡ ਵੀ ਉੱਥੇ ਪਹੁੰਚ ਗਈ। ਤੇ ਉਹ ਇਸ਼ਾਰਾ ਹੈ ਬੇਸਿਕਲੀ ਇਮਾਮੇ ਮਸਜਿਦ ਦਾ ਜਾਂ ਜਿਹੜਾ ਮਸੀਤ ਦਾ ਮੌਲਵੀ ਹੈ ਉਹਦੇ। ਅੱਛਾ, ਹੁਣ ਜਿਹੜਾ ਡਾਇਲੌਗ ਰਾਂਝੇ ਦਾ ਉਸ ਮਸੀਤ ਦੇ ਮੌਲਵੀ ਨਾਲ ਹੈ ਉਹ ਮੈਂ ਪੜ੍ਹ ਕੇ ਇੰਨੀ ਹੈਰਾਨ ਹੋਈ ਕਿ ਇਹ ਕਿੱਸਾ ਅੱਜ ਤੋਂ 250 ਸਾਲ ਪਹਿਲੇ ਲਿਖਿਆ ਗਿਆ, ਪਰ ਉਹ ਜਿਹੜਾ ਡਾਇਲੌਗ ਹੈ ਉਹ ਮੁੱਲਾ ਉਹਨੂੰ ਕਹਿੰਦਾ ਹੈ ਕਿ ਤੂੰ ਲੰਮੇ ਬਾਲ ਰੱਖੇ ਨੇ, ਪੱਟੇ ਰੱਖੇ ਨੇ ਤੇ ਇਹ ਤੇ ਸ਼ਰਅ ਦੇ ਖਿਲਾਫ ਹੈ, ਤੂੰ ਤੇ ਬੇਸ਼ਰਅ ਹੈ। ਫਿਰ ਉਹ ਕਹਿੰਦਾ ਹੈ ਕਿ ਤੇਰੇ ਜਿਹੜਾ ਕੱਪੜੇ ਨੇ ਟਖਨਿਆਂ ਤੋਂ ਥੱਲੇ ਲਟਕਦੇ ਨੇ, ਇਹ ਵੀ ਤੂੰ ਜਿਹੜਾ ਬੇਸ਼ਰਅ ਕੰਮ ਹੈ ਤੇਰਾ। ਫਿਰ ਉਹ ਕਹਿੰਦਾ ਹੈ ਕਿ ਤੇਰੀਆਂ ਮੁੱਛਾਂ ਛੋਟੀਆਂ ਨੇ, ਕੁਤਰੀਆਂ ਨੇ, ਤੇ ਇਹ ਵੀ ਤੂੰ ਜਿਹੜਾ ਸ਼ਰਅ ਦੇ ਖਿਲਾਫ ਕੰਮ ਕਰ ਰਿਹਾ ਹੈ। ਤੇ ਮੈਂ ਬੜੀ ਹੈਰਾਨ ਹੋਈ ਕਿ 250 ਸਾਲ ਪਹਿਲੇ ਦੇ ਪੰਜਾਬ ਵਿੱਚ ਵੀ ਉਹੀ ਰੌਲੇ ਗੋਲੇ ਸੀ ਜਿਹੜੇ ਅੱਜ ਸਾਡੇ ਪੰਜਾਬ ਵਿੱਚ ਤੁਹਾਨੂੰ ਜਿਹੜੇ ਨੇ ਉਹ ਦਿਸਦੇ ਨੇ। ਇਹ ਵੀ ਬੜਾ ਇੰਟਰਸਟਿੰਗ ਡਾਇਲੌਗ ਹੈਗਾ ਏ ਜਿਹਦੇ ਵਿੱਚ ਬੜੀ ਸਟ੍ਰਿੰਜੈਂਟ ਕ੍ਰਿਟੀਕ ਏ ਮੁੱਲਾ ਦੇ ਬਾਰੇ ਵਿੱਚ ਜਿਹੜੀ ਸਾਨੂੰ ਮਿਲਦੀ ਏ ਇਹਨਾਂ ਕਿਰਦਾਰਾਂ ਦੇ ਨਾਲ। ਤੇ ਇਸੇ ਲਈ ਕਿਹਾ ਜਾਂਦਾ ਹੈ ਕਿ ਜਿਹੜੇ ਸ਼ਾਇਰ ਨੇ, ਭਾਵੇਂ ਸੂਫੀ ਸ਼ਾਇਰ ਹੋਣ ਜਾਂ ਦੂਜੇ ਸ਼ਾਇਰ ਹੋਣ, ਉਹ ਮਾਸ਼ਰੇ ਦੇ ਬੜੇ ਨਬਾਜ਼ ਨੇ, ਯਾਨੀ ਕਿ ਨਬਜ਼ ਤੇ ਹੱਥ ਰੱਖਦੇ ਨੇ। ਉਹਨਾਂ ਨੂੰ ਮਾਸ਼ਰੇ ਦੇ ਮਿਜ਼ਾਜ ਦਾ ਪਤਾ ਹੈ, ਉਹਦੇ ਮਸਾਇਲ ਦਾ ਪਤਾ ਹੈ, ਤੇ ਉਹਨਾਂ ਨੂੰ ਮਾਸ਼ਰੇ ਦੀ ਸਮਝ ਹੈ।
ਅੱਛਾ, ਜਿਹੜੀ ਜਿੱਥੇ ਤਿਕਰ ਮਿਸਟਿਕ ਸਿੰਬਲਿਜ਼ਮ ਦਾ ਤਾਲੁਕ ਹੈ ਕਿ ਸੂਫੀਆਨਾ ਅਲਾਮਤਾਂ ਇਸਤੇਮਾਲ ਕੀਤੀਆਂ ਨੇ, ਸਾਰੇ ਸ਼ਾਇਰਾਂ ਨੇ ਆਪਣੀ ਸ਼ਾਇਰੀ ਵਿੱਚ ਬੜੀ ਸਿੰਬਲਿਜ਼ਮ ਇਸਤੇਮਾਲ ਕੀਤੀ ਹੈ। ਵਜ੍ਹਾ ਇਹ ਹੈਗੀ ਹੈ ਕਿ ਜਿਹੜਾ ਸੂਫੀ ਦਾ ਇੱਕ ਬੜਾ ਸਬਜੈਕਟਿਵ ਐਕਸਪੀਰੀਅੰਸ ਹੈ ਅੱਲਾਹ ਪਾਕ ਦੀ ਮੁਹੱਬਤ ਦਾ, ਅੱਲਾਹ ਪਾਕ ਦੇ ਇਸ਼ਕ ਦੇ ਬਾਰੇ ਚ, ਉਹਨੂੰ ਬਲੈਕ ਐਂਡ ਵਾਈਟ ਚ ਕਦੀ ਲਿਖਿਆ ਨਹੀਂ ਜਾ ਸਕਦਾ। ਉਹ ਇੰਨਾ ਸਬਜੈਕਟਿਵ ਹੈ, ਇੰਨਾ ਸਬਲਾਈਮ ਹੈ ਕਿ ਉਹਨੂੰ ਲਿਖਣਾ, ਉਹਨੂੰ ਅਲਫਾਜ਼ ਦੇ ਕਾਲਿਬ ਚ ਲਿਆਣਾ ਬੜਾ ਮੁਸ਼ਕਿਲ ਹੈ। ਇਸ ਲਈ ਉਹਦੇ ਲਈ ਉਹਨਾਂ ਨੇ ਜਿਹੜਾ ਮਜਾਜ਼ ਦਾ ਰੰਗ, ਗੱਲ ਇਸ਼ਕ ਹਕੀਕੀ ਦੀ ਹੈ ਪਰ ਉਹ ਮਜਾਜ਼ ਦੇ ਈਡੀਅਮ ਵਿੱਚ ਕੀਤੀ ਹੈ। ਇੱਕ ਤੇ ਪਹਿਲਾਂ ਕਿ ਵੀ ਲੋਕਾਂ ਨੂੰ ਸਮਝ ਆਏ, ਤੇ ਨੰਬਰ 2 ਪਪੂਲਰ ਅਪੀਲ ਵੀ ਲਈ। ਜੇ ਸਿਰਫ ਇਸ਼ਕ ਹਕੀਕੀ ਦੇ ਬਾਰੇ ਚ ਕੋਈ ਗੱਲ ਕਰੇ ਤੇ ਮੇਰਾ ਨਹੀਂ ਖਿਆਲ ਕਿ ਅਵਾਮੁਨ ਨਾਸ ਕਦੀ ਵੀ ਉਹਨੂੰ ਸੁਣਨਗੇ ਤੇ ਕਦੀ ਵੀ ਉਹਦੀ ਇੱਕ ਪਬਲਿਕ ਅਪੀਲ ਹੋਏਗੀ ਜਾਂ ਪਜ਼ੀਰਾਈ ਹੋਏਗੀ। ਤੇ ਇੱਕ ਤੇ ਇਹ ਵਜ੍ਹਾ ਹੈ। ਬਾਕੀ ਇਹ ਕਿ ਉਹ ਮਿਸਟਿਕ ਐਕਸਪੀਰੀਅੰਸ ਉਂਝ ਹੀ ਬਿਆਨ ਨਹੀਂ ਕੀਤਾ ਜਾ ਸਕਦਾ। ਜਦ ਤੁਸੀਂ ਉਹਨੂੰ ਮਜਾਜ਼ ਦੇ ਰੰਗ ਚ ਉਹਦੇ ਈਡੀਅਮ ਵਿੱਚ ਲੈ ਕੇ ਆਉਂਦੇ ਹੋ ਤੇ ਉਹ ਬੜਾ ਆਸਾਨ ਹੋ ਜਾਂਦਾ ਹੈ ਉਹਦੇ ਬਾਰੇ ਚ ਗੱਲ ਕਰਨਾ। ਅੱਛਾ, ਹੀਰ ਦਾ ਜਿਹੜਾ ਕਿਰਦਾਰ ਹੈ, ਜਿਹੜੇ ਤਮਾਮ ਇਹ ਕਿੱਸੇ ਨੇ, ਇਹਨਾਂ ਚ ਜਿਹੜੀ ਹੀਰੋਇਨ ਹੈ, ਜਿਹੜਾ ਫੀਮੇਲ ਕੈਰੈਕਟਰ ਹੈ, ਉਹ ਬੇਸਿਕਲੀ ਇਨਸਾਨੀ ਰੂਹ ਲਈ ਇਸਤਾਰਾ ਇਸਤੇਮਾਲ ਹੋਇਆ ਹੈ। ਰੂਹ ਦਾ ਤੁਹਾਨੂੰ ਪਤਾ ਹੈ ਕਿ ਜੋ ਸੀਗਾ ਅਸੀਂ ਇਸਤੇਮਾਲ ਕਰਦੇ ਨੇ ਉਹ ਮੁਅੰਨਸ ਦਾ ਸੀਗਾ ਹੈ, ਕਿ ਅਗਲੇ ਦੀ ਰੂਹ ਨਿਕਲ ਗਈ, ਰੂਹ ਦਾ ਮੁਅੰਨਸ ਦਾ ਸੀਗਾ ਹੈ। ਤੇ ਜਿਹੜੇ ਮੇਲ ਕੈਰੈਕਟਰਸ ਨੇ, ਜਿਹੜੇ ਹੀਰੋ ਨੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਮੇਲਸ ਨੇ, ਉਹ ਬੇਸਿਕਲੀ ਗੋਡ ਦਾ ਇੱਕ ਸਿੰਬਲ ਹੈ। ਤੇ ਇਹ ਬੜਾ ਇੰਟਰਸਟਿੰਗ ਹੈ ਕਿ ਸਿਰਫ ਰੂਹ ਦੀ ਅਰਜ ਜਾਂ ਤੜਪ ਨਹੀਂ ਜਿਹੜੀ ਅੱਲਾਹ ਪਾਕ ਤਿਕਰ ਜਾਣਦੀ ਹੈ, ਬਲਕਿ ਇਹ ਰੈਸੀਪ੍ਰੋਕਲ ਰਿਲੇਸ਼ਨਸ਼ਿਪ ਹੈ। ਸੂਫੀਆਂ ਵਿੱਚ ਇੱਕ ਬੜਾ ਇੱਕ ਤਸੱਵੁਰ ਮੌਜੂਦ ਹੈ ਕਿ ਜਦ ਕਿਸੇ ਬੰਦੇ ਦੇ ਦਿਲ ਵਿੱਚ ਅੱਲਾਹ ਪਾਕ ਦੀ ਮੁਹੱਬਤ ਜਾਗਦੀ ਹੈ ਤੇ ਉਹ ਅਸਲ ਵਿੱਚ ਅੱਲਾਹ ਦੀ ਮੁਹੱਬਤ ਹੈ। ਜੇ ਪਹਿਲਾਂ ਉਸ ਬੰਦੇ ਨਾਲ ਰੱਬ ਕਰਦਾ ਹੈ ਤੇ ਫਿਰ ਰੈਸੀਪ੍ਰੋਕਲੀ ਇਨਸਾਨ ਦੇ ਦਿਲ ਵਿੱਚ ਅੱਲਾਹ ਦੀ ਮੁਹੱਬਤ ਜਿਹੜੀ ਹੈ ਜਾਗਦੀ ਹੈ। ਤੇ ਇਹ ਨਹੀਂ ਹੈ ਕਿ ਇਨਸਾਨੀ ਰੂਹ ਹੈ ਤੇ ਉਹ ਬਸ ਪਿੱਛੇ ਚੱਲੀ ਹੈ ਤੇ ਮੇਲ ਕੈਰੈਕਟਰ ਦੇ ਪਿੱਛੇ ਉਹਦੀ ਮੁਹੱਬਤ ਚ ਵਾਰੀ ਨਿਆਰੀ ਹੋ ਰਹੀ ਹੈ, ਬਲਕਿ ਇਹ 2 ਵੇ ਰਿਲੇਸ਼ਨਸ਼ਿਪ ਹੈ। ਤੇ ਇਹਦੇ ਚ ਮੈਂ ਇੱਕ ਛੋਟੀ ਜਿਹੀ ਐਕਸੈਪਸ਼ਨ ਦੱਸਾਂ ਕਿ ਇਹ ਸਾਰਿਆਂ ਕਿੱਸਿਆਂ ਵਿੱਚ ਇਨਸਾਨੀ ਰੂਹ ਜਿਹੜੀ ਹੈ ਉਹ ਅਲਾਮਤ ਦੇ ਤੌਰ ਤੇ ਇਸਤੇਮਾਲ ਹੋਈ ਹੈ, ਤੇ ਫੀਮੇਲ ਕੈਰੈਕਟਰ ਨੇ ਜਿਹੜੇ ਹੀਰੋਇਨ, ਉਹ ਇਨਸਾਨੀ ਰੂਹ ਦੀ ਅਲਾਮਤ ਹੈ। ਵਾਹਿਦ ਐਕਸੈਪਸ਼ਨ ਜਿਹੜਾ ਹੈ ਉਹ ਕਿੱਸਾ ਸਫਰੁਲ ਇਸ਼ਕ ਜਿਹੜੀ ਮੀਆਂ ਮੁਹੰਮਦ ਬਖਸ਼ ਨੇ ਲਿਖਿਆ ਹੈ, ਉਹਦੇ ਵਿੱਚ ਸੈਫੁਲ ਮਲੂਕ ਤੇ ਬਦੀਉਲ ਜਮਾਲ ਦਾ ਕਿੱਸਾ ਹੈ। ਜਿਹੜੀ ਬਦੀਉਲ ਜਮਾਲ ਨਾਂ ਦੀ ਪਰੀ ਹੈ ਉਹ ਬੇਸਿਕਲੀ ਡਿਵਾਈਨ ਸਿੰਬਲ ਲਈ ਇਸਤੇਮਾਲ ਹੋਈ ਹੈ, ਤੇ ਜਿਹੜਾ ਸ਼ਹਿਜ਼ਾਦਾ ਮਿਸਰ ਦਾ ਸ਼ਹਿਜ਼ਾਦਾ ਹੈ ਸੈਫੁਲ ਮਲੂਕ, ਉਹ ਬੇਸਿਕਲੀ ਇੱਕ ਸਾਲਿਕ ਹੈ ਜਾਂ ਇੱਕ ਤੁਸੀਂ ਕਹਿ ਲਓ ਸੂਫੀ ਹੈ ਜਾਂ ਇਨਸਾਨੀ ਰੂਹ ਹੈ ਜਿਹੜੀ ਜਾ ਰਹੀ ਹੈ ਤੇ ਉਹਦੀ ਤਲਬ ਹੈ, ਤੜਪ ਹੈ ਅੱਲਾਹ ਵੱਲ ਮੁਹੱਬਤ ਦੀ। ਤੇ ਇਸ ਕੰਟੈਕਸਟ ਵਿੱਚ ਇਹਨਾਂ ਨੂੰ ਵੇਖਿਆ ਜਾ ਸਕਦਾ ਹੈ। ਅੱਛਾ, ਇਹਨਾਂ ਕਿੱਸਿਆਂ ਵਿੱਚ ਥੋੜੀ ਵੇਰੀਏਸ਼ਨ ਵੀ ਹੈ, ਕੋਈ ਸਟੈਂਡਰਡ ਕਿੱਸਾ ਤੁਹਾਨੂੰ ਨਹੀਂ ਲੱਭਦਾ। ਹੀਰ ਰਾਂਝੇ ਦਾ ਕਿੱਸਾ ਹੀ ਤੁਸੀਂ ਜੇ ਲਓ ਤੇ ਇਹਦੇ ਵਿੱਚ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਹੈਪੀ ਐਂਡਿੰਗ ਵੀ ਹੈ ਜਿਹੜਾ ਕਿੱਸਾ ਹੈ, ਤੇ ਜ਼ਿਆਦਾਤਰ ਲੋਕਾਂ ਨੇ ਟ੍ਰੈਜਿਕ ਲਿਖਿਆ ਹੈ। ਕਿਤੇ ਜਿਹੜੀ ਹੈ ਹੀਰ ਜ਼ਹਿਰ ਖਾ ਕੇ ਮਰਦੀ ਹੈ, ਕਿਤੇ ਬੇਲੇ ਚ ਉਹ ਦੋਵੇਂ ਪਿਆਸ ਦੇ ਨਾਲ ਮਰ ਜਾਂਦੇ ਨੇ। ਤੇ ਯਾਨੀ ਕਿ ਇਹਨਾਂ ਕਿੱਸਿਆਂ ਚ ਤੁਹਾਨੂੰ ਇਹ ਵੇਰੀਏਸ਼ਨ ਵੀ ਮਿਲਦੀ ਹੈ, ਤੇ ਇਹਨਾਂ ਨੂੰ ਮਿਸਟਿਕ ਰੰਗ ਵਿੱਚ ਦੇਖਣਾ ਚਾਹੀਦਾ ਹੈ। ਬੜਾ ਮੈਂ ਆਖਿਰ ਚ ਕਵਾਂਗੀ ਕਿ ਬੜੀ ਇੱਕ ਅਨਫੋਰਚੂਨੇਟ ਗੱਲ ਹੈ ਕਿ ਕਾਫੀ ਸਾਰੇ ਲੋਕ ਇਹਨਾਂ ਕਿੱਸੇ, ਖਾਸ ਤੌਰ ਤੇ ਹੀਰ ਦੇ ਕਿੱਸੇ ਵਿੱਚ ਜਿਹੜਾ ਥੋੜਾ ਜਿਹਾ ਤੁਹਾਨੂੰ ਸ਼ਾਇਦ ਇਰੋਟਿਕ ਦਾ ਵਰਡ ਤੇ ਨਹੀਂ ਇਸਤੇਮਾਲ ਕਰਨਾ ਚਾਹੀਦਾ, ਥੋੜਾ ਉਹਦਾ ਲਾਈਟਰ ਵਰਜ਼ਨ ਤੁਸੀਂ ਸਮਝ ਲਓ, ਜਿਹੜਾ ਅਲਫਾਜ਼ ਤੇ ਜਿਹੜੇ ਐਕਸਪ੍ਰੈਸ਼ਨਸ ਮਿਲਦੇ ਨੇ ਉਹਦੀ ਵਜ੍ਹਾ ਤੋਂ ਕਹਿੰਦੇ ਨੇ ਕਿ ਇਹ ਮਿਸਟਿਕ ਵਰਕ ਨਹੀਂ ਹੈ, ਇਹ ਕੀ ਸੂਫੀ ਦਾ ਇਹ ਕੰਮ ਨਹੀਂ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਕਿੱਸੇ
ਰੂਮੀ ਨੇ ਲਿਖੇ ਨੇ ਮਸਨਵੀ ਵਿੱਚ ਜਾਂ ਕਈ ਹੋਰ ਫਾਰਸੀ ਦੇ ਸੂਫੀਆਂ ਨੇ ਕਲਾਮ ਲਿਖੇ ਨੇ, ਉਹਦੇ ਵਿੱਚ ਵੀ ਬੜੀ ਖੁੱਲੀ ਡੁੱਲੀ ਗੱਲ ਉਹਨਾਂ ਨੇ ਕੀਤੀ ਹੈ, ਕਿਉਂਕਿ ਜਿਹੜਾ ਪੂਰਾ ਦਾ ਪੂਰਾ ਜਿਹੜਾ ਲਿਟਰਰੀ ਕਨਵੈਨਸ਼ਨ ਹੈ ਪਰਸ਼ੀਅਨੇਟ ਵਰਲਡ ਦੀ, ਉਹਦੇ ਵਿੱਚ ਇਹ ਚੀਜ਼ ਕਾਬਿਲ ਕਬੂਲ ਸਮਝੀ ਜਾਂਦੀ ਸੀ ਕਿ ਤੁਸੀਂ ਥੋੜਾ ਇਰੋਟਿਕ ਵੇ ਨਾਲ ਚੀਜ਼ਾਂ ਨੂੰ ਗੱਲ ਕਰਕੇ ਤੇ ਆਪਣੇ ਕੋਈ ਅਖਲਾਕੀ ਦਰਸ ਜਿਹੜਾ ਕੱਢਦੇ ਹੋ। ਮੈਂ ਕਹਿੰਦੀ ਹਾਂ ਕਿ ਸਿਰਫ ਇਸ ਵਜ੍ਹਾ ਤੋਂ ਅਸੀਂ ਇਸ ਕਿਸੇ ਨੂੰ ਡਿਸਕ੍ਰੈਡਿਟ ਨਹੀਂ ਕਰ ਸਕਦੇ ਕਿ ਇਹ ਮਿਸਟਿਕ ਸਿੰਬਲਿਜ਼ਮ ਇਹਦੇ ਵਿੱਚ ਨਹੀਂ ਹੈ, ਜੇ ਕਿ ਕਾਫੀ ਸਾਰੇ ਲੋਕਾਂ ਨੇ ਇਹ ਆਰਗੂਮੈਂਟ ਦਿੱਤਾ ਹੈ। ਇਹਦੇ ਵਿੱਚ ਬੜੀ ਡੀਪ ਮਿਸਟਿਕ ਸਿੰਬਲਿਜ਼ਮ ਹੈ ਤੇ ਉਹਨੂੰ ਜਿਹੜਾ ਜਦ ਤੁਸੀਂ ਇਸ ਅੱਖ ਨਾਲ ਪੜੋ ਤੇ ਫਿਰ ਉਹ ਜ਼ਰੂਰ ਦਿਸਦੀ ਹੈ, ਜੇ ਇਸ ਅੱਖ ਨਾਲ ਨਹੀਂ ਪੜੋਗੇ ਤੇ ਫਿਰ ਤੁਹਾਨੂੰ ਵਿੱਚ ਇਰੋਟਿਕ ਐਕਸਪ੍ਰੈਸ਼ਨਸ ਹੀ ਲੱਭਣਗੇ, ਹੋਰ ਕੁਝ ਨਹੀਂ ਲੱਭੇਗਾ। ਮੇਰਾ ਖਿਆਲ ਹੈ ਕਿ ਮੈਂ ਇੱਥੇ ਰੁਕਨੀ ਆ ਤੇ ਕੁਝ ਹੋਰ ਅਸੀਂ ਕੁਝ ਗੱਲਬਾਤ ਕਰ ਲੈਣੇ ਆ ਜੀ। ਜੀ ਡਾਕਟਰ ਸਾਹਿਬ ਬੜੀ ਮਿਹਰਬਾਨੀ ਤੁਹਾਡੀ, ਬੜੀ ਤਫਸੀਲਨ ਤੁਸੀਂ ਕਿੱਸਿਆਂ ਦੇ ਕਾਫੀ ਗੋਸ਼ੇ ਬਿਆਨ ਕੀਤੇ ਨੇ। ਬਸ ਮੈਂ ਭੱਟੀ ਸਾਹਿਬ ਨੇ ਕੋਈ ਸਵਾਲ ਲਿਖੇ ਨੇ, ਮੈਂ ਸਿਰਫ ਇੱਕ ਆਪਣੇ ਵੱਲੋਂ ਇਹ ਗੱਲ ਬੜੀ ਮੈਨੂੰ ਪਿੱਛੇ ਅਸੀਂ ਬਾਏ ਬੁੱਲੇ ਸ਼ਾਹ ਦਰਬਾਰ ਜਾਣਾ ਹੋਇਆ ਤੇ ਚੂੰਕਿ ਲਾਹੌਰ ਅਸੀਂ ਰਹਿੰਦੇ ਹਾਂ ਤੇ ਇੱਥੇ ਉਹਨਾਂ ਦੇ ਮੁਰਸ਼ਦ ਸ਼ਾਹ ਨੈਤ ਕਾਦੀ ਰਹਿੰਦੇ ਨੇ, ਤੇ ਸਿਰਫ ਇੱਕ ਗੱਲ ਨੂੰ ਵਧਾਉਂਦੇ ਹੋਏ ਕਿ ਬਾਏ ਬੁੱਲੇ ਸ਼ਾਹ ਆਖਦੇ ਨੇ ਜੀ ਕਿ ਮੈਂ ਅਰਾਈਆਂ ਦੇ ਕੋਲ ਗਿਆ ਮੈਂ, ਔਰ ਮਗਰ ਇੱਕ ਮੈਨੂੰ ਹੋਰ ਇੱਕ ਬਜ਼ੁਰਗ ਨੇ ਬੜੀ ਸੋਹਣੀ ਗੱਲ ਆਖੀ। ਉਹਨੇ ਕਿਹਾ ਅਰਾਈਆਂ ਨੇ ਬਾਏ ਬੁੱਲੇ ਸ਼ਾਹ ਨੂੰ ਕਿੱਥੇ ਪਹੁੰਚਾਇਆ? ਉਹਨੇ ਕਿਹਾ ਬਾਏ ਬੁੱਲੇ ਸ਼ਾਹ ਨੂੰ ਕਾਦਰੀ ਸਿਲਸਿਲੇ 'ਚ ਪਹੁੰਚਾਇਆ, ਯਾਨੀ ਇੱਕ ਸੈਯਦ ਨੂੰ ਸੈਯਦ ਦੇ ਕੋਲ ਲੈ ਕੇ ਗਏ। ਸਹੀ ਸਹੀ। ਤੇ ਉਹ ਠੀਕ ਹੈ ਕਿ ਜਾਣਾ ਕਿਨੇ ਮੁਰਸ਼ਦ ਦਾ ਹੱਥ ਫੜ ਕੇ ਜਾਣਾ ਪਿਆ, ਮਗਰ ਜਾਣਾ ਅਹੀਰ ਸੈਯਦ ਕੋਲ ਹੀ ਪਿਆ, ਹਜ਼ਰਤ ਸ਼ੇਖ ਅਬਦੁਲ ਕਾਦਰ ਜਿਲਾਨੀ ਕੋਲ ਹੀ ਜਾਣਾ ਪਿਆ। ਔਰ ਇਹ ਸਾਨੂੰ ਬਾਰ-ਬਾਰ ਮੁਖਤਲਿਫ, ਜਿਸ ਤਰ੍ਹਾਂ ਤੁਸੀਂ ਦੱਸਦੇ ਪਿਓ ਕਿ ਸਾਡੇ ਜਿਹੜੇ ਬਜ਼ੁਰਗ ਨੇ ਸਾਰਿਆਂ ਨੇ ਫਾਰਸੀ ਦੇ ਵੀ ਅਰਬੀ ਦੇ ਵੀ ਉਸਤਾਦ ਸੀ, ਔਰ ਸਾਰਿਆਂ ਨੇ ਮੁਰਸ਼ਦ ਫੜਿਆ। ਬੇਸ਼ੱਕ ਔਰ ਜਿੰਨੇ ਵੀ ਸਾਡੇ ਕਲਾਸੀਕਲ ਆਰਫ ਸ਼ਾਇਰ ਨੇ ਸਾਰਿਆਂ ਨੇ ਕਿਸੇ ਨਾ ਕਿਸੇ ਮੁਰਸ਼ਦ ਦਾ ਲੜ ਫੜਿਆ, ਔਰ ਫਿਰ ਉਹ ਚੀਜ਼ਾਂ ਉਸ ਤੇ ਸਫ਼ਰ ਆਗਾਜ਼ ਕੀਤਾ ਉਹਨਾਂ ਨੇ। ਇਹ ਬੜੀ ਮੈਂ ਇਜ਼ਾਫਾ ਕਰਦੇ ਮੈਂ ਭੱਟੀ ਸਾਹਿਬ ਨੂੰ ਕਹਾਂਗਾ, ਉਹਨੇ ਕੋਈ ਸਵਾਲ ਲਿਖੇ ਨੇ ਅਗਰ ਉਹ ਪੁੱਛਣਾ ਚਾਹਣ ਤੇ। ਜੀ ਮੈਂ ਬਸ ਛੋਟਾ ਜਿਹਾ ਕਮੈਂਟ ਕਰਦੇ ਹਾਂ। ਕੁਝ ਸ਼ਾਇਰਾਂ ਦੀ ਸ਼ਾਇਰੀ ਵਿੱਚ ਜਿਵੇਂ ਬਾਬਾ ਬੁੱਲੇ ਸ਼ਾਹ ਬਾਰ-ਬਾਰ ਆਪਣੇ ਮੁਰਸ਼ਦ ਦਾ ਸ਼ਾਹ ਇਨਾਇਤ ਦਾ ਜ਼ਿਕਰ ਕਰਦੇ ਨੇ, ਇਸ ਤਰ੍ਹਾਂ ਹਜ਼ਰਤ ਸੁਲਤਾਨ ਬਾਹੂ ਨਾਂ ਨਹੀਂ ਲੈਂਦੇ ਪਰ ਉਹ ਵੀ ਬਾਰ-ਬਾਰ ਮੁਰਸ਼ਦ ਦਾ ਜ਼ਿਕਰ ਕਰਦੇ ਨੇ। ਤੇ ਮੁਰਸ਼ਦ ਦੇ ਬਗੈਰ ਤੇ ਇਹ ਵੀ ਫਰਮਾਉਂਦੇ ਨੇ ਕਿ ਦੁੱਧ ਦੇ ਬਗੈਰ ਖੀਰ ਨਹੀਂ ਬਣਦੀ, ਤੇ ਇੰਝ ਹੀ ਤੁਸੀਂ ਇਸ ਰਸਤੇ ਤੇ ਫਕਰ ਦੇ ਰਸਤੇ ਤੇ ਨਹੀਂ ਚੱਲ ਸਕਦੇ ਜਦ ਤੱਕ ਤੁਸੀਂ ਕਿਸੇ ਮੁਰਸ਼ਦ ਦਾ ਲੜ ਨਾ ਫੜੋ। ਅੱਛਾ ਡਾਕਟਰ ਸਾਹਿਬ, ਸਿਰਫ ਇੱਕ ਚੀਜ਼ ਦੀ ਤਸਦੀਕ ਕਰ ਦਿਓ, ਤੁਸੀਂ ਜਿਸ ਤਾਰਫ ਬਿਆਨ ਕੀਤਾ ਹੈ ਇਹਨਾਂ ਦਾ ਪੀਰ ਵਾਰਿਸ ਸ਼ਾਹ ਸਾਹਿਬ ਦਾ, ਤੇ ਤੁਸੀਂ ਬਿਆਨ ਕੀਤਾ ਹੈ ਕਿ ਇਹ ਚਿਸ਼ਤੀ ਸਿਲਸਿਲੇ ਦੇ ਬਜ਼ੁਰਗ ਨੇ ਔਰ ਇਹਨਾਂ ਦੀ ਬੈਤ ਸੀ ਹਜ਼ਰਤ ਬਾਬਾ ਫਰੀਦ ਦੇ ਖਾਨਦਾਨ ਦੇ ਅੰਦਰ ਜੀ, ਤੇ ਉਹ ਤਕਰੀਬਨ ਦੱਸ ਸਕਦੇ ਹੋ ਕਿ ਕਿਹੜੇ ਯਾਨੀ ਬਜ਼ੁਰਗ ਸਾਂ ਜਾਂ ਉਹਨਾਂ ਦੇ ਕਿੰਨਵੀਂ ਨਸਲ ਦੇ ਵਿੱਚ ਉਹ ਬਜ਼ੁਰਗ ਸਨ ਜਿਨ੍ਹਾਂ ਉੱਤੇ ਬੈਤ ਕੀਤੀ ਇਹਨਾਂ ਨੇ? ਅੱਛਾ, ਇੱਕ ਮੈਂ ਇੱਥੇ ਗੱਲ ਦੱਸਾਂ ਕਿ ਹੋ ਸਕਦਾ ਹੈ ਕਿ ਇਹਨਾਂ ਦੀ ਕਾਦਰੀ ਨਿਸਬਤ ਵੀ ਹੋਏ, ਕਿਉਂਕਿ ਮਖਦੂਮ ਹਾਫਿਜ਼ ਗੁਲਾਮ ਮੁਰਤਜ਼ਾ ਜਿਹੜੇ ਨੇ ਬਜ਼ਾਹਿਰ ਲੱਗਦੇ ਨੇ ਕਿ ਉਹ ਉਹਨਾਂ ਦੇ ਸਿਰਫ ਉਸਤਾਦ ਨੇ, ਪਰ ਉਹਨਾਂ ਤੋਂ ਵੀ ਉਹਨਾਂ ਨੇ ਰੂਹਾਨੀ ਫੈਜ਼ ਲਿਆ ਹੈ। ਤੇ ਮੇਰਾ ਖਿਆਲ ਹੈ ਕਿ ਚਿਸ਼ਤੀ ਦੇ ਨਾਲ ਉਹਨਾਂ ਦੀ ਕਾਦਰੀ ਨਿਸਬਤ ਵੀ ਹੈ, ਇਸ ਲਈ ਕਿ ਉਹਨਾਂ ਨੇ ਆਪਣੇ ਕਿਤਾਬ ਦੇ ਸ਼ੁਰੂ ਵਿੱਚ ਜਿੱਥੇ ਬਾਬਾ ਫਰੀਦ ਦਾ ਜੇ ਬਾਰੇ ਚ ਸ਼ੇਰ ਲਿਖੇ ਨੇ, ਉੱਥੇ ਸ਼ੇਖ ਅਬਦੁਲ ਕਾਦਰ ਜਿਲਾਨੀ ਦੇ ਬਾਰੇ ਚ ਵੀ ਸ਼ੇਰ ਲਿਖੇ ਨੇ, ਤੇ ਇਹ ਪੋਸੀਬਲ ਹੈ ਕਿ ਉਹਨਾਂ ਦੀ ਇੱਕ ਤੋਂ ਜ਼ਾਇਦ ਉਹਨਾਂ ਦੀ ਨਿਸਬਤ ਹੋਏ, ਕਿਉਂਕਿ ਜਿਹੜੇ ਅੱਛਾ ਦੂਜੀ ਗੱਲ ਜਿਹੜੀ ਹੈ ਕਿ ਬਾਬਾ ਫਰੀਦ ਦੇ ਦਰਬਾਰ ਤੇ ਪਾਕਪਤਨ ਜਾ ਕੇ ਬੈਠੇ ਤੇ ਫਿਰ ਉਹਨਾਂ ਦੇ ਖਾਨਦਾਨ ਵਿੱਚ ਉਹਨਾਂ ਨੇ ਬੈਤ ਕੀਤੀ,
ਤੋ ਤੇ ਮੈਂ ਇੱਥੇ ਬੜੀ ਆਜਜ਼ੀ ਨਾਲ ਇਹ ਗੱਲ ਕਰਾਂਗੀ ਕਿ ਬਾਬਾ ਫਰੀਦ ਨੇ ਸ਼ੇਖ ਨਿਜ਼ਾਮੁਦੀਨ ਔਲੀਆ ਨੂੰ ਆਪਣਾ ਖਲੀਫਾ ਆਜ਼ਮ ਬਣਾਇਆ। ਖਿਲਾਫਤ ਤੇ ਕਈ ਲੋਕਾਂ ਨੂੰ ਦਿੱਤੀ, ਪਰ ਉਹਨਾਂ ਨੇ ਜਿਹੜਾ ਖਲੀਫਾ ਹੈ, ਜਿਹੜਾ ਆਜ਼ਮ, ਜਿਨ੍ਹਾਂ ਨੂੰ ਬੇਸਿਕਲੀ ਨਾਲੈਨ, ਅਸਾ ਤੇ ਆਪਣੀ ਤਸਬੀਹ, ਮੁਸੱਲਾ ਦਿੰਦੇ ਸੀ, ਜਿਹਨੂੰ ਇਹ ਰੈਲਿਕਸ ਤਬਰੁਕਾਤ ਦਿੱਤੀਆਂ ਜਾਂਦੀਆਂ ਸਨ, ਉਹਦਾ ਫਿਰ ਇੱਕ ਸੈਂਟਰਲ ਰੋਲ ਹੁੰਦਾ ਸੀ ਤਮਾਮ ਖੁਲਫਾ ਵਿੱਚ, ਤੇ ਉਹ ਸ਼ੇਖ ਨਿਜ਼ਾਮੁਦੀਨ ਔਲੀਆ ਨੂੰ ਦਿੱਤਾ ਜਿਹੜੇ ਦਿੱਲੀ ਵਿੱਚ ਸੀ। ਬਾਬਾ ਫਰੀਦ ਨੇ ਆਪਣੇ ਕਿਸੇ ਬੇਟੇ ਨੂੰ ਆਪਣੀ ਖਿਲਾਫਤ ਨਹੀਂ ਦਿੱਤੀ, ਆਪਣਾ ਜਾਨਸ਼ੀ ਨਹੀਂ ਬਣਾਇਆ। ਤੁਸੀਂ 14ਵੀਂ ਸਦੀ ਦੇ ਜਿਹੜੇ ਸੀਰੁਲ ਔਲੀਆ ਵੇਖ ਲਓ, ਅਮੀਰ ਖੁਰਦ ਕਿਰਮਾਨੀ ਦਾ ਤਜ਼ਕਰਾ ਹੈ, ਉਹਦੇ ਵਿੱਚ ਉਹ ਬੜੀ ਸੋਹਣੀ ਉਹਨਾਂ ਨੇ ਡਿਸਕਸ਼ਨ ਕੀਤੀ ਹੈ, ਜਿਹੜੀ ਪੋਲਿਟਿਕਸ ਆਫ ਸਕਸੈਸ਼ਨ ਜਿਹਨੂੰ ਅਸੀਂ ਕਹਿ ਸਕਦੇ ਹਾਂ। ਬਾਬਾ ਫਰੀਦ ਇੱਕ ਵਾਰੀ ਬੈਠੇ ਸੀ ਤੇ ਨਾਲ ਸ਼ੇਖ ਨਿਜ਼ਾਮੁਦੀਨ ਔਲੀਆ ਬੈਠੇ ਸੀ। ਬਾਬਾ ਸਾਹਿਬ ਸ਼ੇਖ ਨਿਜ਼ਾਮੁਦੀਨ ਔਲੀਆ ਨੂੰ ਦੇ ਸਾਹਮਣੇ ਕਹਿੰਦੇ ਕਿ ਤੂੰ ਮੇਰਾ ਫਰਜ਼ੰਦੇ ਰੂਹੀ ਹੈ, ਯਾਨੀ ਕਿ ਮੇਰੀ ਰੂਹ ਦਾ ਮੇਰਾ ਫਰਜ਼ੰਦੇ ਬੇਟਾ ਹੈ, ਦਿਲ ਦਾ, ਜਾਨ ਦਾ ਮੇਰਾ ਬੇਟਾ ਹੈ। ਤੇ ਬਾਬਾ ਫਰੀਦ ਦੇ ਇੱਕ ਬੇਟੇ ਸੀ ਜਿਨ੍ਹਾਂ ਦਾ ਨਾਂ, ਜਿਹੜੇ ਨੇਮ ਸੇਕ ਸੀ ਨਿਜ਼ਾਮੁਦੀਨ ਔਲੀਆ ਦੇ, ਉਹਨਾਂ ਦਾ ਨਾਮ ਵੀ ਨਿਜ਼ਾਮੁਦੀਨ ਸੀ, ਤੇ ਉਹ ਬਲਬਨ ਦੀ ਆਰਮੀ ਵਿੱਚ ਇੱਕ ਸਿਪਾਹੀ ਸਨ, ਤੇ ਉਹ ਦੁਨੀਆਦਾਰ ਬੰਦੇ ਸੀ, ਤੇ ਉਹ ਵੀ ਨਾਲ ਬੈਠੇ ਸੀ। ਤੇ ਬਾਬਾ ਫਰੀਦ ਨੇ ਕਿਹਾ ਕਿ ਇਹ ਨਿਜ਼ਾਮੁਦੀਨ ਮੇਰਾ ਫਰਜ਼ੰਦੇ ਰੂਹੀ ਹੈ, ਤੇ ਇਹ ਦੂਜਾ ਨਿਜ਼ਾਮੁਦੀਨ ਮੇਰਾ ਫਰਜ਼ੰਦੇ ਨਾਨੀ ਹੈ। ਨਾਨ ਯਾਨੀ ਕਿ ਫਿਜ਼ੀਕਲ ਸੈਂਸ ਵਿੱਚ ਮੇਰਾ ਬੇਟਾ ਹੈ, ਰੂਹਾਨੀ ਬੇਟਾ ਮੇਰਾ ਜਿਹੜਾ ਦੂਜਾ ਹੈ। ਫਿਰ ਬਾਬਾ ਫਰੀਦ ਨੇ ਇੱਕ ਵਾਰੀ ਇਹ ਵੀ ਕਿਹਾ ਕਿ ਜੇ ਸ਼ਰੀਅਤ ਵਿੱਚ ਸਜਾਦਾ ਦੇਣਾ ਜਾਇਜ਼ ਹੁੰਦਾ ਤੇ ਮੈਂ ਆਪਣੀ ਬੇਟੀ ਬੀਬੀ ਸ਼ਰੀਫਾ ਨੂੰ ਦਿੰਦਾ। ਬਾਬਾ ਫਰੀਦ ਦੇ 4 ਬੇਟੇ ਸਨ ਤੇ 4 ਬੇਟੀਆਂ ਸਨ। ਬਾਬਾ ਫਰੀਦ ਦੇ ਜਿਹੜੇ ਬੇਟੇ ਨੇ, ਉਹਨਾਂ ਵਿੱਚੋਂ ਕੋਈ ਵੀ ਜਿਹੜਾ ਰੂਹਾਨੀ ਤੌਰ ਤੇ ਇੰਨਾ ਅਕੰਪਲਿਸ਼ ਨਹੀਂ ਸੀ ਜਿੰਨੇ ਬਾਬਾ ਫਰੀਦ ਦੀਆਂ 4 ਬੇਟੀਆਂ ਸਨ, ਬੀਬੀ ਖਦੀਜਾ, ਬੀਬੀ ਸ਼ਰੀਫਾ, ਬੀਬੀ ਮਸਤੂਰਾ। ਤੇ ਬਾਬਾ ਸਾਹਿਬ ਫਰਮਾਉਂਦੇ ਸੀ ਕਿ ਜੇ ਸ਼ਰੀਅਤ ਵਿੱਚ ਜਾਇਜ਼ ਹੁੰਦਾ ਜਾਂ ਉਹਨਾਂ ਦੇ ਚਿਸ਼ਤੀ ਬਜ਼ੁਰਗਾਂ ਨੇ ਔਰਤ ਨੂੰ ਸਜਾਦਾ ਦਿੱਤਾ ਹੁੰਦਾ, ਇਹ ਪ੍ਰੈਸੀਡੈਂਟ ਮੌਜੂਦ ਹੁੰਦਾ, ਤੇ ਮੈਂ ਬੀਬੀ ਸ਼ਰੀਫਾ ਨੂੰ ਦਿੰਦਾ। ਉਹਨਾਂ ਨੇ ਆਪਣੇ ਬੇਟੇ ਜਾਂ ਬੇਟੀਆਂ ਵਿੱਚੋਂ ਕਿਸੇ ਨੂੰ ਆਪਣਾ ਸਜਾਦਾ ਨਹੀਂ ਦਿੱਤਾ, ਤੇ ਉਹਨਾਂ ਦੀ ਜਿਹੜੀ ਨਸਲ ਹੈ, ਬਲੱਡ ਲਾਈਨ, ਉਹਦੇ ਵਿੱਚ ਸਜਾਦਾ ਨਸ਼ੀਨੀ ਤੇ ਆਈ ਹੈ, ਕਈ ਬਜ਼ੁਰਗ ਵੀ ਆਏ ਨੇ, ਪਰ ਇਹ ਲਾਈਨ ਇਸ ਤਰ੍ਹਾਂ ਇੰਟੈਕਟ ਨਹੀਂ ਜਿਸ ਤਰ੍ਹਾਂ ਰੂਹਾਨੀ ਸ਼ਜਰਾ ਬਣਦਾ ਹੈ। ਇਹ ਬਲੱਡ ਲਾਈਨ ਹੋ ਰਹੇ ਤੇ ਰੂਹਾਨੀ ਸ਼ਜਰਾ ਹੋ ਰਹੇ। ਤੇ ਮੈਂ ਹੁਣ ਇਹਦਾ ਜ਼ਿਕਰ ਇਹਨਾਂ ਦੀ ਸ਼ਾਇਰੀ ਵਿੱਚ ਕਿਸੇ ਜਗ੍ਹਾ ਨਹੀਂ ਲੱਭਦਾ ਕਿ ਉਹ ਕੌਣ ਸੀ, ਬਾਬਾ ਫਰੀਦ ਦੇ ਖਾਨਦਾਨ ਦੇ ਕੋਈ ਫਰਦ ਸੀ ਜਾਂ ਉੱਥੇ ਪਾਕਪਤਨ ਵਿੱਚ ਉਹਨਾਂ ਦੇ ਦਰਬਾਰ ਦੇ ਕੋਈ ਐਸੋਸੀਏਟ ਸਨ, ਜਾਂ ਬਾਬਾ ਫਰੀਦ ਦੇ ਕਿਸੇ ਖਲੀਫਾ ਦੇ ਅੱਗੇ ਕੋਈ ਖਲੀਫਾ ਜਾਂ ਮੁਰੀਦ ਸਨ। ਇਹਦੇ ਬਾਰੇ ਚ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ, ਬਿਲਕੁਲ ਸਾਇਲੈਂਟ ਹੈ। ਤੇ ਅਸੀਂ ਕੋਈ ਗੈਸ ਨਹੀਂ ਕਰ ਸਕਦੇ ਕਿ ਉਹ ਕੋਈ ਲੀਨੀਅਲ ਡਿਸੈਂਡੈਂਟ ਸੀ ਬਾਬਾ ਫਰੀਦ ਦੇ ਜਾਂ ਕੋਈ ਸਪਿਰਿਚੁਅਲ ਡਿਸੈਂਡੈਂਟ ਸੀ। ਜੀ ਡਾਕਟਰ ਸਾਹਿਬ, ਮੈਂ ਹੁਣ ਚਾਹਾਂਗਾ ਸਾਡੇ ਨਾਲ ਜਿਹੜੇ ਆਨਲਾਈਨ ਸਾਡੇ ਦੋਸਤ ਬੈਠੇ ਨੇ, ਅਗਰ ਕੋਈ ਉਹਨਾਂ ਜੋ ਕੋਈ ਸਵਾਲ ਪੁੱਛਣਾ ਚਾਹੇ, ਵੈਸੇ ਤਾਂ ਡਾਕਟਰ ਸਾਹਿਬ ਇਸ ਗਰੁੱਪ ਵਿੱਚ ਹੁਣ ਸ਼ਾਮਲ ਨੇ, ਤੁਸੀਂ ਉਹਨਾਂ ਨੰਬਰ ਵੀ ਮੌਜੂਦ ਹੈ, ਗਰੁੱਪ ਵਿੱਚ ਵੀ ਕੋਈ ਸਵਾਲ ਆਖ ਸਕਦੇ ਹੋ। ਅਗਰ ਇਸ ਨਸ਼ਿਸਤ ਵਿੱਚ ਕੋਈ ਸਵਾਲ ਪੁੱਛਣਾ ਚਾਹੋ ਤੇ ਡਾਕਟਰ ਸਾਹਿਬ ਹਾਜ਼ਰ ਨੇ। ਸਾਡੇ ਕੋਲ ਹੁਣ ਸਿਰਫ 5-7 ਮਿੰਟ ਹੈਗੇ ਨੇ ਬਸ ਨਸ਼ਿਸਤ क्लोज करने च। डॉक्टर साहिबा, मैं एंथ्रोपोलॉजी डिपार्टमेंट से शकील। सवाल नहीं, बस शुक्रिया, मैंने आपके वर्नैकुलराइजेशन ऑफ इस्लाम से बड़ा इस्तेफादा किया। अल्लाह आपको जज़ा दे। आप शकील साहब पंजाबी च सॉरी, मैं फौरन यूनिवर्सिटी चला गया। बहुत चंगा लगा जी, बहुत वधिया। और ਤੁਸੀਂ ਤਸ਼ਰੀਫ ਲਿਆਉਂਦੇ ਰਹਿਣਾ, ਅਸੀਂ ਤੁਹਾਡੇ ਤੋਂ ਜ਼ਿਆਦਾ ਇਸਤਫਾਦਾ ਕਰਾਂਗੇ। ਘੱਟ ਸਹੀ, ਲੇਕਿਨ ਸਾਡੀ ਇੱਕ ਜੁੜਤ ਹੈ, ਔਰ ਇਨਸ਼ਾਅੱਲਾ ਬੈਠਕਾਂ ਜਿਹੜੀਆਂ ਨੇ ਇਹ ਕਿਸੇ ਚੰਗੇ ਪਾਸੇ ਲੱਗਣਗੀਆਂ। ਬਹੁਤ ਸ਼ੁਕਰੀਆ ਜੀ। ਸ਼ਕੀਲ ਸਾਹਿਬ, ਜਿਹੜਾ ਤੁਸੀਂ ਹੁਣੇ ਹਵਾਲਾ ਦਿੱਤਾ ਹੈ ਵਰਨੈਕੂਲਰਾਈਜੇਸ਼ਨ ਦਾ, ਤੇ ਇੱਥੇ ਮੈਂ ਬਰੀਫਲੀ ਕੁਇਕਲੀ ਦੱਸਦੇ ਹਾਂ ਕਿ
ਸੂਫੀਆਂ ਨੇ ਇਸਲਾਮ ਤੇ ਤਸੱਵੁਫ ਦਾ ਜਿਹੜਾ ਮੈਸੇਜ ਹੈ ਉਹਨਾਂ ਨੂੰ ਬੜਾ ਵਰਨੈਕੂਲਰਾਈਜ਼ ਕਰਕੇ ਲੋਕਲ ਈਡੀਅਮ ਵਿੱਚ ਪੇਸ਼ ਕੀਤਾ ਹੈ ਤਾਂ ਕਿ ਲੋਕਾਂ ਨੂੰ ਸਮਝ ਆਏ। ਜਿਹੜੀ ਮੈਜੋਰਿਟੀ ਸੀ ਉਹ ਤੇ ਅਰਬੀ ਫਾਰਸੀ ਬੋਲਣ ਵਾਲੀ ਸਮਝਣ ਵਾਲੀ ਨਹੀਂ ਸੀ, ਤੇ ਬੜਾ ਇਹਨਾਂ ਨੇ ਕੰਮ ਕੀਤਾ ਹੈ ਕਿ ਉਹ ਤਸੱਵੁਫ ਤੇ ਜਿਹੜੇ ਤਸੱਵੁਰਾਤ ਨੇ ਉਹਨਾਂ ਨੂੰ ਲੋਕਲ ਲੈਂਗੁਏਜ ਵਿੱਚ, ਲੋਕਲ ਈਡੀਅਮ ਵਿੱਚ ਉਹਨਾਂ ਨੇ ਟਰਾਂਸਲੇਟ ਕੀਤਾ। ਤੇ ਮੈਂ ਇੱਥੇ ਹੁਣ ਚੂੰਕਿ ਬਾਬਾ ਫਰੀਦ ਦਾ ਜ਼ਿਕਰ ਹੋਇਆ ਸੀ ਤੇ ਪੰਜਾਬ ਦੀ ਸੂਫੀਆਨਾ ਰਿਵਾਇਤ ਵਿੱਚ ਪਹਿਲਾ ਨਾਂ ਬਾਬਾ ਫਰੀਦ ਦਾ ਆਂਦਾ ਹੈ। ਮੈਂ ਕੁਇਕਲੀ ਦੱਸਦੀ ਹਾਂ ਕਿ ਬਾਬਾ ਸਾਹਿਬ ਦੇ ਬਾਰੇ ਚ ਇਹ ਮੁਸਤਨਦ ਤਜ਼ਕਰਿਆਂ ਚ ਸਾਨੂੰ ਜ਼ਿਕਰ ਲੱਭਦਾ ਹੈ ਕਿ ਬਾਬਾ ਫਰੀਦ ਲੋਕਲ ਪੰਜਾਬੀ ਜ਼ਬਾਨ ਵਿੱਚ ਲੋਕਾਂ ਨੂੰ ਅੱਲਾ ਦਾ ਜ਼ਿਕਰ ਜਾਂ ਅੱਲਾ ਦਾ ਵਿਰਦ ਪ੍ਰਿਸਕ੍ਰਾਈਬ ਕਰਦੇ ਸਨ। ਇਹ ਜਿਹੜੀ ਇਹ ਗੱਲ ਅੱਜ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਹਜ਼ਮ ਨਾ ਹੋਏ, ਕਿਉਂਕਿ ਅਸੀਂ ਇਸ ਚੀਜ਼ ਨੂੰ ਹੁਣ ਇੰਨੀ ਆਸਾਨੀ ਨਾਲ ਕਬੂਲ ਨਹੀਂ ਕਰ ਸਕਦੇ ਕਿ ਅੱਲਾ ਲਈ ਜਾਂ ਰੱਬ ਲਈ ਕੋਈ ਐਸਾ ਲਫ਼ਜ਼ ਇਸਤੇਮਾਲ ਕਰੀਏ ਜਿਹੜਾ ਕਿਸੇ ਦੂਸਰੇ ਲੈਂਗੁਏਜ ਤੋਂ ਆ ਰਿਹਾ ਹੈ। ਮਿਸਾਲ ਦੇ ਤੌਰ ਤੇ ਫਾਰਸੀ ਬੋਲਣ ਵਾਲੇ ਸਾਰੇ ਲੋਕ ਕਿਉਂਕਿ ਮੈਜੋਰਿਟੀ ਮੁਸਲਮਾਨ ਹੋ ਗਈ ਤੇ ਉਹਨਾਂ ਦਾ ਜਿਹੜਾ ਪਹਿਲਵੀ ਜ਼ਬਾਨ ਦਾ ਲਫ਼ਜ਼ ਖੁਦਾ ਹੈ ਉਹ ਅਸੀਂ ਬੜੇ ਕਨਵੀਨੀਐਂਟਲੀ ਅਸੀਂ ਉਰਦੂ ਦਾ ਹਿੱਸਾ ਬਣਾ ਲਿਆ। ਅਸਲ ਵਿੱਚ ਜਿਹੜਾ ਖੁਦਾ ਦਾ ਲਫ਼ਜ਼ ਹੈ ਉਹ ਤੇ ਬੇਸਿਕਲੀ ਜ਼ੋਰੋਸਟਰੀਅਨ ਜ਼ਰਤੁਸ਼ਤੀ ਮਜ਼ਹਬ ਵਿੱਚ ਖੁਦਾ ਦੇ ਤਸੱਵੁਰ ਨੂੰ ਕਹਿੰਦੇ ਨੇ ਨਾ। ਇਸੇ ਤਰ੍ਹਾਂ ਨਮਾਜ਼ ਜਿਹੜੀ ਹੈ ਪੰਜਾਬ ਵਿੱਚ ਪੰਜਾਬੀ ਚ ਉਹਨੂੰ ਸੌਮ ਵੀ ਕਹਿੰਦੇ ਨੇ ਤੇ ਨਮਾਜ਼ ਵੀ ਕਹਿੰਦੇ ਨੇ। ਨਮਾਜ਼ ਜਿਹੜੀ ਹੈ ਉਹ ਅਗੇਨ ਜ਼ਰਤੁਸ਼ਤੀ ਮਜ਼ਹਬ ਦਾ ਇੱਕ ਤਰੀਕਾ ਹੈ ਇਬਾਦਤ ਦਾ। ਜਿਹੜਾ ਸੌਮ ਰੋਜ਼ਾ ਉਹਨੂੰ ਅਸੀਂ ਰੂਜ਼ਾ ਜਿਹੜਾ ਪਰਸ਼ੀਅਨ ਚ ਕਹਿੰਦੇ ਨੇ ਉਹ ਵੀ ਬੇਸਿਕਲੀ ਇੱਕ ਜ਼ੋਰੋਸਟਰੀਅਨ ਫਾਸਟਿੰਗ ਪ੍ਰੈਕਟਿਸ ਹੈ। ਤੇ ਅਸੀਂ ਇਹਨਾਂ ਲੋਨ ਵਰਡਸ ਨੂੰ ਉਰਦੂ ਚ ਪੰਜਾਬੀ ਚ ਲਿਆ ਕੇ ਉਹਨਾਂ ਨੂੰ ਐਕਸੈਪਟ ਕਰ ਲਿਆ ਹੈ। ਪਰ ਸਾਊਥ ਏਸ਼ੀਆ ਤੇ ਪ੍ਰੋਬਲਮ ਇਹ ਹੈਗਾ ਹੈ ਕਿ ਇੱਥੇ ਮੈਜੋਰਿਟੀ ਜਿਹੜੀ ਹੈ ਜਿਹੜੀ ਸੰਸਕ੍ਰਿਤ ਜਾਂ ਹਿੰਦੀ ਬੋਲਣ ਵਾਲੀ ਹੈ ਉਹ ਮੁਸਲਮਾਨ ਨਹੀਂ ਹੋਈ। ਇਸ ਲਈ ਉਹਨਾਂ ਦੇ ਅਸੀਂ ਲੋਨ ਵਰਡਸ ਅਗਰ ਇਸਤੇਮਾਲ ਕਰੀਏ ਤੇ ਉਹ ਸਾਡੇ ਲਈ ਪ੍ਰੋਬਲਮੈਟਿਕ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਟਰਮੀਨੋਲੋਜੀ ਹੈ ਅਸੀਂ ਉਹਨਾਂ ਨੂੰ ਇਸਲਾਮਾਈਜ਼ ਨਹੀਂ ਕੀਤਾ। ਇਸ ਲਈ ਬੜਾ ਮਸਲਾ ਹੈ ਕਿ ਕਿਸ ਤਰ੍ਹਾਂ ਪੰਜਾਬੀ ਵਿੱਚ ਜਿਹੜੇ ਅੱਲਾਹ ਪਾਕ ਲਈ ਤੇ ਜਿਹੜੇ ਮਜ਼ਹਬੀ ਜਿਹੜੇ ਟਰਮੀਨੋਲੋਜੀ ਹੈ ਉਹ ਸਾਰੀ ਦੀ ਸਾਰੀ ਹਿੰਦੂ ਮਤ ਤੋਂ ਆ ਰਹੀ ਹੈ ਤੇ ਉਹਨੂੰ ਕਿਸ ਤਰ੍ਹਾਂ ਅਸੀਂ ਐਕਸੈਪਟੇਬਲ ਬਣਾ ਲਈਏ, ਜਾਂ ਉਹਦੀ ਜਗ੍ਹਾ ਅਰਬੀ ਫਾਰਸੀ ਦੇ ਅਲਫਾਜ਼ ਲੈ ਆਓ ਜਾਂ ਫਿਰ ਉਹਨਾਂ ਲਫ਼ਜ਼ਾਂ ਨੂੰ ਹੀ ਇੱਕ ਮੁਸਲਿਮ ਜਾਂ ਇਸਲਾਮਿਕ ਕੋਨੋਟੇਸ਼ਨ ਦੇ ਨਾਲ ਤੁਸੀਂ ਰਾਈਜ ਕਰੋ। ਇਹ ਬੜਾ ਇੱਕ ਜਿਹੜਾ ਨਾ ਲੈਂਗੁਏਜ ਜਾਂ ਉਹਦੀ ਪੋਲਿਟਿਕਸ ਦਾ ਇੱਕ ਬਿਲਕੁਲ ਇੱਕ ਨਵਾਂ ਇੱਕ ਜਿਹੜਾ ਇਹ ਡਿਬੇਟ ਹੈ ਤੇ ਮੇਰਾ ਖਿਆਲ ਹੈ ਕਿ ਮੈਂ ਇਹਨੂੰ ਗੱਲ ਨੂੰ ਇੱਥੇ ਹੀ ਮੁਕਾਨੀ ਹੈ। ਜੀ ਫਿਰ ਇਹ ਬਹੁਤ ਮੌਜੂ ਜ਼ਰਾ ਅਸੀਂ ਹਟ ਜਾਵਾਂਗੇ। ਜੀ ਬਿਲਕੁਲ ਮੌਜੂ ਤੋਂ ਹਟ ਗਏ ਨੇ ਅਸੀਂ, ਮੌਜੂ ਦੂਜੇ ਪਾਸੇ ਚਲਾ ਗਿਆ। ਹਾਂ, ਸਾਡੇ ਇੱਕ ਹੋਰ ਜਿਹੜੇ ਆਨਲਾਈਨ ਸਾਡੇ ਦੋਸਤ ਨੇ ਉਹ ਕੁਝ ਪੁੱਛਣਾ ਚਾਹ ਰਹੇ ਸੀ। ਬਿਸਮਿਲ੍ਲਾ ਜੀ। ਜੀ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ। ਤੇ ਕੌਸਰ ਸਾਹਿਬ, ਭੱਟੀ ਸਾਹਿਬ, ਬਹੁਤ ਸ਼ੁਕਰੀਆ ਡਾਕਟਰ ਸਾਹਿਬ ਨੂੰ ਬੁਲਾਉਣ ਦਾ। ਮੇਰੇ ਸਵਾਲ ਬੇਸ਼ੁਮਾਰ ਸਨ, ਨਾਲੋਂ ਨਾਲ ਜਦੋਂ ਡਾਕਟਰ ਸਾਹਿਬ ਬੋਲ ਰਹੇ ਸਨ ਬੜੀਆਂ ਗੱਲਾਂ ਆਉਂਦੀਆਂ ਸਨ, ਲੇਕਿਨ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ I hope ਕਿ you Dr. Saab you can make time again for ਇਹੋ ਜਿਹੇ ਕਿਸੇ ਕੋਈ ਹੋਰ ਟੌਪਿਕ ਫੜ ਲਿਆ ਜੋ ਜ਼ਿਆਦਾ ਡਿਟੇਲ ਦੇ ਨਾਲ ਕਿਸੇ ਇੱਕ ਟੌਪਿਕ ਨੂੰ ਲੈ ਕੇ ਉਹਨੂੰ ਡ੍ਰਿਲ ਡਾਊਨ ਕਰੀਏ। Any of the things you talked about, even this very last topic, vernacularization of Islam, ਤੇ ਤੁਸੀਂ ਉਹਨਾਂ ਜਗ੍ਹਾ ਤੁਸੀਂ ਲਿਖਦੇ ਹੋ ਤੇ ਤੁਸੀਂ ਕਿੱਥੇ ਤੁਸੀਂ ਪਬਲਿਸ਼ ਕਰਦੇ ਹੋ ਪੇਪਰਸ ਵਗੈਰਾ ਤੁਹਾਡੇ ਜੋ ਕੁਝ ਲਿਖਿਆ ਉਹ ਕਿੱਥੇ ਲੱਭ ਸਕਦਾ? ਮੇਰੇ ਆਰਟੀਕਲਸ ਜਿਹੜੇ ਨੇ ਪਬਲਿਸ਼ਡ ਆਰਟੀਕਲਸ ਉਹ ਐਕੈਡਮੀਆ EDU ਤੇ ਤੁਸੀਂ ਗੂਗਲ ਤੇ ਸਰਚ ਕਰੋ ਤੇ ਤੁਹਾਨੂੰ ਲੱਭ ਜਾਣਗੇ। ਤੇ ਸ਼ਾਹ ਹੁਸੈਨ ਤੇ ਮੈਂ ਲਿਖੀਆਂ ਨੇ ਕੁਝ ਚੀਜ਼ਾਂ, ਕੁਝ ਆਰਟੀਕਲਸ ਤੇ ਉਹਨੂੰ ਮੈਂ ਹੁਣ ਕਿਤਾਬੀ ਸ਼ਕਲ ਵੀ ਦੇ ਰਹੀ ਹਾਂ। ਤੇ ਮੈਂ ਇਨਸ਼ਾਅੱਲਾ ਮੇਰਾ ਹੈ ਕਿ ਇੱਕ ਅੱਧੇ ਸਾਲ ਵਿੱਚ ਮੈਂ ਸ਼ਾਹ ਹੁਸੈਨ ਤੇ ਇੱਕ ਜਿਹੜੀ ਹੈ ਨਾ ਇੱਕ ਐਸੇਜ਼ ਕੰਪਾਈਲ ਕਰਕੇ ਇੱਕ ਕਿਤਾਬ ਮੈਂ ਇਨਸ਼ਾਅੱਲਾ ਜਿਹੜੀ ਮੇਰਾ ਇਰਾਦਾ ਹੈ ਕਿ ਮੈਂ ਉਹਨੂੰ ਲਿਖਾਂ, ਛਾਪਾਂ। ਜੀ ਮੈਂ ਦਰਖਾਸਤ ਕਰਾਂਗਾ ਤੈਮੂਰ ਸਾਹਿਬ ਨੂੰ ਕਿ ਉਧਰ ਆ ਕੇ ਤੇ कंक्लूडिंग 2-4 लाइनें कह लें। जी मैं तो इसमें कोई ज़्यादा मैं कह नहीं सकता।
एक तो पंजाबी भी बोलना थोड़ी सी मुश्किल लग रही है आज, पता नहीं क्यों, क्योंकि इतने बड़े बड़े आप डॉक्टर साहिबा बैठी हैं शायद इसलिए। नहीं मगर नहीं, ये है आप कि मैं मुझे तो जिसको कहते हैं कि मुझे कुछ कुछ नहीं आता, मैं तो बस इधर उधर से चार चीजें इकट्ठी करके मैंने आज बोल दी हैं। कोई 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 ऐसी बात नहीं जी। मगर हाँ, अच्छा आपने ये बात कही तो इससे मुझे ये जरूर याद आया कि हीर वारिस शाह में ही जो उसकी तमसील है ना, जो सिंबलिज्म है, वो हमें मतलब है कोई ढूंढने की जरूरत नहीं है। वो उसी में आखिर में अगर हम हीर पूरी पढ़े तो आखिर में उन्होंने खुद ही कहा है कि रू हीर थे वो। अब मैं मुझे पहले तो मुझे याद था, तो वो भी बहुत अहम है। वो मतलब बड़ा मिस रिप्रेजेंट हो जाता है जी कि कैसे हीर ही रू है जैसे आपने कहा, मगर जो नफ्स है वो खुद है ना, जो मतलब उल्टा है साहब। जो ढूंढने निकला है वो रांझा ही है, और जिसकी तलाश कर रहा है वो हीर है। और बाकी सही भी सही उसमें सारी बातें की हैं कि कैदू क्या है, तो वो सही जेठानियां क्या है, ये वो। तो एक एक जो जो किरदार है उसका उसने उसमें सिंबलिज्म बयान। मैं सोच रहा था कि ये मैं इजाफा कर दूं। सही बाकी सही। बस बहुत बहुत शुक्रिया, बहुत ही। और जैसे बाकी सब कह रहे हैं आपके साथ और नशिस्त भी हो तो बहुत अच्छा रहे। जी जी जरूर जी, इंशाल्लाह। और मैं चाहूंगी कि नेक्स्ट टाइम हम जो बात करें वो ज्यादा तसव्वुफ के हवाले से हो। हाँ आज मुझे लगा कि कुछ जो है वो कुछ और किस्म के फैक्ट्स थे जो मुझे लगा कि शायद बताना जरूरी है, और जो शायद असल मौजू है उससे मुझे भी आज तिश्नगी का थोड़ा सा जो है वो एहसास हो रहा है। तो हाँ इंशाल्लाह बिल्कुल। इसके शायद दो पार्ट्स बनते हैं, सही कह रही। और कौशल साहब को बहुत शुक्रिया बुलाने का, हमें भी, और आपका भी बहुत शुक्रिया। थैंक यू, बहुत बहुत शुक्रिया जी, बहुत शुक्रिया। लाल कलंदर तेरा झंडा लाल कलंदर, प्रसिद्ध अंदर झूले 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 कलंदर कलंदर।